अगर तू मुझे नवाजे तेरा कर्म है वरना तेरी रहमतों का बदला मेरी बंदगी नहीं। काशी टीवी देखने वाले साढ़े व्यूअर्स ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਹਾਲ ਟੋਕ ਸ਼ੋ ਵਿੱਚ ਲੈ ਕੇ ਆਈ ਹਾਂ ਡਾਕਟਰ ਮਲਹੋਤਰਾ ਜੋ ਕਿ ਸਾਡੇ ਨਾਲ ਪਹਿਲੇ ਵੀ ਆ ਚੁੱਕੇ ਨੇ, ਐਨਟੀਵੀ ਪ੍ਰੈਜ਼ੈਂਟਰ ਵੀ ਨੇ ਤੇ ਇਹਦੇ ਨਾਲ ਇਹਨਾਂ ਕੋਲ ਇੱਕ ਭਰਪੂਰ ਖਜ਼ਾਨਾ ਹੈ ਆਪਣੀ ਆਈ ਕੈਨ ਸੇ ਐਕਸਪੀਰੀਅੰਸ ਜੋ ਕਿ ਇਹਨਾਂ ਨੇ ਆਪਣੇ ਵਰਕਰਸ ਦੇ ਨਾਲ ਬਿਤਾਇਆ ਹੈਗਾ। ਤੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੇਨਲੀ ਐਲਰਜੀ ਦੇ ਬਾਰੇ ਐਂਡ ਆਪਣੀ ਆਦਤਾਂ ਨੂੰ ਕਿਸ ਤਰੀਕੇ ਨਾਲ ਅਸੀਂ ਸੁਧਾਰ ਸਕਦੇ ਹਾਂ। ਐਂਡ ਇੱਕ ਹੋਰ ਟੌਪਿਕ ਜੋ ਤੁਹਾਡੇ ਲਈ ਸਾਂਝਾ ਕਰਾਂਗੇ ਉਹ ਹੈਗਾ ਅਲੌਕਿਕ ਸ਼ਕਤੀਆਂ ਜਿਹੜੀਆਂ ਹੈਗੀਆਂ, ਉਹਦਾ ਪ੍ਰਭਾਵ ਸਾਡੀ ਜ਼ਿੰਦਗੀ 'ਤੇ ਕਿਸ ਤਰੀਕੇ ਦੇ ਨਾਲ ਅਫੈਕਟ ਪੈਂਦਾ, ਉਹਦੇ ਬਾਰੇ ਸਾਰੀ ਜਾਣਕਾਰੀ ਅਸੀਂ ਡਾਕਟਰ ਮਲਹੋਤਰਾ ਸਾਹਿਬ ਕੋਲੋਂ ਲਾਂਗੇ। ਸੋ ਡਾਕਟਰ ਮਲਹੋਤਰਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਾਸ਼ੀ ਟੀਵੀ 'ਤੇ। ਐਂਡ ਅੱਜ ਅਸੀਂ ਕਾਫੀ ਵਿਸ਼ੇ 'ਤੇ ਗੱਲ ਕਰਨੀ ਆ। ਸੋ ਵੀ ਗੋ 3 different ਟੌਪਿਕ ਐਂਡ ਕਹਿੰਦੇ ਫਿਜ਼ੀਕਲ ਹੈਲਥ, ਮੈਂਟਲ ਹੈਲਥ ਐਂਡ ਇਨਵਾਇਰਮੈਂਟਲ ਹੈਲਥ ਵੀ ਇਹਦੇ ਵਿੱਚ ਇੰਕਲੂਡ ਹੈਗੀ ਹੈ। ਸੋ ਤੁਹਾਡਾ ਤਾਂ ਕਾਫੀ ਐਕਸਪੀਰੀਅੰਸ ਡਾਕਟਰ ਮਲਹੋਤਰਾ ਇਸ ਚੀਜ਼ਾਂ ਦੇ ਵਿੱਚ ਰਿਹਾ ਹੈਗਾ। ਤੁਸੀਂ ਆਪਣੀ ਲਾਈਫ ਦੇ ਵਿੱਚ ਕਾਫੀ ਚੀਜ਼ਾਂ ਦੇਖੀਆਂ ਨੇ ਕਿ ਸਰਟਨ ਚੀਜ਼ਾਂ ਤੇ ਚਲੋ ਮੈਡੀਕਲ ਟਰਮਸ ਤੇ ਸਾਨੂੰ ਅਫੈਕਟ ਕਰਦੀ ਹੈ, ਪਰ ਜਦੋਂ ਅਸੀਂ ਅੰਧ ਵਿਸ਼ਵਾਸ ਦੇ ਵਿੱਚ ਆ ਜਾਂਦੇ ਹਾਂ ਉਹ ਚੀਜ਼ਾਂ ਦਾ ਅਫੈਕਟ ਸਾਡੀ ਲਾਈਫ ਤੇ ਮੈਂਟਲ ਹੈਲਥ ਤੇ ਬਹੁਤ ਵੱਡਾ ਪੈਂਦਾ ਹੈਗਾ। ਤੇ ਜਿਹੜਾ ਸਾਡਾ ਨਾਲ ਦਾ ਨਾਲ ਇਨਵਾਇਰਮੈਂਟਲ ਸਾਡੀ ਫੈਮਲੀਜ਼ ਹੈਗੀਆਂ ਉਹਦੇ ਤੇ ਇਹਦਾ ਪ੍ਰਭਾਵ ਬਹੁਤ ਡੂੰਘਾ ਪੈਂਦਾ ਹੈਗਾ ਇਨ ਬੈਡ ਵੇਜ਼। ਸੋ ਅੱਜ ਅਸੀਂ ਸਟਾਰਟ ਕਰਾਂਗੇ ਪਹਿਲੇ ਸਾਡੀ ਮੈਡੀਕਲ ਟਰਮਸ ਦੇ ਵਿੱਚ ਜਿਹੜੀ ਐਲਰਜੀ ਦੇ ਵਿੱਚ ਤੁਸੀਂ ਕਾਫੀ ਲੋਕਾਂ ਨਾਲ ਡੀਲ ਕੀਤਾ ਹੈਗਾ। ਕੀ ਹੈਲਥ ਪ੍ਰੀਕੌਸ਼ਨ ਜਾਂ ਹੈਲਥ ਸਾਨੂੰ ਚੰਗੀ ਸਿਹਤ ਕੀ ਹੁੰਦੀ ਆ ਉਹਦੇ ਬਾਰੇ ਪਹਿਲੇ ਅਸੀਂ ਸਟਾਰਟ ਕਰਾਂਗੇ। ਹਾਂਜੀ, ਥੈਂਕ ਯੂ ਰਵੀ ਜੀ। ਜੇ ਚੰਗੀ ਸਿਹਤ ਹੈਗੀ ਤਾਂ ਫਿਰ ਹੀ ਧਨ ਦੌਲਤ ਹੈ। ਹੈਲਥ ਇਜ਼ ਵੈਲਥ ਅੰਗਰੇਜ਼ੀ ਵਿੱਚ ਕਹਿੰਦੇ ਆ। ਅਤੇ ਮੈਂ ਸਮਝਦਾ ਲੈ ਵੀ ਜਿਹੜੀਆਂ ਕੁਛ ਚੀਜ਼ਾਂ ਜਦੋਂ ਅਸੀਂ ਖਾਂਦੇ ਹੈਗੇ ਹਾਂ ਉਹ ਸਾਡੀ ਬੋਡੀ 'ਤੇ ਉਹਦਾ ਕਾਫੀ ਬੈਡ ਇਫੈਕਟ ਪੈ ਸਕਦਾ। ਅਤੇ ਉਸ ਜਿਹੜਾ ਬੰਦਾ ਖਾਂਦਾ ਹੈਗਾ ਉਹਨੂੰ ਪਤਾ ਲੱਗਦਾ। ਕਈ ਜਿੱਦਾਂ ਬੱਚੇ ਵੀ ਹੈਗੇ ਸਕੂਲਾਂ ਵਿੱਚ ਜਾਂ ਘਰ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਨਟਸ ਖਾਣ ਦੇ ਨਾਲ ਉਹਨਾਂ ਨੂੰ ਕਿਸੇ ਨਾ ਕਿਸ ਤਰ੍ਹਾਂ ਦੀ ਕੋਈ ਸਕਿਨ ਪ੍ਰੋਬਲਮ ਜਾਣੀ ਕਿ ਹੋ ਜਾਂਦੀ ਹੈ, ਜਾਂ ਕਿ ਕਿਸੇ ਨੂੰ ਦੁੱਧ ਦੀ ਹੋ ਸਕਦੀ ਹੈ, ਕਿਸੇ ਨੂੰ ਚੀਜ਼ ਦੀ ਹੋ ਸਕਦੀ ਹੈ, ਕਿਸੇ ਨੂੰ ਜਾਣੀ ਕਿ ਈਵਨ ਜਿਹੜਾ ਸਵਿਮਿੰਗ ਲਈ ਕੋਈ ਜਾ ਰਿਹਾ ਹੈਗਾ ਕਲੋਰੀਨ ਦੀ ਜਿਹੜੀ ਹੈਗੀ ਆ ਉਹਨੂੰ ਜਾਣੀ ਕਿ ਹੋ ਸਕਦੀ ਹੈ। ਸੋ ਦੇਰ ਆਰ ਨੰਬਰ ਆਫ ਅਲਰਜੀਜ਼ ਆਈ ਕੈਨ ਟਾਕ ਅਬਾਊਟ। ਪਰ ਜਾਣੀ ਕਿ ਜਿਹੜੀਆਂ ਮੇਨ ਜਿਹੜੀਆਂ ਆਮ ਕਰਕੇ ਅਸੀਂ ਸਕੂਲਾਂ ਵਿੱਚ ਵੀ ਦੇਖਦੇ ਹਾਂ ਅਤੇ ਘਰਾਂ ਵਿੱਚ ਵੀ ਦੇਖਦੇ ਹੈਗੇ ਹਾਂ, ਖਾਸ ਕਰਕੇ ਬੱਚੇ ਨੂੰ ਜਦੋਂ ਕੋਈ ਚਾਕਲੇਟ ਵਗੈਰਾ ਵੀ ਦੇਣਾ ਹੈਗਾ ਮਤਲਬ ਵੀ ਇਹਦੇ ਵਿੱਚ ਕੋਈ ਜਿਹੜਾ ਨਟਸ ਤਾਂ ਨਹੀਂ ਹੈਗੇ। ਅਤੇ ਜਿਹੜੇ ਸਾਡੇ ਫੂਡ ਵੀ ਹੁੰਦੇ ਉਹਨਾਂ 'ਤੇ ਵੀ ਕਈ ਵਾਰ ਲਿਖਿਆ ਹੁੰਦਾ ਲੈ ਵੀ ਦਿਸ ਕੁਡ ਬੀ ਅਲਰਜਿਕ ਟੂ ਸੱਚ ਐਂਡ ਸੱਚ ਪਰਸਨ। ਕਿਉਂਕਿ ਸਾਡੀ ਬੋਡੀ ਦੇ ਜਿਹੜੀ ਕੈਮੀਕਲਸ ਹੈਗੇ ਆ ਦੇ ਰਿਐਕਟ ਟੂ ਡਿਫਰੈਂਟ ਕੈਮੀਕਲਸ। ਸਾਰੇ ਯਾਨੀ ਕਿਹੜਾ ਅਸੀਂ ਫੂਡ ਖਾਂਦੇ ਹਾਂ ਉਹਦੇ ਵਿੱਚ ਵੀ ਕੈਮੀਕਲਸ ਹੁੰਦੇ ਹੈਗੇ। ਬੋਡੀ ਇਜ਼ ਮੇਡ ਆਫ ਕੈਮੀਕਲਸ। ਸੋ ਮੈਂ ਸਮਝਦਾ ਲੈ ਵੀ ਇਸ ਚੀਜ਼ ਦਾ ਜਿਹੜਾ ਹੈਗਾ ਜਦੋਂ ਤੁਸੀਂ ਬੱਚੇ 'ਤੇ ਖਾਸ ਕਰਕੇ ਜਦੋਂ ਸਕੂਲ ਵਿੱਚ ਜਾਂਦਾ ਹੈਗਾ ਉਹਦਾ ਕਿ ਜ਼ਰੂਰੀ ਖਿਆਲ ਰੱਖਣਾ ਚਾਹੀਦਾ ਵੀ ਉਹ ਟੀਚਰਸ ਨੂੰ ਵੀ ਦੱਸਣਾ ਚਾਹੀਦਾ ਵੀ ਇਹ ਫੂਡ ਇਹਨੂੰ ਬਿਲਕੁਲ ਨਾ ਦਿੱਤਾ ਜਾਵੇ। ਦੈਟ ਕੈਨ ਕੋਜ਼ ਹਿਮ ਵੈਰੀ ਸੀਵੀਅਰ ਹੈਲਥ ਪ੍ਰੋਬਲਮਸ। ਅਤੇ ਇਸੇ ਤਰ੍ਹਾਂ ਹੀ ਜਾਣੀ ਕਿ ਮੈਨੂੰ ਯਾਦ ਹੈ ਕੁਛ ਬੱਚਿਆਂ ਨੂੰ ਜਾਣ ਕੇ ਮੈਂ ਜਾਣਦਾ ਜਦੋਂ ਉਹਨਾਂ ਨੂੰ ਸਵਿਮਿੰਗ ਲਈ ਲੈ ਕੇ ਜਾਂਦੇ ਸੀ ਅਤੇ ਉਹਨਾਂ ਦੇ ਬਹੁਤ ਬੁਰੀ ਤਰ੍ਹਾਂ ਰੈਸ਼ ਜਾਣੀ ਕਿ ਹੋਏ ਸੀ ਬੋਡੀ 'ਤੇ। ਸੋ ਇਹ ਵੀ ਜਾਣੀ ਕਿਹੜਾ ਹੈਗਾ ਉਹਨਾਂ ਨੂੰ ਦੱਸਣਾ ਪੈਂਦਾ ਟੀਚਰਸ ਨੂੰ ਵੀ ਇਹਨੂੰ ਸਵਿਮਿੰਗ ਲਈ ਨਾ ਲੈ ਕੇ ਜਾਓ ਕਿਉਂਕਿ ਪਾਣੀ ਦੇ ਵਿੱਚ ਜਿਹੜੀ ਹੈ ਕਲੋਰੀਨ ਹੁੰਦੀ ਹੈ। ਸੋ ਆਈ ਕੈਨ ਟਾਕ ਅਬਾਊਟ ਸੋ ਮੈਨੀ ਅਦਰ ਥਿੰਗਸ। ਮੈਂ ਜਾਣੀ ਕਿ ਕੁਛ ਬੰਦਿਆਂ ਨੂੰ ਜਾਣਦਾ ਜਿਹਨਾਂ ਨੂੰ ਦੁੱਧ ਪੀਣ ਦੇ ਨਾਲ ਜਿਹੜੀ ਹੈਗੀ ਆ ਉਲਟੀ ਆ ਜਾਂਦੀ ਹੈ। ਅਤੇ ਕੁਛ ਲੋਕਾਂ ਦੀ ਵੀ ਐਲਰਜੀ ਹੁੰਦੀ ਹੈ। ਅੱਜ ਕੱਲ੍ਹ ਲੋਕਾਂ ਦੀ ਆਈ ਥਿੰਕ ਐਲਰਜੀ ਜ਼ਿਆਦਾ ਹੁੰਦੀ ਹੈ ਫੂਡ ਐਲਰਜੀ। ਪਰ ਆਪਾਂ ਸਟਾਰਟ ਕਰਾਂਗੇ ਵੀ ਐਲਰਜੀ ਸਿੰਪਟਮ ਦੇ ਕੀ ਹੁੰਦੇ ਆ, ਉਹਨਾਂ ਦੀ ਨਿਸ਼ਾਨੀਆਂ ਕੀ ਹੁੰਦੀ ਹੈ ਕਿਸੇ ਵੀ ਤਰੀਕੇ ਦੀ। ਨਾਟ ਹਿਊਮਨ ਐਲਰਜੀ ਬਟ ਜਿੱਦਾਂ ਆਪਣੇ ਨੋਰਮਲ ਫੂਡ ਤੋਂ ਜਿਨ੍ਹਾਂ ਨੂੰ ਐਲਰਜੀ ਹੁੰਦੀ ਹੈ। ਜ਼ਿਆਦਾਤਰ ਤੁਹਾਡੇ ਵੇਖਣ 'ਚ ਕਿਹੜੇ ਫੂਡ ਆਇਆ ਜਿਨ੍ਹਾਂ ਤੋਂ ਐਲਰਜੀ ਜ਼ਿਆਦਾ ਹੁੰਦੀ ਹੈ, ਜਾਂ ਫਿਰ ਕੋਈ ਵੀ ਇਹੋ ਜਿਹੀ ਐਲਰਜੀ ਉਹਦੇ ਸਿੰਪਟਮਸ ਕੀ ਹੁੰਦੀਆਂ, ਨਿਸ਼ਾਨੀਆਂ ਕੀ? ਜਿਸ ਤਰ੍ਹਾਂ ਮੈਂ ਬਲੂ ਜੀ ਇਹ ਗੱਲ ਕੀਤੀ ਹੈ ਵੀ ਇੱਕ ਤਾਂ ਜਿਸ ਤਰ੍ਹਾਂ ਕਲੋਰੀਨ ਦੀ ਪਾਣੀ ਦੀ ਗੱਲ ਜਾਣੀ ਕਿਹੜੀ ਹਾਂਜੀ, ਜੇ ਤੁਸੀਂ ਜਾਣੀ ਕਿ ਉਹਦੇ ਵਿੱਚ ਸਵਿਮਿੰਗ ਲਈ ਜਾ ਰਹੇ ਹੈਗੇ ਆ ਅਤੇ ਤੁਹਾਡੀ ਬੋਡੀ 'ਤੇ ਜਿਹੜੇ ਰੈਸ਼ਜ਼ ਜਾਣੀ ਕਿ ਆ ਸਕਦੇ ਹੈਗੇ ਆ। ਹਾਂਜੀ। ਅਤੇ ਜੇ ਤੁਸੀਂ ਜਾਣੀ ਕਿ ਨਟਸ ਵਗੈਰਾ ਫਾਰ ਐਗਜ਼ਾਮਪਲ ਖਾਂਦੇ ਹੈਗੇ ਆ ਫਿਰ ਵੀ ਜਿਹੜਾ ਹੈਗਾ ਤੁਹਾਨੂੰ ਜਿਹੜਾ ਸਾਹ ਵੀ ਜਾਣੀ ਕਿ ਸਾਹ 'ਤੇ ਇਫੈਕਟ ਪੈ ਸਕਦਾ ਹੈਗਾ, ਤੁਹਾਡੀ ਸਕਿਨ 'ਤੇ ਜਾਣੀ ਕਿ ਉਹਦਾ ਜਾਣੀ ਕਿ ਅਸਰ ਪੈ ਸਕਦਾ ਹੈਗਾ। ਐਂਡ ਦੈਟ ਕੈਨ ਕੋਜ਼ ਈਵਨ ਟੂ ਸਮ ਕੇਸਿਸ ਵੈਰੀ ਸੀਰੀਅਸ ਜਾਣੀ ਕਿ ਉਹਨਾਂ ਨੂੰ ਜਿਹੜੀ ਹੈਗੀ ਸਾਹ ਦੀ ਪ੍ਰੋਬਲਮ ਜਾਣੀ ਕਿ ਹੋ ਸਕਦੀ ਹੈ। ਸੋ ਕੁਛ ਜਾਣੀ ਕਿ ਲੋਕਾਂ ਨੂੰ ਜਿੱਦਾਂ ਈਵਨ ਜਿਹੜਾ ਜੇ ਘਰ ਵਿੱਚ ਜਾਣੀ ਕਿ ਕੋਈ ਸਮੋਕ ਕਰਦਾ ਹੈਗਾ ਉਹਦੀ ਜਾਣੀ ਕਿ ਐਲਰਜੀ ਵੀ ਹੈ, ਜਾਂ ਜਾਣੀ ਕਿ ਕੋਈ ਪੈਟ ਰੱਖਿਆ ਹੈਗਾ ਉਹਦੀ ਐਲਰਜੀ ਵੀ ਜਾਣੀ ਕਿ ਕਈ ਲੋਕਾਂ ਨੂੰ ਜਾਣੀ ਕਿ ਹੁੰਦੀ, ਉਹਨਾਂ ਨੂੰ ਸਾਹ ਜਾਣੀ ਕਿ ਮੁਸ਼ਕਿਲ ਆਉਣ ਲੱਗ ਪੈਂਦਾ ਹੈਗਾ। ਐਂਡ ਦੇ ਟਰਾਈ ਟੂ ਫਾਈਂਡ ਆਊਟ ਵੀ ਇੱਥੇ ਤੁਸੀਂ ਘਰ ਵਿੱਚ ਕੋਈ ਪੈਟ ਤਾਂ ਰੱਖਿਆ ਹੈਗਾ ਦੇ ਕੈਨ ਬਿਕੋਜ਼ ਦੇ ਬਿਕਮ ਵੈਰੀ ਸੈਂਸਿਟਿਵ ਟੂ ਦੋਜ਼ ਜਿਹੜੇ ਹੈਗੇ ਪੈਟਸ ਨੂੰ। ਸੋ ਇਸ ਕਰਕੇ ਮੈਂ ਸਮਝਦਾ ਵੀ ਜਿਹੜੀਆਂ ਨਿਸ਼ਾਨੀਆਂ ਹੈਗੀਆਂ ਜਦੋਂ ਉਹਦੀ ਬੋਡੀ ਅਬਨੋਰਮਲ ਫੰਕਸ਼ਨ ਕਰਨ ਲੱਗ ਪਏ, ਜਿਹੜੀ ਨੋਰਮਲ ਬੋਡੀ ਹੈ ਜਦੋਂ ਅਬਨੋਰਮਲ ਫੰਕਸ਼ਨ ਕਰਨ ਲੱਗ ਪਏ ਇਟ ਮੀਨਸ
देयर इज़ समथिंग रॉन्ग इन द एनवायरनमेंट। जिद्दां समोक वगैरह जे बहुत सारा कोई है किसी पासे, वो भी कई बंदे नहीं सहा सकते। ईवन पैट्रोल भी, ईवन जानि कि आई नो माई मम ਜਦੋਂ ਕਿਤੇ ਉਹ ਕਾਰ ਵਿੱਚ ਜਾਣੀ ਕਿ ਜਾਂ ਬੱਸ ਵਿੱਚ ਬੈਠਦੇ ਸੀ ਕਿ ਉਹਨਾਂ ਦਾ ਜਿਹੜੀ ਤਬੀਅਤ ਬਹੁਤ ਖਰਾਬ ਹੋ ਜਾਂਦੀ ਹੁੰਦੀ ਸੀ। ਸੋ ਈਵਨ ਟੂ ਸਮ ਪੀਪਲ ਈਵਨ ਦ ਪੈਟਰੋਲ ਦੈਟ ਕੈਨ ਬੀ ਐਲਰਜਿਕ। ਹਾਂਜੀ, ਸਹੀ ਗੱਲ ਹੈ ਡਾਕਟਰ ਸਾਹਿਬ, ਜਿੱਦਾਂ ਕਿ ਡਸਟ ਵਗੈਰਾ ਵੀ ਕਹਿ ਲਓ, ਅਗਰ ਆਪਾਂ ਜਦੋਂ ਆਉਂਦੇ ਹਾਂ ਕਿ ਕਈ ਹਵਾ ਇਹੋ ਜਿਹੀ ਹੁੰਦੀ ਹੈ ਜਾਂ ਪਰਫਿਊਮ ਵਗੈਰਾ ਵੀ ਕਈਆਂ ਨੂੰ ਐਲਰਜੀ ਕਰ ਸਕਦੇ ਹੈ। ਸੋ ਡਿਫਰੈਂਟ ਟਾਈਪ ਦੀ ਹੈ। ਜਿਹੜੀ ਸੌਰੀ ਮੈਂ ਵਿੱਚੋਂ ਕੱਟ ਕਰਾਂ, ਜਿਹੜੀ ਹਿਊਮਨ ਬੀਇੰਗਸ ਦੀ ਤੁਸੀਂ ਗੱਲ ਕਰਦੇ ਜੇ ਕਿਸੇ ਪਰਫਿਊਮ ਜ਼ਿਆਦਾ ਲਾਇਆ ਹੋਵੇ ਤੇ ਛਿੱਕਾਂ ਮਾਰਨੀਆਂ, ਸਨੀਜ਼ਿੰਗ ਯਾਨੀ ਕਿ ਜਿਹੜੀ ਛਿੱਕਾਂ ਆਉਂਦੀਆਂ ਹੈਗੀਆਂ, ਹਾਂਜੀ, ਤੇ ਜਿਹੜਾ ਹੈਗਾ ਉਹਨੂੰ ਖੰਘ ਵਗੈਰਾ ਵੀ ਹੋ ਸਕਦੀ ਹੈ। ਸੋ ਪਾਰਟ ਆਫ ਸਾਡੀ ਬਾਡੀ ਡਾਕਟਰ ਸਾਹਿਬ ਸਾਨੂੰ ਦੱਸਦੀ ਹੈ ਕਿ ਸਾਨੂੰ ਕਿਸੇ ਚੀਜ਼ ਤੋਂ ਐਲਰਜੀ ਹੈ, ਸਪੈਸ਼ਲੀ ਹੁਣ ਜਿੱਦਾਂ ਆਪਾਂ ਪਰਫਿਊਮ ਦੀ ਗੱਲ ਕਰ ਰਹੇ ਹਾਂ, ਜਾਂ ਜਦੋਂ ਅਸੀਂ ਸਰਟਨ ਫੂਡ ਕਹਿ ਲਓ ਵੀ ਕਈ ਵਾਰੀ ਹੁੰਦੇ ਪੀਨਟਸ ਵਗੈਰਾ ਤੋਂ ਬੱਚਿਆਂ ਨੂੰ ਵੇਖਣ ਦੇ ਵਿੱਚ ਆਇਆ ਕਿ ਕਾਫੀ ਜ਼ਿਆਦਾ ਐਲਰਜੀ ਉਹਦੇ ਤੋਂ ਹੋ ਜਾਂਦੀ ਹੈ। ਕਈਆਂ ਦੀ ਜਿਹੜੀ ਸਵੋਲਨ ਅਪ ਨੈਕ ਹੋ ਜਾਂਦਾ ਹੈ, ਬੋਲ ਨਹੀਂ ਸਕਦੇ, ਐਂਡ ਬਰੀਦਿੰਗ ਜਿਹੜਾ ਉਹਨਾਂ ਦੀ ਹੈ, ਲੰਗਸ ਵਗੈਰਾ ਸਵੋਲਨ ਅਪ ਹੋ ਕੇ ਉਹ ਬਰੀਦਿੰਗ ਉਹਨਾਂ ਦੀ ਰੁਕ ਵੀ ਜਾਂਦੀ ਹੈ। ਇਚਿੰਗ ਆਈਜ਼ ਹੋ ਗਈ, ਰਨੀ ਨੋਜ਼, ਬਿਲਕੁਲ ਹਾਂ, ਇਹ ਜਾਨ ਕਿ ਮੈਂ ਯਾਦ ਭੁੱਲ ਗਿਆ ਚੰਗਾ ਕੀਤਾ ਤੁਸੀਂ। ਸੋ ਉਹਦੇ ਵਿੱਚ ਹੱਥ ਪੈਰ ਵੀ ਕਈਆਂ ਦੇ ਸੋਜਸ ਦੇ ਨਾਲ ਹੋ ਜਾਂਦੇ ਨੇ। ਸੋ ਅਲੱਗ-ਅਲੱਗ ਤਰੀਕੇ ਦੀ ਐਲਰਜੀ ਦੇ ਰਿਐਕਸ਼ਨ ਵੀ ਅਲੱਗ-ਅਲੱਗ ਹੁੰਦੇ, ਪਰ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਚੀਜ਼ ਅਸੀਂ ਖਾਧੀ ਹੈ ਜਾਂ ਅਸੀਂ ਇਹਨੂੰ ਯੂਜ਼ ਕੀਤਾ ਹੈ, ਕਿਉਂਕਿ ਕਈ ਵਾਰੀ ਗਲਵਸ ਜਿਹੜੇ ਹੁੰਦੇ ਆ ਆਪਾਂ ਯੂਜ਼ ਕਰਦੇ ਕਿਚਨ ਦੇ ਵਿੱਚ ਵੀ, ਜਾਂ ਉੱਦਾਂ ਮੈਡੀਕਲ ਜਿਹੜੇ ਗਲਵਸ ਹੁੰਦੇ ਉਹ ਵੀ ਯੂਜ਼ ਕਰੀਏ ਤੇ ਉਹਨਾਂ ਦੇ ਵਿੱਚ ਵੀ ਐਲਰਜੀ ਹੁੰਦੀ ਹੈ। ਹਾਂ, ਪਲਾਸਟਿਕ ਨਾਲ ਵੀ ਹੋ ਸਕਦੀ ਹੈ ਕਿਸੇ ਨੂੰ। ਈਵਨ ਜਾਨ ਕਿ ਇਹਦੇ ਨਾਲ ਹੀ ਜਾਨ ਕਿ ਮੈਂ ਇੱਕ ਹੋਰ ਵੀ ਗੱਲ ਕਰ ਦੇਵਾਂ ਜਿਹੜੀ ਕਿ ਆਪਣੇ ਸਾਰਿਆਂ ਨੂੰ ਐਪਲੀਕੇਬਲ ਹੈ ਇਸ ਮੁਲਕ ਦੇ ਵਿੱਚ। ਈਵਨ ਠੰਡ ਦੇ ਨਾਲ ਵੀ, ਜੇ ਤੁਸੀਂ ਬਹੁਤ ਠੰਡੇ ਜਾਣੀ ਕਿ ਬਾਹਰ ਕਿਤੇ ਜਿੱਥੇ ਤੁਹਾਡੇ ਕੱਪੜੇ ਪੂਰੇ ਪ੍ਰੋਪਰ ਨਹੀਂ ਪਾਏ ਹੈਗੇ, ਗਲਵਜ਼ ਵਗੈਰਾ ਨਹੀਂ ਪਾਏ ਹੈਗੇ, ਅਤੇ ਤੁਹਾਡੇ ਜਾਣੀ ਕਿ ਹੱਥ ਇੱਦਾਂ ਮੁੜਨ ਲੱਗ ਪੈਂਦੇ ਹੈ। ਈਵਨ ਜਾਣੀ ਕਿ ਉਂਗਲਾਂ ਜਿਹੜੀਆਂ ਹੈਗੀਆਂ ਇੱਦਾਂ ਮੁੜ ਜਾਂਦੀਆਂ ਹੈਗੀਆਂ। ਐਂਡ ਦੈਟ ਹੈਪਨਸ ਟੂ ਮੀ ਸਮਟਾਈਮਸ, ਜਦੋਂ ਸਟਿਫ ਹੋ ਜਾਂਦੀਆਂ ਹੈਗੀਆਂ। ਅਤੇ ਮੈਂ ਜਾਣੀ ਕਿ ਜਿਹੜਾ ਹੈਗਾ ਮੇਰੇ ਨਾਲ ਵੀ ਕਈ ਵਾਰੀ ਇੱਦਾਂ ਹੋਇਆ ਹੈਗਾ। ਅਤੇ ਜਦੋਂ ਫਿਰ ਮੈਂ ਹੀਟਿੰਗ ਔਨ ਕਰਕੇ ਉਹਦੀ ਕਾਰ ਦੀ, ਅਤੇ ਉੱਤੇ ਜਾਣੀ ਕਿ ਕਾਫੀ ਦੇਰ 5-7 ਮਿੰਟ ਜਾਣੀ ਜਿਹੜਾ ਹੈਗਾ ਉਹਨਾਂ ਨੂੰ ਵਾਰਮ ਅਪ ਕਰਦਾ, ਐਂਡ ਦੈਨ ਦੇ ਬਿਕਮ ਨੋਰਮਲ, ਜਾਣੀ ਕਿ ਜਾਣਾ ਜੀ ਮਸਾਜ ਵਗੈਰਾ ਕਰਦਾ ਹੈਗਾ। ਸੋ ਆਈ ਥਿੰਕ ਦੈਟਸ ਆਲਸੋ ਕੋਲਡ ਕੈਨ ਬੀ ਵੈਰੀ ਐਲਰਜਿਕ। ਐਲਰਜੀਜ਼ ਬਿਕੋਜ਼ ਕਈ ਵਾਰੀ ਅਸੀਂ ਸੋਚਦੇ ਵੀ ਠੰਡ ਹੈਗੀ ਹੈ ਅਤੇ ਉੱਦਾਂ ਹੀ ਹੱਥ ਪੈਰ ਸਾਡੇ ਠੁਠੁਰ ਰਹੇ ਨੇ ਜਾਂ ਉਹਦੇ ਕਰਕੇ, ਬਟ ਇਟਸ ਐਲਰਜੀ। ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਾ ਵੀ ਠੰਡ ਦੇ ਨਾਲ ਵੀ ਐਲਰਜੀ। ਬਿਲਕੁਲ, ਨਾਲ ਇਹ ਤੋਂ ਬਿਨਾਂ ਕਿਹੜੀਆਂ ਜਰਾਬਾਂ ਜਦੋਂ ਪੈਰਾਂ 'ਚ ਪਾਈਆਂ ਹੋਣ, ਜਾਣੀ ਕਿ ਮੋਸਟਲੀ ਜਿਹੜੀ ਸਾਡੀ ਮੋਰ ਦੈਨ 20% ਜਿਹੜੀ ਸਾਡੀ 25% ਕਹਿੰਦੇ ਹੈਗੇ ਆ ਜਿਹੜੀ ਹੀਟ ਹੈਗੀ ਆ, ਉਹ ਸਾਡੇ ਸਿਰ 'ਚੋਂ ਜਾਣੀ ਕਿ ਬਾਹਰ ਜਾਂਦੀ ਹੈ। ਸੋ ਇਸ ਕਰਕੇ ਸਿਰ ਨੂੰ ਜਾਣੀ ਕਿ ਜਿਹੜਾ ਢੱਕਣਾ ਹੈਗਾ ਬਹੁਤ ਜ਼ਰੂਰੀ ਹੈ, ਅਤੇ ਪੈਰਾਂ ਨੂੰ ਵੀ ਜਿਹੜਾ ਹੈਗਾ ਢੱਕਣਾ ਬਹੁਤ ਜ਼ਰੂਰੀ ਹੈ। ਜਾਣੀ ਕਿ ਜਰਾਬਾਂ ਵਗੈਰਾ ਜੇ ਪਾਈਆਂ ਹੋਣ ਤਾਂ ਵੀ ਕੈਨ ਕੰਜ਼ਰਵ ਦੈਟ ਹੀਟ ਵਿਚ ਇਜ਼ ਵੈਰੀ ਇੰਪੋਰਟੈਂਟ ਫਾਰ ਆਵਰ ਬੋਡੀ, ਕਿਉਂਕਿ ਬੋਡੀ ਦਾ ਟੈਂਪਰੇਚਰ ਜਿਹੜਾ ਹੈਗਾ ਸ਼ੁੱਡ ਬੀ 37। ਸੋ ਦੈਟ ਇਜ਼ ਵੈਰੀ ਇੰਪੋਰਟੈਂਟ। ਸੋ ਐਲਰਜੀ ਜਿਹੜੇ ਸਿੰਪਟਮਸ ਨੇ ਅਲੱਗ-ਅਲੱਗ ਤਰੀਕੇ ਦੇ ਨਾਲ, ਛੋਟੇ ਬੱਚੇ ਨੂੰ ਜਿਹੜੇ ਸਿੰਪਟਮਸ ਨੇ ਉਹ ਸਾਨੂੰ ਆਪ ਨਿਗਾਹ ਰੱਖਣੀ ਪੈਂਦੀ ਹੈ, ਕਿਉਂਕਿ ਕਈ ਵਾਰੀ ਜ਼ਿਆਦਾਤਰ ਦੇਖਣ ਦੇ ਵਿੱਚ ਆਇਆ ਛੋਟੇ ਬੱਚੇ ਨੂੰ ਦੁੱਧ ਤੋਂ ਜ਼ਿਆਦਾ ਐਲਰਜੀ ਹੁੰਦੀ ਹੈ ਜਾਂ ਸਰਟਨ ਫੂਡ ਚੀਜ਼ ਤੋਂ ਹੋ ਸਕਦੀ ਹੈ। ਹਾਂਜੀ, ਮਿਲਕ ਪ੍ਰੋਡਕਟਸ, ਮਿਲਕ ਪ੍ਰੋਡਕਟਸ ਜਾਣੀ ਕਿ ਜਾਂ ਜਿਹੜਾ ਹੈਗਾ ਈਵਨ ਕੋਈ ਬਰਫੀ ਵਗੈਰਾ ਖਾਂਦਾ ਹੈਗਾ, ਉਹਨਾਂ ਵੀ ਜਾਣੀ ਕਿ ਕੋਈ ਵੀ ਮਾੜੀ ਹੋਣੀ ਅਤੇ ਉਹਨੂੰ ਉਲਟੀ ਆ ਜਾਂਦੀ ਹੈ। ਨਾਲ ਹੀ ਜਾਣੀ ਕਿ ਮੈਂ ਕਹਿੰਦਾ ਕੁਛ ਕੱਪੜਿਆਂ ਤੋਂ ਵੀ ਜਿਹੜੇ ਹੈਗੇ ਆ ਕੁਛ ਲੋਕਾਂ ਨੂੰ ਐਲਰਜੀ ਜਾਣੀ ਕਿ ਹੋ ਸਕਦੀ, ਕੋਈ ਸਰਟਨ ਕੱਪੜਾ ਜਾਣੀ ਕਿ ਉਹਨੇ ਪਾਇਆ ਹੈਗਾ ਅਤੇ ਉਹਦੀ ਬੋਡੀ 'ਤੇ ਰਿਐਕਸ਼ਨ ਕਿ ਆਉਂਦੀ ਹੈ। ਇਸੇ ਕਰਕੇ ਕਹਿੰਦੇ ਲਈ ਜਿਹੜੇ ਕਾਟਨ ਹੈਗੀ ਆ ਦੈਟਸ ਦ ਮੋਸਟ ਸੂਟੇਬਲ ਜਿਹੜਾ ਹੈਗਾ ਕਲੋਥ ਹੈਗਾ ਸਾਡੇ ਲਈ, ਅਤੇ ਇਸੇ ਕਰਕੇ ਜਿਹੜੇ ਅਸੀਂ ਸੂਤੀ ਕੱਪੜੇ ਜਾਣੀ ਕਿ ਪਹਿਨਦੇ ਹੈਗੇ। ਅਤੇ ਮੈਂ ਇੱਕ ਦੋਸਤ ਨੂੰ ਆਪਣੇ ਜਾਣਦਾ ਹੈਗਾ ਜਿਹਨੂੰ ਈਵਨ ਕਣਕ ਤੋਂ ਐਲਰਜੀ ਹੈ, ਉਹਨੂੰ ਹੀ ਕਾਂਟ ਈਵਨ ਈਟ ਵੀਟ। ਵੀਟ ਤੋਂ ਕਾਫੀ ਲੋਕਾਂ ਨੂੰ ਆਈ ਥਿੰਕ ਰੀਸੈਂਟਲੀ ਰਿਸਰਚ ਵੀ ਦੱਸ ਰਿਹਾ ਕਿ ਆਇਦਾ ਤਾਂ ਲੋਕਾਂ ਨੂੰ ਪਤਾ ਲੱਗਣਾ ਚਾਲੂ ਹੋ ਗਿਆ ਵੀ ਵੀਟ ਤੋਂ ਐਲਰਜੀ ਹੋ ਰਹੀ ਹੈ। ਤਾਂ ਵੀ ਤੁਸੀਂ ਦੇਖਣਾ ਬਲਵੀਰ ਜੀ, ਯਾਨੀ ਕਿ ਆਮ ਹੀ ਜਿਹੜੇ ਵੱਡੇ ਸਟੋਰਸ ਹੈਗੇ ਉੱਥੇ ਗਲੂਟਨ ਫ੍ਰੀ ਯਾਨੀ ਕਿ ਜਿਹੜਾ ਫੂਡ ਮਿਲਦਾ ਹੈਗਾ। ਇਸੇ ਕਰਕੇ ਗਲੂਟਨ ਫ੍ਰੀ ਉਹ ਕਈਆਂ ਨੂੰ, ਕਿਉਂਕਿ ਵੀਟ ਵਿੱਚ ਗਲੂਟਨ ਹੁੰਦਾ ਹੈਗਾ, ਅਤੇ ਉਹ ਇਸੇ ਕਰਕੇ ਗਲੂਟਨ ਫ੍ਰੀ ਜਿਹੜਾ ਹੈਗਾ ਫੂਡ ਖਾਂਦੇ ਆ। ਅਤੇ ਉਹ ਮੇਰਾ ਦੋਸਤ ਯਾਨੀ ਜਿਹੜਾ ਹੈਗਾ ਉਹ ਮੈਂ ਹੈਰਾਨ ਹੋਇਆ ਲੈ ਵੀ ਉਹਨੇ ਜਦੋਂ ਮੈਂ ਦੱਸਿਆ, ਕਹਿੰਦੇ ਲੈ ਵੀ ਹੀ ਡਜ਼ਨਟ ਈਟ ਆਵਰ ਨੋਰਮਲ ਫੂਡ ਐਟ ਹੋਲ, ਅਤੇ ਉਹਨੂੰ ਸਪੈਸ਼ਲੀ ਜਿਹੜਾ ਹੈਗਾ ਕੈਮਿਸਟ ਤੋਂ ਜਿਹੜਾ ਹੈਗਾ ਉਹ ਫੂਡ ਆਪਣਾ ਉਹਨੂੰ ਲੈਣਾ ਪੈਂਦਾ, ਜਿਹੜਾ ਕਿ ਸਪੈਸ਼ਲਾਈਜ਼ਡ ਹੈਗਾ ਉਹਦੀ ਸਟੋਮਕ ਦੇ ਲਈ। ਅਤੇ ਅਦਰਵਾਈਜ਼ ਜਿਹੜੀਆਂ ਸਟੋਮਕ ਦੀ ਇਨਰ ਲਾਈਨਿੰਗ ਹੈਗੀਆਂ ਉਹਨਾਂ 'ਤੇ ਵੀ ਜ਼ਖਮ ਜਾਣੀ ਕਿ ਹੋ ਜਾਂਦੇ ਹੈ। ਹਾਂਜੀ, ਉਹ ਪਤਲੀ ਹੋ ਜਾਂਦੀ ਹੈ। ਹਾਂਜੀ, ਹੋਰ ਹੁਣ ਆਪਾਂ ਚੱਲਾਂਗੇ ਡਾਕਟਰ ਸਾਹਿਬ ਕਿ ਡਾਇਗਨੋਸ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈਗਾ, ਕਿਸੇ ਨੂੰ ਐਲਰਜੀ ਹੋਏ ਅਤੇ ਕੀ ਤਰੀਕੇ ਨੇ ਜਿਨ੍ਹਾਂ ਦੇ ਨਾਲ ਐਲਰਜੀ ਨੂੰ ਡਾਇਗਨੋਸ ਕਰਕੇ ਫਿਰ ਉਹਦੇ ਤੋਂ ਟਰੀਟਮੈਂਟ ਅਸੀਂ ਲੈ ਸਕਦੇ ਹੈਗੇ ਹਾਂ। ਦੇਖੋ ਜਾਣੀ ਕਿ ਜਦੋਂ ਤੁਹਾਨੂੰ ਇੱਦਾਂ ਦੀ ਕੋਈ ਜਿਹੜੇ ਸਿੰਪਟਮਸ ਜਦੋਂ ਤੁਹਾਨੂੰ ਪਤਾ ਲੱਗਦਾ ਹੈਗਾ, ਅਤੇ ਆਪਾਂ ਇਸ ਮੁਲਕ ਵਿੱਚ ਰਹਿੰਦੇ ਜਿੱਥੇ ਕਿ ਸਾਨੂੰ ਨੈਸ਼ਨਲ ਹੈਲਥ ਸਰਵਿਸ ਹੈ, ਉਸ ਟਾਈਮ 'ਤੇ ਇਮੀਡੀਏਟਲੀ ਜਿਹੜਾ ਹੈਗਾ ਆਪਣੇ ਡਾਕਟਰ ਨਾਲ ਕੰਟੈਕਟ ਕਰਨਾ ਚਾਹੀਦਾ, ਐਂਡ ਡਾਕਟਰ ਕੈਨ ਮੇਕ ਦ ਨੈਸਸਰੀ ਕੰਟੈਕਟਸ। ਅਤੇ ਜਿਹੜਾ ਤੁਸੀਂ ਇੱਕ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਦੂਸਰਾ ਕਿ ਜਿਹੜਾ ਆਪਾਂ ਦੇਸੀ ਤਰੀਕਾ ਕਿ ਮੈਂ ਉਹ ਵੀ ਤੁਹਾਨੂੰ ਦੱਸਦਾ ਹੈਗਾ, ਜਦੋਂ ਤੁਹਾਨੂੰ ਇਹ ਲੱਗਦਾ ਹੈਗਾ ਕਈ ਲੋਕਾਂ ਨੂੰ ਈਵਨ ਚਾਵਲ ਖਾਣ ਨਾਲ ਜਿਹੜਾ ਹੈਗਾ ਕਈ ਐਲਰਜੀ ਯਾਨੀ ਕਿ ਕਈਆਂ ਨੂੰ ਹੋ ਜਾਂਦੀ ਹੈਗੀ ਆ,
तो जानी कि जो जिस तरह दसिया भी चीज़ यानी कि खाने नाल भी कई एलर्जी होती है, यानी कि हैम खाने नाल भी कई एलर्जी होती है। जो तुहानूं लगता है जां तुसीं अपने आप जो तुसीं घर विच इहनूं यूज़ करना है अपने बच्चे लई यानी कि जां अपने लई जे तुसीं उहनूं चीज़ देने हैगे तो उहनूं चीज़ नूं हटा के देखो एंड दैन यू सी भी उहदे ते किहो जिहा रिएक्शन हुंदा हैगा। एंड जान कि जां चावल है यानी कि जां मिल्क हैगा ये तो तुहाडा अपना देसी हैगा एंड दैन यू कैन कट आउट यानी कि भी हाँ ये करके जिहड़ा हैगा इहनूं एलर्जी हुंदी हैगी है। तो नहीं तो अदरवाइज आई थिंक यू शुड गो मस्ट गो टू द डॉक्टर्स। So I will rather say the two things go together because at the end of the day doctor's going to be with you for 24 hours। So यानी कि जे घर ਵਿੱਚ ਤੁਸੀਂ ਹੈਗੇ ਆ you can check out ਵੀ ਇਸ ਫੂਡ ਦੇ ਖਾਣ ਦੇ ਨਾਲ ਉਹਨੂੰ ਆਹ ਅਲਰਜੀ ਹੁੰਦੀ ਹੈਗੀ ਆ, ਉਹਨੂੰ ਕੱਟ ਆਊਟ ਕਰਕੇ ਦੂਸਰਾ ਫੂਡ ਯਾਨੀ ਕਿ ਦੇਖੋ ਵੀ ਅਲਟਰਨੇਟਿਵ ਜਿਹੜਾ ਹੈਗਾ ਹਾਂਜੀ। एंड आई थिंक इट्स बहुत वधिया डॉक्टर साहब तुसीं गल कही है कि आई थिंक ये तुसीं अपना प्लान बना सकते हो कि तुसीं की चीज़ खाते हो तो उस तो बाद तुहानूं कोई रिएक्शन हुंदा है, फिर तुसीं वीकली और मंथली यू कैन चैक कि भी हाँ यह चीज़ मैं खाती सी ते इहदे नाल मैनूं रिएक्शन जिहड़ा इदां होया, मैनूं इहदे नाल एलर्जी हुई। एंड दैन तुसीं एलर्जी टेस्ट जिहड़ा हैगा आई थिंक आई रैकमेंड टू एवरीबॉडी, अगर तुहानूं लगता है कि फ्री टेस्ट हुंदा तुसीं अपने GP कोल जाके अपना एलर्जी टेस्ट करवा सकते हो। वेरी सिंपल टेस्ट हुंदा हैगा एंड प्रिक टेस्ट उहनूं कहंदे आ। प्रिक टेस्ट वो डॉक्टर तुहाडा कर दिंदा, तुहाडे बच्चे दा भी कर सकदा है क्योंकि अगर तुहानूं पता होए कि किहड़ी चीज़ तो एलर्जी है सो तुहाडी बांह ते पॉइंट्स बना के एक स्क्वेयर टाइप दे एंड वो फिर जिहड़ी चीज़ तो तुहानूं एलर्जी एक स्पैशल सलूशन हुंदा जिहदी मदद दे नाल वो जिहड़ी चीज़ तुहानूं एलर्जी है सलूशन दे विच ऐड करके प्रिक किया जाता है ताकि देखा जाए भी इहदे तो तुहानूं एलर्जी हैगी है कि नहीं। एंड जिस चीज़ दे नाल एलर्जी हुंदी है वो रैडनेस हो जाती है, फिर वो सेंटीमीटर मिलीमीटर दे विच मैजर की जाती हैगी ताकि पता लग सके कि किन्नी एलर्जी तुहानूं ਇਹਦਾ ਇਫੈਕਟ ਹੁੰਦਾ ਹੈ। ਸੋ ਵੈਰੀ ਸਿੰਪਲ ਹੁੰਦਾ, ਵੈਰੀ ਸੇਫ ਟੈਸਟ ਹੁੰਦਾ ਐਂਡ ਉਸ ਤੋਂ ਬਾਅਦ ਪ੍ਰੋਕੋਸ਼ਨ ਤੁਹਾਨੂੰ ਡਾਕਟਰ ਦੱਸ ਸਕਦਾ ਵੀ ਜਾਂ ਤਾਂ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰ ਸਕਦੇ ਹੋ ਜਾਂ ਸਲੋਲੀ ਆਪਣੇ ਇਮਿਊਨ ਸਿਸਟਮ ਦੇ ਵਿੱਚ ਲਿਆ ਵੀ ਸਕਦੇ ਹੋ ਕਿਉਂਕਿ ਦੋ ਜ਼ਰੀਏ ਹੁੰਦੇ ਆ, ਜਾਂ ਤਾਂ ਤੁਸੀਂ ਇਸ ਨੂੰ ਅਵੋਇਡ ਕਰ ਲਓ ਜਾਂ ਆਪਣੀ ਬਾਡੀ ਦੇ ਵਿੱਚ ਹੌਲੀ ਇੰਟਰੋਡਿਊਸ ਕਰਕੇ ਉਹਨੂੰ ਇਮਿਊਨ ਸਿਸਟਮ ਨੂੰ ਬਿਲਟ ਅਪ ਕਰ ਲਓ। ਸੋ ਦੋ ਤਰੀਕੇ ਉਹ ਡਾਕਟਰ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਤੁਹਾਡੇ ਲਈ ਤੁਹਾਡੇ ਬੱਚੇ ਲਈ ਬੈਟਰ ਹੈਗਾ। ਸੋ ਇਹਦੇ ਲਈ ਜਾਂਚ ਜ਼ਰੂਰੀ ਹੁੰਦੀ ਹੈ। ਐਲਰਜੀ ਟੈਸਟ ਜਿਹੜਾ ਹੈਗਾ ਇਜ਼ ਦ ਬੈਸਟ ਟੈਸਟ, ਜਿੱਦਾਂ ਡਾਕਟਰ ਮਲਹੋਤਰਾ ਨੇ ਦੱਸਿਆ ਕਿ ਵੈਰੀ ਸੇਫ ਹੈਗਾ। ਤੁਸੀਂ ਆਪਣਾ ਪਲਾਨ ਬਣਾਓ ਤੇ ਫਿਰ ਡਾਕਟਰ ਦੇ ਨਾਲ ਸਲਾਹ ਕਰੋ ਵੀ ਹਾਂ ਇਸ ਤੋਂ ਚੀਜ਼ ਅਗਰ ਨਹੀਂ ਪਤਾ ਲੱਗਦਾ ਬੈਸਟ ਵੇ ਇਜ਼ ਟੂ ਗੋ ਟੂ ਯੋਰ GP ਐਂਡ ਜਸਟ ਹੈਵ ਐਲਰਜੀ ਟੈਸਟ। ਇੱਕ ਹੋਰ ਵੀ ਨਾਲ ਮੈਂ ਇਹ ਵੀ ਗੱਲ ਕਰ ਦਵਾਂ ਵੀ ਜਿਹੜਾ ਕਈ ਵਾਰੀ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਅਸਥਮਾ ਲੱਗਦਾ ਸੀ, ਵੀ ਇਹਨਾਂ ਨੂੰ ਬੱਚੇ ਨੂੰ ਸ਼ਾਇਦ ਅਸਥਮਾ ਹੋ ਗਿਆ ਹੈਗਾ ਤੇ ਮੈਂ ਇੱਕ ਰਿਸ਼ਤੇਦਾਰ ਨੂੰ ਜਾਣਦਾ ਹੈਗਾ ਉਹਦੇ ਬੱਚੇ ਨੂੰ ਇੱਥੇ ਡਾਕਟਰਸ ਨੇ ਕਹਿ ਵੀ ਅਸਥਮਾ ਹੈ ਐਂਡ ਦੇ ਹੈਵ ਟੂ ਗੋ ਟੂ ਇੰਡੀਆ ਤੇ ਉੱਥੇ ਯਾਨੀ ਕਿਹੜਾ ਹੈਗਾ ਐਟਮੋਸਫੀਅਰ ਦੇ ਨਾਲ ਉੱਥੇ ਦੇ ਪੌਣ ਪਾਣੀ ਦੇ ਹਿਸਾਬ ਨਾਲ ਉਹ ਬਿਲਕੁਲ ਹੀ ਠੀਕ ਹੋ ਗਿਆ। ਤੇ ਉਹ ਯਾਨੀ ਕਿ ਬੱਚਾ ਜਿਹੜਾ ਜਿਸ ਤਰ੍ਹਾਂ ਬਲਵੀਰ ਹੋਣਾ ਨੇ ਗੱਲ ਕੀਤੀ ਹੈਗੀ ਆ ਛੋਟੇ ਬੱਚੇ ਵਿੱਚ ਇਮਿਊਨਿਟੀ ਘੱਟ ਹੁੰਦੀ ਹੈਗੀ ਅਤੇ ਹੌਲੀ ਜਿਹੜਾ ਸਾਡਾ ਇਮਿਊਨਿਟੀ ਸਿਸਟਮ ਹੈਗਾ ਉਹ ਜਦੋਂ ਵੱਧਦਾ ਹੈਗਾ ਉਹਦੇ ਨਾਲ ਜਿਹੜੀਆਂ ਹੈਗੀਆਂ ਉਹ ਤੁਹਾਡਾ ਇਮਿਊਨਿਟੀ ਸਿਸਟਮ ਸਟਰੋਂਗ ਹੋਣ ਦੇ ਨਾਲ ਉਹ ਯਾਨੀ ਕਿ ਜਿਹੜਾ ਹੈਗਾ ਉਹ ਖਤਮ ਹੋ ਜਾਂਦੀ ਹੈ ਗੱਲ ਉਹ ਅਤੇ ਉਹ ਨਹੀਂ ਤਾਂ ਅਸਥਮੈਟਿਕ ਬੱਚਾ ਯਾਨੀ ਕਿ ਹੋਣਾ ਸੀਗਾ ਐਂਡ ਦੈਟ ਚਾਈਲਡ ਇਜ਼ ਕੰਪਲੀਟਲੀ ਨੋਰਮਲ। सो एटमोसफेयर जो इन्वायरमेंटल चेंज हेल्थी इन्वायरमेंटल हो गया या फिर तुसी कह सकते हो कि बच्चे नूं रैगुलर अगर तुसी ऑक्सीजन लेवल वधा देंदे हो पार्क वगैरह च लैके जाते हो तो यह भी एक जरिया बन सकता ट्रीटमेंट का। इस तो इलावा कईयां नूं मैडिकल टर्म्स दे विच मैडिसन भी लेने पैंदे आ जिन्हां नूं हायर एलर्जी रिएक्शन हुंदा है, उहदे बारे थोड़ा जिहा दस्सो। हाँ कईयां नूं जिन्हां नूं वाकई मैडिकल की कोई जरूरत हैगी मैडिसन की जरूरत हैगी दे विल हैव टू कंसल्ट विद द डॉक्टर ਅਤੇ ਡਾਕਟਰ ਤੁਹਾਨੂੰ ਸਪੈਸ਼ਲਿਸਟ ਕੋਲ ਵੀ ਭੇਜ ਸਕਦਾ ਹੈਗਾ ਯਾਨੀ ਕਿ ਜੇ ਉਹਨਾਂ ਨੂੰ ਲੱਗੇ ਲੈ ਵੀ ਆਹ ਜਿਹੜੀ ਬਿਮਾਰੀ ਕਈਆਂ ਨੂੰ ਯਾਨੀ ਕਿ ਸਕਿਨ ਦੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹੈਗੀਆਂ ਡਰਾਈ ਸਕਿਨ ਹੈ ਜਾਂ ਹੋਰ ਕੋਈ ਸਕਿਨ ਯਾਨੀ ਕਿ ਹੁੰਦੀ ਹੈ ਦੈਨ ਦ ਡਾਕਟਰ ਕੈਨ ਸੈਂਡ ਯੂ ਟੂ ਅ ਸਪੈਸ਼ਲਿਸਟ ਪਰਸਨ ਹੂ ਕੈਨ ਐਗਜ਼ਾਮਿਨ ਵੀ ਤੁਹਾਨੂੰ ਸਪੈਸੀਫਿਕ ਦਵਾਈ ਯਾਨੀ ਕਿ ਕਿਹੜੀ ਜ਼ਰੂਰਤ ਹੈ ਜਾਂ ਕਿਸੇ ਇੰਜੈਕਸ਼ਨ ਦੀ ਕੋਈ ਜ਼ਰੂਰਤ ਹੈਗੀ ਆ ਉਹ ਦੈਟ ਕੈਨ ਆਲਸੋ ਹੈਲਪ ਯੂ। ਸੋ ਮੈਂ ਸਮਝ ਲਿਆ ਵੀ ਆਪਣਾ ਜਿਹੜਾ ਹੈਗਾ ਕਈ ਵਾਰ ਅਸੀਂ ਚੁੱਪ ਕਰ ਜਾਂਦੇ ਹੈਗੇ ਜਾਂ ਕਿਸੇ ਹੋਰ ਸਾਧ ਬਾਬੇ ਕੋਲ ਜਾ ਕੇ ਪਤਾ ਕਰਨ ਲਿਆ ਵੀ ਹਾਂ ਜੀ ਆਹ ਇੱਦਾਂ ਮੇਰੇ ਬੱਚੇ ਨੂੰ ਹੋ ਗਿਆ ਅਤੇ ਉਹ ਤੋਂ ਕੋਈ ਪੁੜੀਆਂ ਖਾਣੀਆਂ ਯਾਨੀ ਕਿ ਜਾਂ ਜਿਹੜਾ ਹੈਗਾ ਖੇਸ ਵਾ ਯਾਨੀ ਕਿ ਉੱਥੋਂ ਲੈ ਕੇ ਆਉਣੀ ਦੈਟ ਕੈਨ ਵਰਸਨ ਐਂਡ ਦੈਟ ਕੈਨ ਈਵਨ ਥ੍ਰੈਟਨ ਦ ਲਾਈਫ ਆਫ ਦ ਪਰਸਨ। ਸੋ ਬੈਸਟ ਇਹ ਹੈਗਾ ਵੀ ਜਿਹੜਾ ਲੋਕਾਂ ਕੋਲ ਇਹ ਐਜੂਕੇਸ਼ਨ ਹੈਗੀ ਆ ਜਿਨ੍ਹਾਂ ਨੇ ਇੰਨੀਆਂ ਪੜ੍ਹਾਈਆਂ ਕੀਤੀਆਂ ਹੈਗੀਆਂ ਉਹਨਾਂ ਕੋਲ ਜਾਇਆ ਜਾਵੇ ਅਤੇ ਦੈਨ ਦੇ ਕੈਨ ਐਗਜ਼ਾਮਿਨ ਪਰਟੀਕੂਲਰਲੀ ਇਨ ਦਿਸ ਕੰਟਰੀ ਯਾਨੀ ਜਿੱਥੇ ਆਪਾਂ ਨੂੰ ਸਭ ਕੁਛ ਫਰੀ ਹੈਗਾ ਉੱਥੇ ਯਾਨੀ ਕਿ ਉਹਦਾ ਐਗਜ਼ਾਮਿਨ ਕਰਕੇ ਉਹਦਾ ਇਲਾਜ ਕੀਤਾ ਜਾ ਸਕਦਾ। ਦਵਾਈ ਹੈਗੀ ਐਂਡ ਦੇ ਕੈਨ ਟੈਲ ਯੂ ਵੀ ਕਿੰਨੀ ਗੋਲੀ ਖਾਣੀ ਹੈ ਜਾਂ ਕੀ ਇੰਜੈਕਸ਼ਨ ਲਾਉਣਾ ਹੈਗਾ ਜਾਂ ਕੀ ਕਰਨਾ ਹੈਗਾ ਜਾਂ ਕਿਹੜੀ ਕਰੀਮ ਤੁਸੀਂ ਯੂਜ਼ ਕਰਨੀ ਹੈਗੀ ਆ ਐਂਡ ਦੈਟ ਵਿਲ ਬੀ ਹੈਲਪਫੁਲ।
ਰਾਈਟ। ਸੋ ਪ੍ਰੀਵੈਂਸ਼ਨ ਵੀ ਤੁਸੀਂ ਦੱਸਦੀ ਹੈਗੀ ਵੀ ਇਹ ਤਰੀਕੇ ਨਾਲ ਪ੍ਰੀਵੈਂਟ ਕੀਤਾ ਜਾ ਸਕਦਾ, ਬਿਕੋਜ਼ ਐਲਰਜੀ ਇੱਕ ਬਹੁਤ ਵੱਡੀ ਇੱਕ ਟਰੀ ਹੈਗਾ, ਯੂ ਕੈਨ ਸੇ ਉਹਦੀ ਬ੍ਰਾਂਚਿਸ ਜਿਹੜੀਆਂ ਕਾਫੀ ਹੈ, ਪੈਟ ਦੇ ਬਾਰੇ ਐਲਰਜੀ ਹੋਏ ਜਾਂ ਫੂਡ ਤੋਂ ਐਲਰਜੀ ਹੋਏ, ਐਜ਼ ਯੂ ਸੇ ਹਿਊਮਨ ਐਲਰਜੀ ਇਜ਼ ਵੈਲ, ਕੱਪੜਿਆਂ ਤੋਂ ਵੀ ਹੋਏ। ਸੋ ਦੇਰ ਇਜ਼ ਅ ਡਿਫਰੈਂਟ ਟਾਈਪ ਆਫ ਐਲਰਜੀ, ਪਰ ਇੱਕ ਹੀ ਇਹਦਾ ਸਿੰਪਟਮਸ ਸਿਮਿਲਰ ਹੁੰਦੇ ਨੇ ਸਾਰਿਆਂ ਦੇ ਮੋਰ ਲਾਈਕਲੀ, ਐਂਡ ਟਰੀਟਮੈਂਟ ਐਂਡ ਡਾਇਗਨੋਜ਼ ਵੀ ਸੇਮ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ। ਸੋ ਪ੍ਰੀਵੈਂਸ਼ਨ ਜਿਹੜੀ ਹੈਗੀ ਉਹ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਦੀ ਹੈਗੀ ਹੈ ਕਿ ਸਾਧ ਬਾਬਿਆਂ ਕੋਲ ਨਹੀਂ ਜਾਣਾ। ਸੋ ਵਿਲ ਗੋ ਔਨ ਦੈਟ ਨਾਓ ਬਿਟ ਆਫ ਦੈਟ। ਜਿਹੜਾ ਕਿ ਸਾਡਾ ਨੈਕਸਟ ਥੋੜ੍ਹਾ ਜਿਹਾ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਸੀ, ਕੀ ਕਹਿੰਦੇ ਅਲੌਕਿਕ ਸ਼ਕਤੀਆਂ ਦੇ ਬਾਰੇ, ਹੈ ਨਾ। ਤੁਸੀਂ ਡਾਕਟਰ ਸਾਹਿਬ ਆਪਣੀ ਕਿਤਾਬ 'ਚ ਵੀ ਲਿਖਿਆ ਹੈ। ਸੋ ਉਹਦੇ ਵੇਲੇ ਥੋੜ੍ਹਾ ਜਿਹਾ ਪਹਿਲੇ ਤਾਂ ਜਾਣਾਂਗੇ ਵੀ ਇਹ ਅਲੌਕਿਕ ਸ਼ਕਤੀਆਂ ਕੀ, ਇਟਸ ਅ ਮੈਜਿਕ ਔਰ ਵਾਟ ਇਟ ਇਜ਼, ਬਿਫੋਰ ਵੀ ਗੋ ਇਨਟੂ ਡੈਪਥ। ਅਜੇ ਤੱਕ ਕੋਈ ਵੀ ਕਿਸੇ ਦੁਨੀਆ ਦੇ ਕਿਸੇ ਖਿੱਤੇ ਵਿੱਚ ਇਸ ਧਰਤੀ ਦੇ ਉੱਪਰ ਕਦੀ ਵੀ ਕੋਈ ਅਲੌਕਿਕ ਸ਼ਕਤੀ ਨਹੀਂ ਹੋਈ। ਜਾਣੀ ਕਿ ਜੇ ਇਹ ਕੋਈ ਬੰਦਾ ਕਹਿੰਦਾ ਹੈਗਾ ਲੈ ਵੀ ਮੇਰੇ ਕੋਲ ਕੋਈ ਅਲੌਕਿਕ ਸ਼ਕਤੀ ਹੈ, ਮੈਂ ਫਲਾਣੇ ਪਾਠ ਦੇ ਨਾਲ ਜਾਣੀ ਕਿ ਫਲਾਣੀ ਭਗਤੀ ਦੇ ਨਾਲ ਉੱਡ ਸਕਦਾ ਹੈਗਾ, ਜਾਂ ਮੈਂ ਤੁਹਾਨੂੰ ਕੋਈ ਨੁਕਸਾਨ ਦੇ ਸਕਦਾ ਹੈਗਾ, ਜਾਂ ਜਿਹੜਾ ਹੈਗਾ ਪਾਣੀ ਵਿੱਚ ਮੈਂ ਤਰ ਸਕਦਾ ਹੈਗਾ, ਜਾਣੀ ਕਿ ਜਾਂ ਮੈਂ ਨੋਟ ਚੇਂਜ ਕਰ ਸਕਦਾ ਹੈਗਾ, ਜਾਂ ਕੋਈ ਹੋਰ ਇਹੋ ਜਿਹਾ ਮਿਰੇਕਲ ਜਿਹਨੂੰ ਤੁਸੀਂ ਕਹਿੰਦੇ ਲੈ ਵੀ ਉਹ ਕਰ ਸਕਦਾ ਹੈਗਾ, ਜਾਂ ਤਾਂ ਉਹਦੇ ਦਿਮਾਗ ਵਿੱਚ ਕੋਈ ਖਰਾਬੀ ਹੈ ਅਤੇ ਜਾਣੀ ਕਿ ਦੈਟ ਪਰਸਨ ਇਜ਼ ਏ ਮੈਂਟਲੀ ਡਿਸਟਰਬਡ ਪਰਸਨ, ਅਤੇ ਜਾਂ ਜਿਹੜਾ ਹੈਗਾ ਬਹੁਤ ਵੱਡਾ ਫਰੇਬੀ ਅਤੇ ਧੋਖੇਬਾਜ਼ ਹੈ। ਸੋ ਇਸ ਕਰਕੇ ਜਾਣੀ ਕਿ ਅਜੇ ਤੱਕ ਵੀ ਜਿਹੜਾ ਹੈਗਾ ਅਜੇ ਤੱਕ ਕਿਸੇ ਨੂੰ ਵੀ ਜਿਹਨਾਂ ਬੰਦਿਆਂ ਨੇ ਇਹਦੇ ਬਾਰੇ ਵਿਗਿਆਨਕ ਤੌਰ 'ਤੇ ਜਿਹੜੀ ਹੈਗੀ ਆ ਸਾਇੰਟੀਫਿਕਲੀ ਰਿਸਰਚ ਜਾਣੀ ਕਿ ਕੀਤੀ ਹੈ ਅਤੇ ਉਹਦੇ ਬਾਰੇ ਪੜਤਾਲ ਕੀਤੀ ਹੈਗੀ ਆ, ਉਹਦੇ ਬਾਰੇ ਕਾਫੀ ਜਿਹੜੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਦੇ ਕੁਡਨਟ ਫਾਈਂਡ ਐਨੀਥਿੰਗ। ਕੌਜ਼ ਤੋਂ ਬਿਨਾਂ ਜਾਣੀ ਕਿ ਜਿਹੜਾ ਹੈਗਾ ਕੋਈ ਵੀ ਇਫੈਕਟ ਨਹੀਂ ਹੁੰਦਾ ਹੈਗਾ। ਸੋ ਇਹ ਬਹੁਤ ਬੜਾ ਝੂਠ ਹੈ। ਅਤੇ ਯਾਨੀ ਕਿ ਮੈਂ ਬਲਵੀਰ ਜੀ, ਯਾਨੀ ਕਿ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ 2 ਕਿਤਾਬਾਂ ਜਿਹੜੀਆਂ ਮੈਂ ਲੈ ਕੇ ਆਇਆ ਸੀਗਾ, ਇਹ 2 ਕਿਤਾਬਾਂ ਹੈਗੀਆਂ, ਗੋਡਸ, ਡੀਮਨ ਐਂਡ ਸਪਿਰਿਟਸ, ਦੂਸਰੀ ਹੈਗੀ ਹੈ ਬੀ ਗੋਡ ਮੈਨ। ਇਹ ਦੋਨੇ ਕਿਤਾਬਾਂ ਡਾਕਟਰ ਕਪੂਰ ਜਿਹੜੇ ਕਿ ਆਪਣੇ ਕੇਰਲਾ ਵਿੱਚ ਸੀਗੇ ਜਨਮੇ, ਅਤੇ ਉਦੋਂ ਬਾਅਦ ਉਹਨਾਂ ਨੇ ਜਿਹੜੀ ਸੀਗੀ ਸ਼੍ਰੀਲੰਕਾ ਵਿੱਚ ਸਲੋਨ ਦੇ ਵਿੱਚ ਬਹੁਤਾ ਸਮਾਂ ਹੋ ਰਿਹਾ ਹੈਗੇ, ਅਤੇ ਉੱਥੇ ਸਿਟੀਜ਼ਨਸ਼ਿਪ ਲੈ ਲਈ ਸੀਗੀ। ਉੱਥੇ ਇਹਨਾਂ ਨੇ ਚੈਲੰਜ ਜਾਣੀ ਕਿ ਕੀਤਾ ਵੀ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜੇ ਕਿਸੇ ਕੋਲ ਕੋਈ ਮਿਰੇਕਲਸ ਹੈਗੀ, ਜੇ ਕੋਈ ਭੂਤ ਪ੍ਰੇਤ ਕੋਈ ਹੈਗਾ, ਜੇ ਕੋਈ ਸਪਿਰਿਟਸ ਵਗੈਰਾ ਕੋਈ ਕਹਿੰਦਾ ਮੇਰੇ ਕੋਲ ਹੈ, ਕੋਈ ਤਾਕਤ ਹੈਗੀ ਆ, ਅਤੇ ਮੈਂ ਯਾਨੀ ਕਿ ਉਹਨੂੰ 1 ਲੱਖ ਰੁਪਈਆ ਯਾਨੀ ਕਿ ਉਸ ਟਾਈਮ 'ਤੇ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਉਹਨਾਂ ਨੇ ਇਹ ਸ਼ੁਰੂ ਕੀਤਾ ਹੈਗਾ। ਅਤੇ ਐਂਡ ਹੀ ਡਾਈਡ ਇਨ 1978, ਉਹਨਾਂ ਦਾ ਜਨਮ ਜਿਹੜਾ ਸੀਗਾ 10 ਅਪ੍ਰੈਲ ਦਾ ਸੀਗਾ, he died in 1978 ਸਤੰਬਰ ਦੇ ਵਿੱਚ, ਅਤੇ ਐਂਡ ਹੀ ਜਿਹੜਾ ਬੋਰਨ ਸੀਗੇ 10 ਅਪ੍ਰੈਲ 1898 ਨੂੰ, ਅਤੇ 80 ਸਾਲਾਂ ਦੀ ਹੋ ਕੇ ਯਾਨੀ ਕਿ ਡੈਥ ਉਹਨਾਂ ਦੀ ਹੋਈ, ਐਂਡ ਹੀ ਵਾਜ਼ ਸਫਰਿੰਗ ਫਰਮ ਕੈਂਸਰ। ਸੋ ਮੈਂ ਸਮਝ ਲਿਆ ਵੀ ਇਹਦਾ ਅਸੀਂ ਪੰਜਾਬੀ ਵਿੱਚ ਵੀ ਜਿਹੜਾ ਹੈਗਾ 2 ਕਿਤਾਬਾਂ ਛਪੀਆਂ ਹੈਗੀਆਂ, ਇਹਨਾਂ ਦਾ ਕਿਤਾਬਾਂ ਦਾ ਅਨੁਵਾਦ ਹੈਗਾ, ਇੱਕ ਹੈਗੀ ਦੇਵਦੈਨ ਤੇ ਰੂਹਾਂ, ਅਤੇ ਦੂਸਰੀ ਹੈ ਤੇ ਦੇਵਪੁਰ ਸ਼ਾਰਗੈ। ਇਹਨਾਂ ਕਿਤਾਬਾਂ ਦੇ ਬੇਸ 'ਤੇ ਹੀ ਜਿਹੜੀ ਇੰਡੀਆ ਦੇ ਵਿੱਚ ਤਰਕਸ਼ੀਲ ਸੁਸਾਇਟੀ ਜਿਹੜਾ ਸੀਗਾ ਉਹਦਾ ਮੁੱਢ ਵੱਜਾ, ਅਤੇ ਇਸ ਕਰਕੇ ਡਾਕਟਰ ਕਪੂਰ ਦੀ ਜਿਹੜੀ ਸਾਨੂੰ ਪੰਜਾਬੀਆਂ ਨੂੰ ਬਹੁਤ ਵੱਡੀ ਦੇਣ ਹੈ। ਅਤੇ ਜਦੋਂ ਤੋਂ ਯਾਨੀ ਕਿ 84 ਤੋਂ 85 ਤੋਂ ਯਾਨੀ ਕਿ ਜਦੋਂ ਤੋਂ ਜਿਹੜੀ ਸੁਸਾਇਟੀ ਹੈਗੀ ਆ ਹੋਂਦ ਵਿੱਚ ਆਈ ਆ, ਉਹਨਾਂ ਨੇ ਹਜ਼ਾਰਾਂ ਕੇਸਿਸ ਜਿਹੜੇ ਹੈਗੇ ਡੀਲ ਕੀਤੇ, ਜਿੱਥੇ ਕੋਈ ਜਿਹੜਾ ਕਹਿੰਦਾ ਸੀ ਸਾਡੇ ਘਰ ਵਿੱਚ ਰੋੜੇ ਕੋਈ ਮਾਰਦਾ ਹੈਗਾ, ਜਾਂ ਕੱਪੜਿਆਂ ਨੂੰ ਅੱਗ ਲੱਗਦੀ ਹੈਗੀ ਆ, ਜਾਂ ਜਿਹੜਾ ਹੈਗਾ ਕੋਈ ਭੂਤ ਚੜੇਲਾ ਹੈਗਾ, ਇੱਥੇ ਕੋਈ ਪ੍ਰੇਤ ਹੈਗਾ, ਜਾਂ ਜੀ ਕਿਸੇ ਨੂੰ ਕੋਈ ਪਾਉਣ ਆਉਂਦੀ ਹੈਗੀ ਆ। ਸੋ ਉਹਨਾਂ ਦਾ ਜਾਣੀ ਕਿ ਜਿਹੜੀ ਮਾਨਸਿਕ ਬਿਮਾਰੀਆਂ ਸੀਗੀਆਂ ਉਹਨਾਂ ਦਾ ਇਲਾਜ ਡਾਕਟਰ ਕਪੂਰ ਨੇ ਵੀ ਸਾਈਕੋਥੈਰੇਪੀ ਦੇ ਹਿਸਾਬ ਨਾਲ ਉਹਨਾਂ ਨੇ ਵੀ ਇਹ ਜਿਹੜਾ ਸੀਗਾ ਉਹਨਾਂ ਦਾ ਇਲਾਜ ਕੀਤਾ। ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਇਹਨਾਂ ਨੇ ਵੀ ਸੋਲਵ ਕੀਤੀਆਂ, ਅਤੇ ਹੁਣ ਤਰਕਸ਼ੀਲ ਸੁਸਾਇਟੀ ਜਿਹੜੀ ਹੈ ਉਹਨਾਂ ਨੇ ਵੀ ਉੱਥੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਕੇਸਿਸ ਜਾਣੀ ਕਿ ਹੱਲ ਕਰ ਰਿਹਾ, ਕਿਉਂਕਿ ਪੰਜਾਬ ਵਿੱਚ ਅਤੇ ਇੰਡੀਆ ਵਿੱਚ ਮੈਂਟਲ ਹੈਲਥ ਬਾਰੇ ਬਹੁਤ ਘੱਟ ਸੇਵਾਵਾਂ ਹੈਗੀਆਂ। ਪਰ ਇੱਥੇ ਜਿਹੜੇ ਸਾਡੇ ਲੋਕ ਆਏ ਹੈਗੇ ਆ ਉਹ ਵੀ ਯਾਨੀ ਕਿ ਹਟੇ ਨਹੀਂ ਹੈ ਅਜੇ ਵੀ, ਯਾਨੀ ਕਿ ਉਹ ਸਾਧ ਬਾਬਿਆਂ ਕੋਲ ਕਹਿੰਦੇ, ਕਿਸੇ ਕੋਲ ਕਹਿੰਦੇ ਲੈ ਵੀ ਉੱਥੇ ਕੋਈ ਪਾਣੀ ਮਨਸਿਆ ਹੈਗਾ, ਜਾਂ ਜੋ ਬਹੁਤ ਕਰਨੀ ਵਾਲਾ ਹੈਗਾ, ਧਾਗਾ ਤਵੀਤ ਯਾਨੀ ਕਿ, ਜਾਂ ਜਿਹੜਾ ਹੈਗਾ ਕੋਈ ਨਗ ਯਾਨੀ ਕਿ ਪਾਉਣ ਨਾਲ, ਜਾਂ ਕੋਈ ਜੋਤਿਸ਼ੀ ਯਾਨੀ ਕਿ ਕਹਿੰਦਾ ਲਈ ਮੈਂ ਤੁਹਾਡਾ ਉਹ ਰੇਖ ਵਿੱਚ ਮੇਖ ਮਾਰ ਦੂੰਗਾ। ਬਿਲਕੁਲ ਫਰੋਡ ਹੈ, ਝੂਠ ਹੈਗਾ। ਇਹਦੇ ਬਾਰੇ ਜ਼ਰੂਰ ਪੜਤਾਲ ਕਰਨੀ ਚਾਹੀਦੀ। ਜਿਹੜਾ ਬੰਦਾ ਬਿਨਾਂ ਕਿਸੇ ਗੱਲ ਤੋਂ ਮਗਰ ਲੱਗ ਜਾਂਦਾ ਹੈਗਾ ਉਹ ਮਹਾਮੂਰਖ ਹੈ, ਕਿਉਂਕਿ ਇਸ ਕਿਤਾਬ ਵਿੱਚ ਵੀ ਡਾਕਟਰ ਕਪੂਰ ਸਾਹਿਬ ਵੀ ਕਹਿੰਦੇ ਸੀਗੇ, ਅਤੇ ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਵੀ ਕੋਈ ਵੀ ਬਲਵੀਰ ਜਿਹੜਾ ਤੁਹਾਡਾ ਸਵਾਲ ਸੀਗਾ, ਅਲੌਕਿਕ ਸ਼ਕਤੀ ਹਜੇ ਤੱਕ ਵੀ ਕੋਈ ਨਹੀਂ ਆਈ ਹੈਗੀ। ਜੇ ਯਾਨੀ ਕਿ ਬਿਜਲੀ ਸਾਡੇ ਸਾਹਮਣੇ ਹੈਗੀ ਹੈ, ਜਾਂ ਅਸੀਂ ਤੁਹਾਨੂੰ ਹੁਣ ਟੈਲੀਵਿਜ਼ਨ 'ਤੇ ਗੱਲਾਂ ਕਰ ਰਹੇ ਹਾਂ, ਅਤੇ ਇਹ ਵਿਗਿਆਨੀ ਜਿਹੜੇ ਸਾਇੰਟਿਸਟ ਹੋਏ ਹੈ ਉਹਨਾਂ ਨੇ ਇਹ ਕਾਢਾਂ ਕੱਢੀਆਂ। ਇਹਨਾਂ ਕਿਸੇ ਬਾਬੇ ਸਾਧ ਨੇ, ਇਹਨਾਂ ਯਾਨੀ ਕਿ ਪੀਰਾਂ ਜਿਹੜੇ ਆਪਣੇ ਪੀਰ ਆਪ ਨੂੰ ਕਹਿੰਦੇ ਔਲੀਆ ਖਾਉਂਦੇ ਹੈਗੇ ਆ, ਇਹ ਜਿਹੜੇ ਦੇਵ ਪੁਰਸ਼ ਆਪਣੇ ਆਪ ਨੂੰ ਖਾਉਂਦੇ ਹੈਗੇ ਆ, ਇਹ ਜਿਹੜੀਆਂ ਅਲੌਕਿਕ ਸ਼ਕਤੀਆਂ ਦਾ ਜਿਹੜਾ ਕਲੇਮ ਕਰਦੇ ਹੈਗੇ ਆ, ਇਹਨਾਂ ਨੇ ਹਜੇ ਤੱਕ ਵੀ ਕੋਈ ਵੀ ਕਾਢ ਜਾਣੀ ਕਿ ਨਹੀਂ ਕੱਢੀ ਹੈ ਜਿਹੜੀ ਕਿ ਲੋਕਾਂ ਦੇ ਫਾਇਦੇ ਦੀ ਕੋਈ ਗੱਲ ਕਰ ਸਕਣ। ਸਿਰਫ ਲੋਕਾਂ ਨੂੰ ਮੂਰਖ ਬਣਾ ਕੇ ਇਹਨਾਂ ਨੇ ਲੁੱਟਿਆ ਹੈਗਾ, ਅਤੇ ਉਹਦੇ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ।
ਮੈਂ ਤੁਹਾਡੇ ਨਾਲ ਇੱਕਦਮ ਐਗਰੀਡ ਹਾਂ ਡਾਕਟਰ ਸਾਹਿਬ, ਬਟ ਅਸੀਂ ਜਦੋਂ ਮੀਡੀਆ ਵਿੱਚ ਦੇਖਦੇ ਹਾਂ ਸਾਡੇ ਜਿਹੜੇ ਪ੍ਰੋਗਰਾਮਸ ਕਹਿ ਲਓ ਜਾਂ ਨਾਟਕ ਹੋ ਗਏ ਬੇਸਡ ਔਨ ਥੀਸ ਥਿੰਗਸ ਐਂਡ ਇਟ ਗਿਵ ਯੂ ਥ੍ਰਿਲਰ ਕਿ ਜੋ ਲੋਕੀ ਇੰਜੋਏ ਕਰਦੇ ਆ, ਐਂਡ ਜ਼ਿਆਦਾਤਰ 60-70% ਜਿਹੜੇ ਲੋਕ ਨੇ ਇਹੋ ਜਿਹੀ ਚੀਜ਼ਾਂ ਦੇ ਵਿੱਚ ਅਸੀਂ ਬਿਲੀਵ ਕਰਦੇ ਹਾਂ ਵੀ ਹਾਂ ਅਸੀਂ ਕੋਈ ਇਹੋ ਜਿਹਾ ਪ੍ਰੋਗਰਾਮ ਜਾਂ ਇਹੋ ਜਿਹੀ ਕੋਈ ਮੂਵੀ ਹੋਏ ਜਿਹਦੇ ਵਿੱਚ ਇੱਕਦਮ ਭੂਤ ਪ੍ਰੇਤ ਜਾਂ ਕੁਝ ਇਹੋ ਜਿਹਾ ਨਾਗਿਨ ਚੱਲ ਰਹੀ ਹੋਏ, ਯੂ ਨੋ ਆਲ ਦੋਜ਼ ਥਿੰਗਸ ਵਿਚ ਮੇਕ ਅਸ ਥਿੰਕ ਸਮਥਿੰਗ ਐਲਸ। ਅਸੀਂ ਇੱਕ ਇਮੈਜੀਨੇਸ਼ਨ ਦੁਨੀਆ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਇਹ ਫਿਰ ਸਾਡੇ ਜਿਹੜੇ ਏਸ਼ੀਅਨ ਕਲਚਰ ਹੈ ਇਹਦੇ ਵਿੱਚ ਹੀ ਨਹੀਂ, ਅਸੀਂ ਹੋਰ ਕਲਚਰਸ 'ਚ ਵੀ ਵੇਖਦੇ ਹਾਂ ਵੀ ਹਿੰਦੂ ਮੁਸਲਿਮ ਜਾਂ ਸਿੱਖ ਈਸਾਈ ਦੀ ਗੱਲ ਨਹੀਂ ਹੈ, ਇਟਸ ਲਾਈਕ ਅ ਕਲਚਰ ਜਿਹੜਾ ਕਿ ਮੀਡੀਆ ਦੇ ਥਰੂ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਜਿਹੜੀ ਸਾਡੀ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਅਸੀਂ ਦਿਖਾ ਰਹੇ ਹਾਂ ਕਿ ਥੀਸ ਥਿੰਗਸ ਹੈਪਨਿੰਗ। ਸੋ ਇਹਦੇ 'ਤੇ ਅਸੀਂ ਕਿਸ ਤਰੀਕੇ ਦੇ ਨਾਲ ਕਾਬੂ ਪਾ ਸਕਦੇ ਹਾਂ? ਬਿਲਕੁਲ, ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਜਿਹੜੀ ਸੀਗੀ ਉਹਦੀਆਂ ਕੋਟੇਸ਼ਨਾਂ 2-3 ਜਿਹੜੇ ਸੀ ਉਹ ਪੜ੍ਹਨੀ ਚਾਹੁੰਦਾ ਸੀਗਾ। ਉਹ ਇਨਸਾਨ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ, ਉਹ ਧੋਖੇਬਾਜ਼ ਹੁੰਦਾ ਹੈ, ਇਹ ਡਾਕਟਰ ਕਪੂਰ ਸਾਹਿਬ ਕਹਿੰਦੇ ਹੈਗੇ ਆ। ਸੋ ਇੱਕ ਵਾਰੀ ਦੁਬਾਰਾ ਫਿਰ ਪੜ੍ਹਦਾ, ਉਹ ਇਨਸਾਨ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ, ਇਨਵੈਸਟੀਗੇਸ਼ਨ ਕਰਨ ਦੀ ਨਹੀਂ ਆਗਿਆ ਦਿੰਦਾ, ਉਹ ਧੋਖੇਬਾਜ਼ ਹੁੰਦਾ ਹੈ। ਅਤੇ ਦੂਸਰਾ ਹੈ ਜਿਸ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ, ਉਹ ਲਾਈਲੱਗ ਹੁੰਦਾ ਹੈ। ਜਿਹੜਾ ਇਨਸਾਨ ਚਮਤਕਾਰਾਂ ਦੀ ਪੜਤਾਲ ਕਰਨ ਦਾ ਜਿਹਦੇ ਵਿੱਚ ਹੌਸਲਾ ਨਹੀਂ ਹੈ, ਉਹ ਲਾਈਲੱਗ ਹੁੰਦਾ ਹੈ, ਜਿਹਨੂੰ ਆਪਾਂ ਕਹਿੰਦੇ ਵੀ ਲਾਈ ਲੱਗ ਗਿਆ ਹੈ। ਅਤੇ ਤੀਸਰਾ ਜਿਹੜਾ ਬਗੈਰ ਪੜਤਾਲ ਕੀਤੇ ਤੋਂ ਵਿਸ਼ਵਾਸ ਕਰਦਾ ਹੈ, ਉਹ ਮੂਰਖ ਹੁੰਦਾ ਹੈ। ਇਹ ਡਾਕਟਰ ਕਪੂਰ ਨੇ ਯਾਨੀ ਕਿ 3 ਉਹਨਾਂ ਦੇ ਕਥਨ ਹੈਗੇ ਆ। ਅਤੇ ਇੱਕ ਯਾਨੀ ਕਿ ਜਿਹੜਾ ਫਿਲੋਸਫਰ ਸੇਨੇਕਾ ਹੋਇਆ ਹੈਗਾ, ਉਹਦਾ ਇਹ ਕਹਿਣ ਦਾ ਧਰਮ ਪੜ੍ਹੇ ਲਿਖੇ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਝੂਠ ਹੈ, ਅਨਪੜ੍ਹ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਸੱਚਾਈ ਹੈ, ਪਰੰਤੂ ਹਾਕਮ ਜਮਾਤਾਂ ਦੀਆਂ ਨਜ਼ਰਾਂ ਵਿੱਚ ਇਹ ਇੱਕ ਫਾਇਦੇਮੰਦ ਚੀਜ਼ ਹੈ। ਸੋ ਤੁਹਾਡੇ ਸਵਾਲ ਦਾ ਯਾਨੀ ਕਿ ਜਵਾਬ ਜਿਹੜਾ ਹੈਗਾ ਇੱਥੋਂ ਹੀ ਮੈਂ ਸ਼ੁਰੂ ਕਰਦਾ। ਹਾਂਜੀ, ਜਿਹੜੀ ਯਾਨੀ ਕਿ ਖਾਸ ਕਰਕੇ ਏਸ਼ੀਅਨ ਆਪਣੇ ਲੋਕਾਂ ਦੇ ਵਿੱਚ ਅਤੇ ਸਾਰੀ ਦੁਨੀਆ ਵਿੱਚ ਹੀ ਯਾਨੀ ਕਿ ਜਿਹੜਾ ਭੂਤ ਪ੍ਰੇਤਾਂ ਦਾ, ਚੁੜੇਲਾਂ ਦਾ ਡੈਣ ਕਹਿ ਕੇ ਇੱਥੇ ਲੋਕਾਂ ਨੂੰ ਬੜਾ ਮਾਰਿਆ ਜਾਂਦਾ ਸੀ ਇੰਗਲੈਂਡ ਦੇ ਵਿੱਚ, ਵੈਸਟਰਨ ਵਰਲਡ ਦੇ ਵਿੱਚ ਵਿਚਿਸ ਜਿਹਨੂੰ ਕਹਿੰਦੇ ਸੀਗੇ, ਉਹਨਾਂ ਬਾਰੇ ਮੈਂ ਕਾਫੀ ਯਾਨੀ ਕਿ ਸਟੱਡੀ ਕੀਤੀ ਹੈ। ਇਹ ਬਿਲਕੁਲ ਲੋਕਾਂ ਨੂੰ ਯਾਨੀ ਕਿਹੜਾ ਹੈਗਾ ਬਦਨਾਮ ਕਰਕੇ, ਖਾਸ ਕਰਕੇ ਇੱਥੇ ਵੀ ਈਸਾਈਅਤ ਦਾ, ਕ੍ਰਿਸਚੈਨਿਟੀ ਦਾ 2-2.5 ਹਜ਼ਾਰ ਸਾਲ ਬੜਾ ਯਾਨੀ ਕਿ ਤਾਂਡਵ ਨਾਸ਼ ਹੁੰਦਾ ਰਿਹਾ ਹੈਗਾ। ਇਹ ਤਾਂ ਜਦੋਂ ਯਾਨੀ ਕਿ ਰਨੈਸੈਂਸ ਯਾਨੀ ਕਿ ਹੋਇਆ ਹੈਗਾ, ਜਦੋਂ ਯਾਨੀ ਕਿ ਜਿਹੜੇ ਹੈਗੇ ਫਿਲੋਸਫਰਸ ਅਤੇ ਯਾਨੀ ਕਿ ਰਾਈਟਰਸ ਜਦੋਂ ਉਹਨਾਂ ਨੇ ਇਹ ਦੇਖਿਆ ਲਿਆ ਬਿਲਕੁਲ ਝੂਠ ਹੈਗਾ ਇਹ। ਡਾਕਟਰ ਬਰੂਨੋ ਵਰਗਿਆਂ ਨੇ ਇਹਨਾਂ ਇੰਜੀਨੀਅਰਾਂ ਨੂੰ ਜਲਾਇਆ ਹੈਗਾ ਇੱਥੇ ਇਸ ਮੁਲਕ ਦੇ ਵਿੱਚ। ਗੈਲੀਲੀਓ ਨੂੰ ਯਾਨੀ ਕਿ ਬਹੁਤ ਸਾਰੀ ਸਜ਼ਾ ਭੁਗਤਣੀ ਪਈ, ਜਿਹਨੇ ਇਹ ਕਹਿ ਦਿੱਤਾ ਸੀ ਜਿਹੜਾ ਧਰਤੀ ਹੈਗੀ ਉਹ ਸੂਰਜ ਦੇ ਦੁਆਲੇ ਘੁੰਮਦੀ ਹੈ, ਜਦੋਂ ਕਿ ਇਹ ਕਹਿੰਦੇ ਸੀ ਧਰਤੀ ਖੜੀ ਹੈ। ਸੋ ਕੋਪਰਨਿਕਸ ਯਾਨੀ ਕਿ ਹੋਇਆ ਹੈਗਾ, ਉਹਨੇ ਵੀ ਯਾਨੀ ਕਿ ਦੱਸਿਆ ਸੀ ਨਹੀਂ ਜਿਹੜਾ ਸੂਰਜ ਹੈਗਾ ਉਹਦੇ ਦੁਆਲੇ ਯਾਨੀ ਕਿ ਸਾਰੇ ਇਹ ਧਰਤੀ ਅਤੇ ਹੋਰ ਬਹੁਤ ਸਾਰੇ ਜਿਹੜੇ ਚੰਦ ਵਗੈਰਾ ਯਾਨੀ ਕਿ ਚੰਦ ਸਾਰੀ ਧਰਤੀ ਦੁਆਲੇ ਘੁੰਮਦਾ। ਸੋ ਇਹ ਯਾਨੀ ਕਿ ਜਿਹੜੇ ਬੰਦੇ ਹੋਏ ਹੈਗੇ, ਇਹਨਾਂ ਨੇ ਜਿਹੜੀ ਇੱਥੇ ਦੀ ਮੂਰਖਤਾ ਸੀਗੀ ਉਹਨੂੰ ਜਗ ਜ਼ਾਹਰ ਕੀਤਾ ਅਤੇ ਹੌਲੀ ਹੌਲੀ ਲੋਕਾਂ ਨੇ ਐਕਸੈਪਟ ਯਾਨੀ ਕਿ ਕਰ ਲਿਆ। ਸਾਡੇ ਯਾਨੀ ਕਿ ਜਿਹੜਾ ਏਸ਼ੀਅਨ ਕਲਚਰ ਦੇ ਵਿੱਚ ਯਾਨੀ ਕਿ ਇਹ ਹੈ ਸਾਡੇ ਇੱਕ ਤਾਂ ਜਿਹੜਾ ਹੈਗਾ ਬਹੁਤ ਬੁਰੀ ਤਰ੍ਹਾਂ ਭਰਮਾਰ ਹੈ। ਅਤੇ ਨਾਲ ਹੀ ਮੈਂ ਯਾਨੀ ਕਿ ਇਹਦੀ ਗੱਲ ਤੋਂ ਪਹਿਲਾਂ ਕਰ ਜਾਵਾਂ ਯਾਨੀ ਕਿ ਰਿਚਰਡ ਡਾਕਿੰਸ ਯਾਨੀ ਕਿ ਜਿਹੜਾ ਇੱਥੇ ਦਾ ਪ੍ਰੋਫੈਸਰ ਹੈਗਾ ਆਕਸਫੋਰਡ ਦਾ, ਉਹਨੇ ਵੀ ਇਹ ਚੈਲੰਜ ਕੀਤਾ ਹੈਗਾ ਵੀ ਜੇ ਕੋਈ ਮੈਨੂੰ ਮਿਰੇਕਲ ਕਰਕੇ ਦਿਖਾ ਦੇਵੇ, ਐਂਡ ਹੀ ਸਟਿਲ ਲਾਈਵ ਐਂਡ ਆਈ ਮੈਟ ਹਿਮ। ਉਹਦੀਆਂ ਕਿਤਾਬਾਂ ਵੀ ਕਿਹੜੀਆਂ ਹੈਗੀਆਂ ਉਹਦੀਆਂ ਪੜ੍ਹਨ ਵਾਲੀਆਂ। ਰਿਚਰਡ ਡਾਕਿੰਸ ਜੇ ਤੁਸੀਂ ਆਪਣੇ ਗੂਗਲ 'ਤੇ ਪਾਓ ਐਂਡ ਯੂ ਵਿਲ ਫਾਈਂਡ ਲੋਡਸ ਆਫ ਹਿਸ ਬੁੱਕਸ। ਅਤੇ ਉਹਨੇ ਵੀ ਇਹ ਕਹਿ ਲਿਆ ਵੀ ਬੱਚੇ ਨੂੰ ਯਾਨੀ ਕਿਹੜਾ ਹੈਗਾ ਧਰਮ ਬਾਰੇ ਸਿੱਖਿਆ ਦੇਣੀ, ਇਹ ਇੱਕ ਕਿਸਮ ਦਾ ਚਾਈਲਡ ਅਬਿਊਜ਼ ਹੈ। ਦਿਸ ਇਜ਼ ਰਿਚਰਡ ਡਾਕਿੰਸ ਸੇਇੰਗ, ਐਂਡ ਆਈ ਐਮ ਨੋਟ ਸੇਇੰਗ ਐਨੀਥਿੰਗ ਵੀ ਤੁਹਾਨੂੰ ਹਿੰਦੂ, ਸਿੱਖ, ਮੁਸਲਮਾਨ ਯਾਨੀ ਕਿ ਜਾਂ ਈਸਾਈ ਯਾਨੀ ਕਿ ਜਾਂ ਬੋਧੀ ਜਾਂ ਜੋ ਕੁਛ ਵੀ ਤੁਸੀਂ ਬਣਨਾ ਚਾਹੁੰਦੇ, ਦੈਟਸ ਅਪ ਟੂ ਯੂ, ਆਈ ਐਮ ਜਸਟ ਓਨਲੀ ਕੋਟਿੰਗ ਵਾਟ ਹੀ ਸੈਡ। ਸੋ ਵਾਟ ਐਕਚੁਅਲੀ ਹੈਜ਼ ਹੈਪਨਡ, ਬਲਵੀਰ ਜੀ ਯਾਨੀ ਕਿ ਜਿਹੜਾ ਧਰਮ ਦੇ ਯਾਨੀ ਕਿ ਜਿਹੜੇ ਪ੍ਰਚਾਰਕ ਸੀਗੇ, ਉਹਨਾਂ ਨੇ ਆਪਣਾ ਤੋਰੀ ਫੁਲਕਾ ਚਲਾਉਣ ਦੇ ਲਈ ਇਹ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਅਤੇ ਇਹਨਾਂ ਜਿਹੜੀਆਂ ਲੌਕਿਕ ਸ਼ਕਤੀਆਂ ਵਿੱਚ ਜਿਹੜਾ ਸੀ ਉਲਝਾਈ ਰੱਖਿਆ। ਅਤੇ ਨਾਲ ਹੀ ਯਾਨੀ ਕਿ ਜਿਹੜੇ ਅਮੀਰ ਤਬਕਾ ਸੀਗਾ ਉਹਨਾਂ ਨੇ ਉਹਨਾਂ ਦੀ ਪੂਰੀ ਸਪੋਰਟ ਕੀਤੀ। ਅਤੇ ਯਾਨੀ ਕਿ ਜਿਹੜੀ ਕਾਬਜ਼ ਜਮਾਤ ਸੀ, ਇਹ ਤਿੰਨੇ ਯਾਨੀ ਕਿਹੜੇ ਹੈਗੇ ਇਹ ਵੱਡੇ ਚੋਰ ਹੈ। ਇੱਕ ਤਾਂ ਕਾਬਜ਼ ਜਮਾਤਾਂ, ਦੂਸਰੇ ਯਾਨੀ ਕਿਹੜੇ ਬਹੁਤ ਅਮੀਰ ਲੋਕ ਸੀ, ਅਤੇ ਤੀਸਰਾ ਯਾਨੀ ਜਿਹੜਾ ਪੁਜਾਰੀ ਵਰਗ ਸੀਗਾ, ਉਹਨਾਂ ਨੇ ਇਹ ਜਿਹੜਾ ਹੈਗਾ ਬਹੁਤ ਸਾਰਾ ਅੰਧ ਵਿਸ਼ਵਾਸ ਲੋਕਾਂ ਵਿੱਚ ਫੈਲਾਇਆ। ਯਾਨੀ ਕਿਹੜਾ ਹੈਗਾ ਮਰਨ ਤੋਂ ਬਾਅਦ ਜੀ ਤੈਨੂੰ ਜਿਹੜਾ ਹੈਗਾ ਉੱਥੇ ਨਰਕ ਸਵਰਗ ਵਿੱਚ ਚਲ ਜਾਣਾ ਹੈਗਾ, ਜੇ ਤੂੰ ਆਹ ਕੰਮ ਕਰੂੰਗਾ ਅਤੇ ਆਹ ਕਰੂੰਗਾ। ਬਿਲਕੁਲ ਝੂਠ ਹੈ, ਅਜੇ ਤੱਕ ਕੋਈ ਨਰਕ ਸਵਰਗ ਕਿਸੇ ਨੂੰ ਮਿਲਿਆ ਨਹੀਂ ਹੈਗਾ। ਇਹਨਾਂ ਨੇ ਚੰਦ ਤੋਂ ਅੱਗੇ ਵੀ ਯਾਨੀ ਕਿਹੜਾ ਹੈਗਾ ਮਾਰਸ ਤੱਕ ਜਿਹੜੀ ਆ ਪੂਰੀ ਰਿਸਰਚ ਕਰ ਚੁੱਕੀ, ਇਹਨਾਂ ਦੇ ਕੋਲ ਫਾਈਂਡ ਐਨੀਥਿੰਗ ਐਟ ਆਲ। ਅਤੇ ਜਿਹੜਾ ਦਿਲ ਵਿੱਚ ਵੀ ਗੱਲਾਂ ਕਰਦੇ ਸੀ ਵੀ ਇਹਦੇ ਵਿੱਚ ਹੀ ਆਤਮਾ ਉਤਮਾ ਹੁੰਦੀ ਹੈ, ਕਿਤੇ ਅੜੀ ਆਤਮਾ ਇਹਨਾਂ ਨੂੰ ਲੱਭੀ ਨਹੀਂ ਹੈ ਵੀ ਕਿੱਥੇ ਆਤਮਾ ਹੈਗੀ ਆ। ਸੋ ਬਿਲਕੁਲ ਇਹ ਝੂਠ ਹੈਗਾ। ਅਤੇ ਇਸੇ ਕਰਕੇ ਯਾਨੀ ਕਿ ਜਿਹੜਾ ਸਾਨੂੰ ਸਾਡੇ ਮੁਲਕ ਦੀ ਤੁਸੀਂ ਇੱਕ ਕਿਸਮ ਦੀ ਇਹ ਕਹਿ ਲਓ
भी बदकिस्मती है, यानी कि जे मैं यह लफ्ज़ यूज़ करा भी आई डोंट लाइक, क्योंकि मेरे तो होर कोई लफ्ज़ नहीं हैगा। ये यानी कि बड़ा एक माड़ी गल है साडे मुल्क दे विच, सानू जमदियां ही नूं जिहड़ा हैगा साडी कंडीशनिंग हो जांदी है ले भी हाँ जी सब कुछ इत्ती कराई आ भी पता नहीं कित्थे हैगा तूं सब कुछ करन वाला, ते सानू यानी कि नपुंसक बनाउण दी यानी कि एक चाल है, सानू यानी कि जिहड़ा हैगा बहुत बुरी तरह इहदा खिलवाड़ कीता जांदा, साडी मानसिक साडा शोषण कीता जांदा। ते बहुत सारे केसिस विच साध बाबे ते होर जिहड़े जिन्ने चिल्ले चापटे हैगे आ ये औरतां दा ते होर आदमियां दा भी जिहड़ा हैगा सरीरक शोषण भी करदे है ते पैसे दा शोषण भी साडा हुंदा हैगा। सो मैं समझदा भी साडी ये अपब्रिंगिंग जिहड़ी हैगी आ ਉਹਦੇ ਵਿੱਚ ਨੁਕਸ ਹੈਗਾ। ਜਿੰਨੀ ਦੇਰ ਜਾਣੀ ਕਿ ਅਸੀਂ ਇਹਨੂੰ ਵਿਗਿਆਨਕ ਨਜ਼ਰੀਏ ਤੋਂ ਨਹੀਂ ਦੇਖਦੇ ਹੈਗੇ, ਈਵਨ ਗੁਰੂ ਨਾਨਕ ਦੇਵ ਜੀ ਨੇ ਬੜੀ ਕੋਸ਼ਿਸ਼ ਕੀਤੀ ਲੈ ਵੀ ਉਹਨਾਂ ਨੇ ਵੀ ਵਹਿਮਾਂ ਭਰਮਾਂ ਦੇ ਖਿਲਾਫ ਜਿਹੜਾ ਝੰਡਾ ਚੱਕਿਆ, ਉਹਨਾਂ ਨੇ ਪੰਡਤਾਂ ਨੂੰ ਵੀ ਜਾਣੀ ਕਿਹੜਾ ਚੈਲੰਜ ਕੀਤਾ ਵੀ ਜੇ ਜਿਹੜਾ ਹੈ ਤੁਹਾਡਾ ਪਾਣੀ ਸੂਰੀ ਤੱਕ ਪਹੁੰਚ ਸਕਦਾ ਤੇ ਮੇਰਾ ਕਰਤਾਰਪੁਰ ਕਿਉਂ ਨਹੀਂ ਪਹੁੰਚ ਸਕਦਾ। ਤੇ ਉਹਨਾਂ ਨੇ ਵਹਿਮਾਂ ਭਰਮਾਂ ਦੇ ਖਿਲਾਫ ਚੱਕਰ ਜਾਣੀ ਕਿ ਬਹੁਤ ਚਲਾਇਆ। ਹਜੇ ਵੀ 550 ਸਾਲ ਜਾਣ ਤੋਂ ਬਾਅਦ ਵੀ ਉਹਨਾਂ ਦੇ ਅਜੇ ਤੱਕ ਵੀ ਅਸੀਂ ਉਹਨਾਂ ਵਹਿਮਾਂ ਭਰਮਾਂ 'ਚ ਫਸੇ ਹਾਂ, ਅਸੀਂ ਅਜੇ ਵੀ ਟੀਵੀਆਂ ਟੂਣਿਆਂ ਵਿੱਚ ਫਸੇ ਹਾਂ। ਜੇ ਇਹਨਾਂ ਕੋਲ ਕੋਈ ਕਿਸ ਤਰ੍ਹਾਂ ਦੀ ਕੋਈ ਪਾਵਰ ਹੋਵੇ ਤਾਂ ਸਾਨੂੰ ਨੈਸ਼ਨਲ ਹੈਲਥ ਸਰਵਿਸ ਦੀ ਬਲਵੀਰ ਜੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਜਿਹੜੇ ਹੈਗੇ ਆ ਕਿਸੇ ਕੈਂਸਰ ਦਾ ਇਲਾਜ ਕਰ ਸਕਦੇ ਹੈਗੇ ਆ। ਹੁਣ ਆਪਣੇ ਕਰੋਨਾ ਵਾਇਰਸ ਦਾ ਇਨਕੇ ਇਹ ਇਲਾਜ ਲੱਭ ਲੈਂਦੇ, ਇਹ ਇਹਨਾਂ ਦੇ ਤਾਂ ਦਰਵਾਜ਼ੇ ਸਾਰੇ ਬੰਦ ਹੋ ਗਏ, ਗੁਰਦੁਆਰੇ ਵੀ ਬੰਦ ਹੋ ਗਏ, ਮੰਦਰ ਵੀ ਬੰਦ ਰਹੇ, ਮਸੀਤਾਂ ਵੀ ਬੰਦ ਰਹੀਆਂ, ਚਰਚ ਵੀ ਜਾਣੀ ਕਿ ਬੰਦ ਹੋ ਗਏ। ਉਦੋਂ ਇਹ ਕੁਛ ਨਹੀਂ ਕਰ ਸਕੇ, ਨਾ ਇਹਨਾਂ ਨੇ ਕੋਈ ਦਵਾਈ ਕੱਢੀ ਹੈ ਤੇ ਸਾਇੰਸਦਾਨਾਂ ਨੇ ਦਵਾਈ ਕੱਢੀ ਹੈ। ਸੋ ਇਸ ਕਰਕੇ ਯਾਨੀ ਕਿ ਜਿਹੜਾ ਇਹ ਜਿਹੜੀ ਸ਼ੋਸ਼ਣ ਦੀ ਤੁਸੀਂ ਗੱਲ ਕੀਤੀ ਹੈਗੀ ਆ, ਇਸ ਜਹਾਲਤ ਕਰਕੇ, ਇਸ ਅਨਪੜ੍ਹਤਾ ਕਰਕੇ ਜਿਹੜਾ ਸਾਡਾ ਸ਼ੋਸ਼ਣ ਹੁੰਦਾ। ਤੇ ਮੈਂ ਯਾਨੀ ਕਿ ਇੱਕ ਹੋਰ ਗੱਲ ਵੀ ਕਹਿਣਾ ਹੁੰਦਾ, ਜਿੱਥੇ ਵੀ ਜ਼ਿਆਦਾ ਧਾਰਮਿਕ ਸਥਾਨ ਹੋਣਗੇ, ਜਿਸ ਏਰੀਏ ਵਿੱਚ, ਜਿਸ ਪਿੰਡ ਵਿੱਚ, ਜਿਸ ਇਲਾਕੇ ਵਿੱਚ, ਉਨੇ ਹੀ ਉੱਥੇ ਮੂਰਖ ਲੋਕ ਯਾਨੀ ਕਿ ਜ਼ਿਆਦਾ ਰਹਿੰਦੇ ਹੋਣਗੇ। ਸੋ ਦੈਟਸ ਦ ਪ੍ਰਪੋਰਸ਼ਨੇਟ। ਸੋ ਤੁਹਾਨੂੰ ਲੱਗਦਾ ਕਿ ਇੱਕ ਜਿਹੜਾ ਅੰਧ ਵਿਸ਼ਵਾਸ ਹੈਗਾ ਉਹ ਬੰਦੇ ਨੂੰ ਅਪਾਹਿਜ ਕਰ ਦਿੰਦਾ ਹੈ। ਬਿਲਕੁਲ ਬਿਲਕੁਲ, ਜਿਹਦੇ ਕਰਕੇ ਅਸੀਂ ਆਪਣੀ ਗਰੋਥ ਨਹੀਂ ਕਰ ਸਕਦੇ, ਬਿਕੋਜ਼ ਅਸੀਂ ਉਸੇ ਅਲੌਕਿਕ ਸ਼ਕਤੀਆਂ ਵੀ ਹੈ ਸਾਡੇ ਨਾਲ ਹੋ ਜਾਏਗਾ, ਅਸੀਂ ਬੈਟਰ ਹੋ ਜਾਵਾਂਗੇ ਤੇ ਅਸੀਂ ਇੱਕ ਮੈਡੀਕਲ ਟਰਮਸ ਨੂੰ ਛੱਡ ਦਿੰਦੇ ਹਾਂ ਤੇ ਅਸੀਂ ਇਸ ਵਿਸ਼ਵਾਸ ਦੇ ਵਿੱਚ ਹੁੰਦੇ ਹਾਂ ਵੀ ਹਾਂ ਇਸ ਚੀਜ਼ ਦੇ ਨਾਲ ਮੈਨੂੰ ਫਰਕ ਪੈ ਜਾਏਗਾ, ਜੋ ਕਿ ਨਹੀਂ ਹੁੰਦਾ ਸਰਟਨ ਟਾਈਮ। ਐਂਡ ਤੇ ਇਹ ਆਦਤਾਂ ਅਸੀਂ ਸੁਧਾਰ ਕਿੱਦਾਂ ਸਕਦੇ ਹਾਂ? ਆਈ ਮੀਨ ਦੇਅਰ ਇਜ਼ ਅ ਪ੍ਰੋਬਲਮ ਇਨ ਆਵਰ ਸੋਸਾਇਟੀ ਵਿੱਚ, ਇਹ ਪ੍ਰੋਬਲਮ ਤਾਂ ਹੈਗੀ ਹੈ, ਪਰ ਜਦੋਂ ਸਾਨੂੰ ਪਤਾ ਹੈ ਵੀ ਇਹ ਚੀਜ਼ ਚੱਲ ਰਹੀ ਹੈ ਤੇ ਅਸੀਂ ਐਜ਼ ਏ ਅਸੀਂ ਕਿਹੜੇ ਕਦਮ ਉਠਾਈਏ ਕਿ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਸੋਸਾਇਟੀ ਨੂੰ ਬੈਟਰ ਬਣਾ ਸਕੀਏ ਆਉਣ ਵਾਲੇ ਟਾਈਮ ਦੇ ਵਿੱਚ? ਬਹੁਤ ਵਧੀਆ ਸਵਾਲ ਹੈ ਬਲਵੀਰ ਜੀ। ਇੱਕ ਤਾਂ ਮੈਂ ਇਹ ਤੋਂ ਪਹਿਲਾਂ ਇਹ ਵੀ ਗੱਲ ਕਰਾਂ, ਪਲੇਸੀਬੋ ਇਫੈਕਟ ਦੀ ਵੀ ਗੱਲ ਹੁੰਦੀ ਹੈ ਕਈ ਵਾਰੀ, ਯਾਨੀ ਕਿਹੜਾ ਹੈਗਾ ਸਾਡਾ ਮਾਈਂਡ ਜਿਹੜਾ ਇਜ਼ ਵੈਰੀ ਵੈਰੀ ਪਾਵਰਫੁਲ, ਤੇ ਉਹ ਕਈ ਸਾਨੂੰ ਹਜੇ ਤੱਕ ਯਾਨੀ ਕਿ ਆਪਾਂ ਇਹ ਕਹਿੰਦੇ ਵੀ ਮੇਰੇ ਦਿਲ ਦੀ ਗੱਲ ਸੁਣ ਲਾ, ਜਦੋਂ ਕਿ ਦਿਲ ਤਾਂ ਵਿਚਾਰਾ ਇੱਕ ਜਿਹੜਾ ਹੈਗਾ ਉਹ ਲੋਥੜਾ ਹੈ, ਉਹ ਤਾਂ ਮੀਟ ਦਾ ਇੱਕ ਹਿੱਸਾ ਹੈਗਾ, ਯਾਨੀ ਕਿ ਸੋਚਣ ਦਾ ਕੰਮ ਜਿਹੜਾ ਸੀਗਾ ਉਹ ਸਾਡਾ ਦਿਮਾਗ ਕਰਦਾ ਹੈਗਾ। ਸੋ ਕਿਉਂਕਿ ਪਹਿਲਾਂ ਉਸ ਟਾਈਮ 'ਤੇ ਪਤਾ ਨਹੀਂ ਸੀ ਲੋਕਾਂ ਨੂੰ ਜਿਹੜਾ ਹੈਗਾ ਲੈ ਵੀ ਇਹ ਦਿਲ ਕਿੱਦਾਂ ਕੰਮ ਕਰਦਾ ਹੈਗਾ, ਖੂਨ ਦਾ ਸੰਚਾਰ ਕਿੱਦਾਂ। ਜਿਹਨਾਂ ਲੋਕਾਂ ਨੇ ਇਹਨਾਂ ਬਾਰੇ ਰਿਸਰਚ ਕੀਤੀ, ਕਿਤੇ ਫਾਈਂਡ ਆਊਟ ਕਰਕੇ ਦੇਖੋ ਗੂਗਲ 'ਤੇ, ਕਿਉਂਕਿ ਆਮ ਰਾਈਟਿੰਗ ਦਾ ਬਾਇਓਗ੍ਰਾਫੀਜ਼ ਆਫ ਦਿਸ ਪੀਪਲ। ਅਤੇ ਇੱਕ ਯਾਨੀ ਜਿਹੜੀ ਮੇਰੀ ਕਿਤਾਬ ਹੈਗੀ ਬੜੀ ਛੇਤੀ ਆ ਰਹੀ ਹੈ, ਜਿਹੜਾ ਉਹਦਾ ਨਾਂ ਰੱਖਿਆ ਵਿਗਿਆਨੀ ਬਾਬੇ, ਵੀ ਜਿਹੜੇ ਸਾਇੰਸਦਾਨ ਹੋਏ ਹੈਗੇ ਆ ਉਹਨਾਂ ਦੀਆਂ ਬਾਇਓਗ੍ਰਾਫੀਜ਼ ਵਿੱਚ ਮੈਂ ਉਹਦੇ ਲਿਖੀਆਂ ਹੈਗੀਆਂ ਵੀ ਜਿਹੜੀਆਂ ਉਹਨਾਂ ਨੇ ਕਾਢਾਂ ਕੱਢੀਆਂ। ਸੋ ਮੇਰਾ ਮਤਲਬ ਕਹਿਣ ਦਾ ਉਸ ਟਾਈਮ 'ਤੇ ਇਹ ਸਾਡਾ ਕੌਨਸੈਪਟ ਸੀਗਾ ਵੀ ਸਾਡਾ ਯਾਨੀ ਕਿ ਦਿਲ ਸੋਚਦਾ ਹੈ, ਦਿਲ ਵਿਚਾਰਾ ਕੁਛ ਨਹੀਂ ਸੋਚਦਾ ਦਿਮਾਗ ਹੈਗਾ, ਦਿਮਾਗ ਦੀ ਯਾਨੀ ਜਿਹੜੀ ਬਣਤਰ ਹੈਗੀ ਉਹ ਬੜੀ ਗੁੰਝਲਦਾਰ ਹੈ। ਉਹਦੇ ਬਾਰੇ ਵੀ ਅਜੇ ਤੱਕ ਸਾਨੂੰ 100% ਨਹੀਂ ਸਾਨੂੰ ਪਤਾ ਲੱਗ ਰਿਹਾ ਸੀ। ਬਹੁਤ ਸਾਰੀਆਂ ਅਜੇ ਵੀ ਖੋਜਾਂ ਕਰ ਰਹੇ ਵੀ ਸਾਡਾ ਦਿਮਾਗ ਕੰਮ ਕਿੱਦਾਂ ਕਰਦਾ ਹੈਗਾ, ਐਡੀ ਵੱਡੀ ਮਸ਼ੀਨਰੀ ਕਿੱਦਾਂ ਕੰਮ ਕਰਦੀ ਹੈਗੀ ਹੈ। ਸੋ ਯਾਨੀ ਕਿ ਜਿਹੜੀ ਗੱਲ ਤੁਸੀਂ ਯਾਨੀ ਕਿ ਇਹ ਕੀਤੀ ਹੈਗੀ ਲੈ ਵੀ ਇਹਦਾ ਛੁਟਕਾਰਾ ਇਹ ਤੋਂ ਕਿੱਦਾਂ ਪਾਇਆ ਜਾ ਸਕਦਾ, ਇੱਕ ਤਾਂ ਇਹ ਹੈਗਾ ਲੈ ਵੀ ਜਦੋਂ ਜਿੰਨੀ ਦੇਰ ਸਾਡੇ ਵਿੱਚ ਵਾਈ ਐਂਡ ਵੇਅਰ ਐਂਡ ਹਾਊ ਦੀ ਸੋਰਟ ਆਫ ਕੁਐਸਚਨਸ ਜਦੋਂ ਅਸੀਂ ਨਹੀਂ ਕਰਦੇ ਲੈ ਵੀ ਇਹ ਕਿੱਦਾਂ ਹੈ, ਇਹ ਕਿਉਂ ਯਾਨੀ ਕਿ ਇੱਦਾਂ ਹੈਗਾ, ਕਿੱਥੇ ਇੱਦਾਂ ਹੋਇਆ ਹੈਗਾ, ਇਹਦਾ ਪ੍ਰੂਫ ਕੀ ਹੈਗਾ, ਉਨੀ ਦੇਰ ਜਿਹੜਾ ਹੈਗਾ ਅਸੀਂ ਇਸ ਜਿਹੜੀ ਇਸ ਜਿਲਣ ਵਿੱਚੋਂ, ਇਸ ਯਾਨੀ ਕਿ ਜਿਹੜੀ ਦਲਦਲ ਦੇ ਵਿੱਚੋਂ ਬਾਹਰ ਨਿਕਲ ਸਕਦੇ। ਜਦੋਂ ਵੀ ਤੁਹਾਨੂੰ ਕੋਈ ਕਹਿੰਦਾ ਹੈਗਾ, ਤੁਸੀਂ ਦੇਖਿਆ ਹੋਣਾ ਕੋਈ ਸਾਧ ਬਾਬਾ ਇੱਕ ਕਥਾ ਕਰਦਾ ਹੋਵੇ, ਉਹ ਕਹਿੰਦਾ ਵੀ ਤੁਸੀਂ ਕੁਐਸਚਨ ਨਹੀਂ ਪੁੱਛਣੇ ਹੈਗੇ, ਤੁਹਾਨੂੰ ਜੀ ਜਿਹੜਾ ਹੈਗਾ ਬਸ ਵਿਸ਼ਵਾਸ ਚਾਹੀਦਾ ਜੀ ਬਾਬਾ ਜੀ 'ਤੇ। ਉਹ ਬਾਬਾ ਜੀ ਨੂੰ ਪਤਾ ਹੈਗਾ ਲੈ ਜਦੋਂ ਮੇਰੇ ਵਰਗੇ ਨੂੰ ਕਿਤੇ ਸਵਾਲ ਪੁੱਛ ਲਿਆ, ਮੈਨੂੰ ਦਿਖਾਲ ਕਰਕੇ ਕਰਾਮਾਤ ਕਰਕੇ ਦਿਖਾਲ। ਬਹੁਤ ਸਾਰੇ ਬਾਬੇ ਉੱਬੇ ਹੋਏ ਆ ਜਿਨ੍ਹਾਂ ਨੇ ਝੂਠੀਆਂ ਕਰਾਮਾਤਾਂ ਕੀਤੀਆਂ ਅਤੇ ਉਹਨਾਂ ਦੇ ਪਿੱਛੇ ਜਾਂ ਤਾਂ ਕੋਈ ਰਸਾਇਣਿਕ ਕਿਰਿਆ ਕੰਮ ਕਰਦੀ ਹੁੰਦੀ ਹੈਗੀ ਆ, ਕੈਮੀਕਲਸ ਯਾਨੀ ਕਿ ਕੰਮ ਕਰਦੇ ਹੈਗੇ ਆ, ਅਤੇ ਜਾਂ ਯਾਨੀ ਕਿ ਕੋਈ ਉਹਨਾਂ ਨੇ ਹੋਰ ਧੋਖਾ ਕੀਤਾ ਹੁੰਦਾ ਜਿਹੜਾ ਕਿ ਤੁਹਾਨੂੰ ਅੱਖਾਂ ਦੇ ਸਾਹਮਣੇ ਨਹੀਂ ਦਿਸ ਰਿਹਾ ਹੈਗਾ। ਉਹਨਾਂ ਨੇ ਕੋਈ ਚੁਸਤੀਆਂ ਚਲਾਕੀਆਂ ਕੀਤੀਆਂ ਹੁੰਦੀਆਂ ਹੈਗੀਆਂ, ਕੋਈ ਜਾਦੂ ਟੂਮ ਜਾਣੀ ਕਿ ਕੀਤਾ ਹੁੰਦਾ, ਉਹ ਜਾਣੀ ਕਿ ਜਿਹੜਾ ਕਿ ਇੱਕ ਕਰਾਮਾਤ ਨਹੀਂ ਹੁੰਦੀ ਹੈਗੀ, ਉਹ ਤਾਂ ਜਿੱਦਾਂ ਕਹਿੰਦੇ ਹੱਥ ਦੀ ਸਫਾਈ ਵਾਲੀ ਗੱਲ ਹੁੰਦੀ ਹੈ। ਸੋ ਇਸ ਕਰਕੇ ਜੇ ਤੁਹਾਨੂੰ ਆਪਣੇ ਬੱਚੇ ਨੂੰ ਛੋਟੇ ਹੁੰਦੇ ਤੋਂ ਹੀ ਕੁਐਸਚਨ ਕਰਨ ਦੀ ਜਿਹੜੀ ਹੈਗੀ ਆਦਤ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਬੱਚੇ ਦੀ ਜਿਹੜੀ ਜਿਗਿਆਸਾ ਹੈਗੀ ਆ ਬਹੁਤ ਜ਼ਿਆਦਾ ਹੁੰਦੀ ਹੈ, ਉਹ ਹਰ ਚੀਜ਼ ਬਾਰੇ ਪੁੱਛਦਾ ਲੈ ਵੀ ਆਹ ਕੀ ਹੈ, ਉਹ ਕੀ ਹੈ। ਜਦੋਂ ਤੁਸੀਂ ਇਹ ਕਹਿਣ ਲੱਗੇ ਵੀ ਨਹੀਂ ਤੂੰ ਮੇਰੇ ਤੋਂ ਸਵਾਲ ਨਹੀਂ ਪੁੱਛਣਾ ਹੈਗਾ, ਜਿਹੜਾ ਕਿ ਸਾਡੇ ਕਲਚਰ ਵਿੱਚ ਬਹੁਤ ਬੜਾ ਨੁਕਸ ਹੈਗਾ ਏਸ਼ੀਅਨ ਕਲਚਰ ਦੇ ਵਿੱਚ,
ਅਸੀਂ ਯਾਨੀ ਕਿ ਬੱਚੇ ਨੂੰ ਕਹਿੰਦੇ ਤੂੰ ਮੇਰੇ ਤੋਂ ਸਵਾਲ ਪੁੱਛਦਾ, ਮੈਂ ਤੇਰੀ ਮਾਂ ਆ, ਮੈਂ ਤੇਰਾ ਬਾਪ ਹੈਗਾ, ਮੈਂ ਤੇਰਾ ਵੱਡਾ ਭਰਾ ਆ, ਹੈ ਮੈਂ ਤੇਰੀ ਵੱਡੀ ਭੈਣ ਆ। ਯਾਨੀ ਕਿ ਇਹ ਜਿਹੜੀ ਜਦੋਂ ਅਸੀਂ ਇਹ ਗੱਲ ਕਹਿੰਦੇ ਹੈਗੇ ਉਹ ਬੱਚੇ ਦਾ ਸਾਰਾ ਜਿਹੜੀ ਜਿਗਿਆਸਾ, ਜਿਹੜੀ ਉਹਦੀ ਕਿਉਰਿਓਸਿਟੀ ਜਿਹੜੀ ਹੈਗੀ ਉਹ ਖਤਮ ਹੋ ਜਾਂਦੀ ਹੈ। ਸੋ ਇਸ ਚੀਜ਼ ਨੂੰ ਸਾਨੂੰ ਵਧਾਉਣਾ ਚਾਹੀਦਾ। ਇਸ ਮੁਲਕ ਦੇ ਵਿੱਚ ਈਵਨ ਛੋਟੇ ਬੱਚੇ ਵੀ ਜਦੋਂ ਨਰਸਰੀ ਵਿੱਚ ਵੀ ਜਾਂਦੇ ਹੈ, ਯਾਨੀ ਕਿ ਜਾਂ ਪ੍ਰਾਇਮਰੀ ਸਕੂਲ ਵਿੱਚ ਵੀ ਜਾਂਦੇ ਹੈ, ਤੇ ਉੱਥੇ ਹੀ ਯਾਨੀ ਕਿ ਉਹਨਾਂ ਬੱਚਿਆਂ ਨੂੰ ਕਹਿੰਦੇ ਤੂੰ ਇਹਦੇ ਬਾਰੇ ਜਿਹੜਾ ਹੈਗਾ ਪ੍ਰੋਜੈਕਟ ਲਿਖਣਾ ਹੈਗਾ। ਫਾਰ ਐਗਜ਼ਾਮਪਲ ਉਹ ਕਹਿੰਦੇ ਪਾਣੀ ਬਾਰੇ ਪ੍ਰੋਜੈਕਟ ਲਿਖਣਾ ਹੈਗਾ, ਉਹ ਬੱਚਾ ਪਾਣੀ ਬਾਰੇ ਪ੍ਰੋਜੈਕਟ ਲਿਖਦਾ, ਦੇਖਦਾ ਰਹੇ ਪਾਣੀ ਕਿੱਥੋਂ ਕਿੱਥੋਂ ਆਉਂਦਾ ਹੈਗਾ, ਪਾਣੀ ਦੇ ਕੀ ਉਹਦੇ ਯਾਨੀ ਕਿ ਪੋਜ਼ੀਟਿਵ ਪੱਖ ਕੀ ਹੈਗੇ, ਉਹਦੇ ਨੈਗੇਟਿਵ ਪੱਖ ਕੀ ਹੈਗੇ, ਉਹ ਆਪ ਸਾਰੀ ਰਿਸਰਚ ਕਰਦਾ। ਉਹ ਬੱਚੇ ਨੂੰ ਦੱਸਦੇ ਵੀ ਨਹੀਂ ਹੈ, ਕਹਿੰਦੇ ਤੂੰ ਆਪ ਲਾਇਬ੍ਰੇਰੀ ਵਿੱਚ ਜਾਈਂ, ਉੱਥੋਂ ਕਿਤਾਬਾਂ ਲੈ ਕੇ ਆਈਂ ਐਂਡ ਦੈਨ ਯੂ ਫਾਈਂਡ ਆਊਟ। ਸੋ ਉਹ ਕੁਐਸਚਨਿੰਗ ਕਰਨ ਦੀ ਜਿਹਨੂੰ ਅੰਗਰੇਜ਼ੀ ਵਿੱਚ ਸ਼ਾਇਦ ਅੱਗੇ ਵੀ ਇੱਕ ਦੋ ਵਾਰੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਜਿਹਨੂੰ ਆਪਾਂ ਕ੍ਰਿਟੀਕਲ ਐਨਾਲਿਸਿਸ ਕਹਿੰਦੇ ਹੈਗੇ ਆ, ਜਿਹਨੂੰ ਆਲੋਚਨਾਤਮਕ ਵਿਸ਼ਲੇਸ਼ਣ ਕਹਿੰਦੇ ਹੈਗੇ ਆ, ਉਹਦੀ ਸਾਡੇ ਵਿੱਚ ਬਹੁਤ ਸਾਰੀ ਘਾਟ ਹੈ। ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਘਾਟ ਹੈ, ਸਾਡੀ ਬਰੋਟਾ ਵਿੱਚ ਬਹੁਤ ਸਾਰੀ ਉਹਦੀ ਘਾਟ ਹੈਗੀ ਆ। ਅਸੀਂ ਯਾਨੀ ਕਿ ਸਵਾਲ ਕਰਨ ਦੀ ਪਿਰਤ ਯਾਨੀ ਕਿ ਹੈਗੀ ਬੱਚਿਆਂ ਨੂੰ ਪਾਉਂਦੇ ਨਹੀਂ ਹੈ। ਉਹ ਅਸੀਂ ਕਹਿੰਦੇ ਚੁੱਪ ਕਰਕੇ ਬਹਿ ਜਾ, ਇੱਥੇ ਤੂੰ ਮੱਥਾ ਟੇਕ, ਤੂੰ ਉਹਨੂੰ ਜੀ ਫਲਾਣੇ ਜੀ ਤੂੰ ਜਿਹੜਾ ਹੈਗਾ ਇਹਦੇ ਪੈਰੀਂ ਹੱਥ ਲਾ। ਮੈਂ ਬਾਬੇ ਦੇ ਯਾਨੀ ਕਿ ਜਾਂ ਕਿਸੇ ਸਿਆਣੇ ਬੰਦੇ ਦੇ ਪੈਰੀਂ ਹੱਥ ਕਿਉਂ ਲਾਵਾਂ? ਮਤਲਬ ਮੇਰਾ ਇਹ ਹੈਗਾ ਆਈ ਵਾਂਟ ਟੂ ਲੁੱਕ ਐਟ ਦਾ ਬਿਹੇਵੀਅਰ। ਜੇ ਉਹਦਾ ਬਿਹੇਵੀਅਰ ਚੰਗਾ ਹੈਗਾ, ਆਈ ਵਿਲ ਰਿਸਪੈਕਟ ਦਾ ਬਿਹੇਵੀਅਰ ਆਫ ਦੀ ਪਰਸਨ, ਨਾਟ ਦਾ ਏਜ ਆਫ ਦੀ ਪਰਸਨ। ਕਿਉਂਕਿ ਬਹੁਤ ਸਾਰੇ ਯਾਨੀ ਕਿ ਲੋਕ ਦੇਖੇ ਹੈ ਜਿਹੜੀ ਵੱਡੀ ਉਮਰ ਦੇ ਹੈਗੇ ਆ, ਉਹਨਾਂ ਨੇ ਚਾਈਲਡ ਅਬਿਊਜ਼ ਬੜਾ ਕੀਤਾ ਹੈਗਾ ਇਸੇ ਪਰਦੇ ਵਿੱਚ ਲੈ ਵੀ ਨਹੀਂ ਇਹ ਤਾਂ ਜੀ ਵੱਡੀ ਉਮਰ ਦਾ ਇਹ ਤਾਂ ਕੁਛ ਨਹੀਂ ਕਰ ਸਕਦਾ। ਦੈਟਸ ਨੋਟ ਟਰੂ ਐਟ ਹੋਲ। ਸੋ ਮੈਂ ਸਮਝ ਲਿਆ ਵੀ ਜਿਹੜਾ ਸਾਡਾ ਬਿਹੇਵੀਅਰ ਹੈਗਾ ਉਹਦੇ 'ਤੇ ਕਿੰਤੂ ਪ੍ਰੰਤੂ ਕਰਨਾ ਸਾਡਾ ਬਹੁਤ ਜ਼ਰੂਰੀ ਹੈਗਾ। ਅਤੇ ਉਹ ਜਿੰਨੀ ਦੇਰ ਸਾਡੇ ਸਮਾਜ ਦੇ ਵਿੱਚ ਇਹ ਨਹੀਂ ਉਹਦਾ ਇੱਕ ਅਨਿੱਖੜ ਮੰਗ ਨਹੀਂ ਬਣਦਾ ਹੈਗਾ ਕਿੰਤੂ ਪ੍ਰੰਤੂ ਕਰਨਾ, ਉਨੀ ਦੇਰ ਮੈਨੂੰ ਕੋਈ ਸੁਧਾਰ ਦੇ ਚਾਂਸਿਸ ਨਹੀਂ ਲੱਗਦੇ ਹੈ। ਦੂਸਰਾ ਯਾਨੀ ਕਿ ਇਹ ਵੀ ਮੈਂ ਕਹਿਣਾ ਚਾਹੁੰਦਾ ਵੀ ਤੁਹਾਨੂੰ ਜਿਹੜੀਆਂ ਮੇਰੀਆਂ ਗੱਲਾਂ 'ਤੇ ਤੁਸੀਂ ਬਿਲਕੁਲ ਨਾ ਯਕੀਨ ਕਰੋ। ਜਿਸ ਤਰ੍ਹਾਂ ਬੁੱਧ ਕਹਿੰਦਾ ਸੀਗਾ ਯੂ ਟਰਾਈ ਟੂ ਫਾਈਂਡ ਆਊਟ ਯੋਰਸੈਲਫ। ਵੀ ਜਾਂ ਕਿ ਜੋ ਕਿਤਾਬਾਂ ਵਿੱਚ ਗ੍ਰੰਥਾਂ ਵਿੱਚ ਯਾਨੀ ਕਿ ਜੋ ਲਿਖਿਆ ਹੈਗਾ ਉਹਦੇ 'ਤੇ ਵਿੱਚ ਕੀ ਤੁਸੀਂ ਯਕੀਨ ਨਾ ਕਰੋ। ਜੋ ਬਲਵੀਰ ਹੋਣੀ ਕਹਿੰਦੇ ਜਾਂ ਮੈਂ ਕਹਿੰਦਾ ਹੈਗਾ ਜਾਂ ਤੁਹਾਨੂੰ ਕੋਈ ਹੋਰ ਕੋਈ ਕਹਿ ਰਿਹਾ, ਡੋਂਟ ਟਰਸਟ ਦੈਟ, ਯੂ ਟਰਾਈ ਟੂ ਫਾਈਂਡ ਆਊਟ ਯੋਰਸੈਲਫ। ਤੁਸੀਂ ਆਪਣੇ ਆਪ ਯਾਨੀ ਕਿ ਪੜ੍ਹਾਈ ਕਰੋ, ਉਹਦੇ ਬਾਰੇ ਕਿੰਤੂ ਪ੍ਰੰਤੂ ਕਰੋ। ਇਸ ਮੁਲਕ ਦੀ ਜਿਹੜੀ ਐਜੂਕੇਸ਼ਨ ਹੈ ਮੈਨੂੰ ਯਾਨੀ ਕਿ ਫਾਇਦਾ ਇਹ ਹੋਇਆ ਕਿਉਂਕਿ ਮੈਂ ਉੱਥੋਂ ਡਿਗਰੀ ਕਰਕੇ ਆਇਆ ਸੀ। ਬਾਕੀ ਦੀ ਯਾਨੀ ਕਿ ਜਿਹੜੀ ਹਾਇਰ ਸਟੱਡੀ ਹੈਗੀ ਆ, ਮਾਸਟਰਸ ਹੈ ਯਾਨੀ ਕਿ ਜਾਂ ਡਾਕਟਰੇਟ ਲੈਵਲ ਤੱਕ ਹੈ ਜਾਂ ਹੋਰ ਕਈ ਤਰ੍ਹਾਂ ਦੇ ਡਿਪਲੋਮੇ ਜਿਹੜੇ ਹੈ ਮੈਂ ਇੱਥੇ ਆਣ ਕੇ ਕੀਤੇ ਐਂਡ ਇੱਥੇ ਯੂਨੀਵਰਸਿਟੀਆਂ ਵਿੱਚ 16-17 ਸਾਲ ਪੜ੍ਹਾਇਆ ਵੀ। ਅਤੇ ਉਹਦਾ ਯਾਨੀ ਕਿ ਮੈਨੂੰ ਫਰਕ ਇਹ ਪਿਆ ਦੈਨ ਆਈ ਕੁਡ ਕੰਪੇਅਰ ਵੀ ਜਿਹੜਾ ਐਜੂਕੇਸ਼ਨ ਸਿਸਟਮ ਸਾਡਾ ਉੱਥੇ ਦਾ ਇੰਡੀਆ ਵਾਲਾ ਕਿੱਦਾਂ ਦਾ ਹੈਗਾ ਅਤੇ ਇਸ ਮੁਲਕ ਵਿੱਚ ਕਿੱਦਾਂ ਦਾ ਹੈਗਾ। ਇੱਥੇ ਯਾਨੀ ਕਿ ਬੱਚਿਆਂ ਨੂੰ ਕ੍ਰਿਟੀਕਲ ਐਨਾਲਿਸਿਸ ਸਿਖਾਉਂਦੇ ਹੈ। ਜਦੋਂ ਤੁਸੀਂ ਅਸਾਈਨਮੈਂਟ ਲਿਖਦੇ ਹੈ ਕਿਸੇ ਸਬਜੈਕਟ ਬਾਰੇ ਵੀ, ਤੁਸੀਂ ਯਾਨੀ ਕਿ ਪ੍ਰੋ ਐਂਡ ਯਾਨੀ ਕਿ ਅਗੇਂਸਟ ਯਾਨੀ ਕਿਹੜਾ ਹੈਗਾ ਉਹਦੇ ਹੱਕ ਵਿੱਚ ਯਾਨੀ ਕਿ ਕਿਹੜੇ ਆਰਗੂਮੈਂਟਸ ਹੈ ਤੁਹਾਡੇ, ਉਹਦੇ ਖਿਲਾਫ ਆਰਗੂਮੈਂਟਸ ਕਿਹੜੇ ਹੈਗੇ, ਐਂਡ ਦੈਨ ਯੂ ਕਨਕਲੂਡ ਐਂਡ ਯੂ ਗਿਵ ਦਾ ਐਵੀਡੈਂਸ ਵਿਦ ਉਹਨਾਂ ਜਿਹੜੇ ਤੁਹਾਡੇ ਆਰਗੂਮੈਂਟਸ ਹੈਗੇ ਯੂ ਹੈਵ ਟੂ ਬੈਕ ਇਟ ਅਪ ਵਿਦ ਦਾ ਐਵੀਡੈਂਸ ਫਰੋਮ ਦਾ ਲਿਟਰੇਚਰ। ਸੋ ਮੈਂ ਮਹਿਸੂਸ ਕਰ ਲਿਆ ਵੀ ਇਹ ਯਾਨੀ ਕਿ ਜਿਹੜੀ ਪਿਰਤ ਹੈਗੀ ਇੱਥੇ ਐਜੂਕੇਸ਼ਨ ਸਿਸਟਮ ਦੀ ਉਹ ਸਾਨੂੰ ਜਿਹੜੀ ਹੈਗੀ ਹੈ ਪਾਉਣ ਦੀ ਜ਼ਰੂਰਤ ਹੈਗੀ ਆ। ਅਤੇ ਇਹ ਗੱਲ ਘਰ ਤੋਂ ਸ਼ੁਰੂ ਹੁੰਦੀ। ਮੈਂ ਸਮਝਦਾ ਵੀ ਘਰ ਨਾਲੋਂ ਵੱਡੀ ਕੋਈ ਇੰਸਟੀਟਿਊਸ਼ਨ ਨਹੀਂ ਹੈ। ਸੋ ਜਦੋਂ ਤੁਸੀਂ ਬੱਚੇ ਨਾਲ ਘਰ ਵਿੱਚ ਉਹਨੂੰ ਕਦੀ ਵੀ ਰੋਕੋ ਨਾ ਵੀ ਨਹੀਂ ਤੂੰ ਸਵਾਲ ਨਹੀਂ ਪੁੱਛਣੀ ਹੈ, ਉਹਨੂੰ ਸਵਾਲ ਜੇ ਪੁੱਛਦਾ ਅਤੇ ਜੇ ਤੁਹਾਨੂੰ ਜਵਾਬ ਨਹੀਂ ਆਉਂਦਾ ਤਾਂ ਉਹਨੂੰ ਕਿ ਪੁੱਤਲੇ ਮੈਨੂੰ ਯਾਨੀ ਕਿ ਅਜੇ ਇਹਦਾ ਜਵਾਬ ਨਹੀਂ ਪਤਾ ਹੈਗਾ ਐਂਡ ਆਈ ਵਿਲ ਟਰਾਈ ਟੂ ਫਾਈਂਡ ਆਊਟ। ਜਾਂ ਜਿਹਨੂੰ ਜ਼ਿਆਦਾ ਪਤਾ ਹੈਗਾ ਉਹ ਤੋਂ ਯਾਨੀ ਕਿ ਪੁੱਛੋ ਰਾਤ ਦਿਨ ਉਹਨੂੰ ਸਟਾਪ ਕਰਨ ਦੇ ਲਈ। ਮੈਂ ਕਾਫੀ ਲੰਬਾ ਚੌੜਾ ਜਵਾਬ ਦਿੱਤਾ। ਨੋ ਦੈਟਸ ਆਲਰਾਈਟ, ਆਮ ਜਸਟ ਪੁਆਇੰਟਿੰਗ ਯੂ ਤੁਸੀਂ ਕੀ ਕਹਿ ਰਹੇ ਹੋ। ਮੈਨੂੰ ਇਹ ਗੱਲ ਤੁਹਾਡੀ ਇੱਕਦਮ ਠੀਕ ਲੱਗੀ ਡਾਕਟਰ ਸਾਹਿਬ ਵੀ ਜਿਹੜੇ ਹੁੰਦੇ ਆ ਵੈਨ, ਵਾਈ, ਹਾਊ, ਵਟ, ਹੂ, ਇਹ ਸਾਨੂੰ ਜਦੋਂ ਅਸੀਂ ਸਕੂਲੇ ਪੜ੍ਹਦੇ ਹਾਂ ਯਾਨੀ ਜਿਹੜੇ ਇੱਥੇ ਪੜ੍ਹਦੇ ਆ ਉਹਨਾਂ ਨੂੰ ਇਹੀਓ ਗੱਲ ਸਿਖਾਈ ਜਾਂਦੀ ਹੈ ਕੋਈ ਵੀ ਕੁਐਸਚਨ ਤੁਹਾਡੇ ਕੋਲ ਆਏ ਯੂ ਹੈਵ ਟੂ ਲੁੱਕ ਥਰੂ 5 Ws। ਜਿਹੜੇ 5 W ਤੁਸੀਂ ਕੁਐਸਚਨ ਦੇ ਆਨਸਰ ਕਰਕੇ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਸਾਰੇ ਜਵਾਬ ਤੁਹਾਡੇ ਮਿਲ ਜਾਂਦੇ ਆ। ਐਂਡ ਜਦੋਂ ਅਸੀਂ ਇਸ ਅਲੌਕਿਕ ਸ਼ਕਤੀਆਂ ਜਾਂ ਆਦਤਾਂ ਸੁਧਾਰਨ ਵਿੱਚ ਵੀ ਕਰਦੇ ਹਾਂ ਅਤੇ ਅਸੀਂ ਇਹ ਕੁਐਸਚਨਸ ਨਹੀਂ ਪੁੱਛਦੇ ਆ ਜੋ ਕਿ ਸਾਡਾ ਵੈਰੀ ਬੇਸਿਕ ਪੁਆਇੰਟ ਆਫ ਵਿਊ ਹੁੰਦਾ ਵੀ 5 Ws ਜਦੋਂ ਵੀ ਸਾਨੂੰ ਕੋਈ ਕੁਐਸਚਨ ਰੇਜ਼ ਹੁੰਦਾ ਉਹਦੇ ਵਿੱਚ ਆਨਸਰ ਜਿਹੜੇ ਹੈਗੇ ਆ ਕੁਐਸਚਨ ਦੇ ਵਿੱਚ ਹੀ ਸਾਰੇ ਆਨਸਰਸ ਹੁੰਦੇ ਨੇ ਜੋ ਕਿ ਅਗਰ ਅਸੀਂ ਇਹ ਅਪਣਾਉਂਦੇ ਹਾਂ ਟੈਕਨੀਕ ਅਪਣਾਉਣ ਤੋਂ ਬਾਅਦ ਸਾਨੂੰ ਸਾਰੇ ਆਨਸਰ ਉਹਦੇ ਵਿੱਚੋਂ ਹੀ ਮਿਲਣੇ ਚਾਲੂ ਹੋ ਜਾਂਦੇ ਹੈਗੇ ਆ। ਐਂਡ ਦੂਸਰੀ ਗੱਲ ਜਿਹੜੀ ਆਬਜ਼ਰਵੇਸ਼ਨ ਐਂਡ ਆਪਣੇ 'ਤੇ ਟਰਾਈ ਕਰਕੇ ਵਿਚ ਇਜ਼ ਦ ਬੈਸਟ ਥਿੰਗ। ਜਦੋਂ ਤੱਕ ਅਸੀਂ ਆਪ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰਦੇ ਜਾਂ ਸਾਨੂੰ ਉਹਦਾ ਐਕਸਪੀਰੀਅੰਸ ਨਹੀਂ ਹੁੰਦਾ ਸੁਣੀ ਸੁਣਾਈ ਗੱਲ 'ਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। So you have to have the experience. Until then you can't say ਕਿ ਵੀ ਹਾਂ ਇਹ ਗੱਲ ਸੱਚ ਹੈ ਜਾਂ ਝੂਠ ਹੈ। ਜਾਂ ਤੁਹਾਨੂੰ ਐਕਸਪੀਰੀਅੰਸ ਹੁੰਦਾ then we can say prove ਹਾਂ ਵੀ ਇਸ ਗੱਲ ਸੱਚੀ ਹੈਗੀ otherwise don't believe. ਸੋ ਆਦਤਾਂ ਨੂੰ ਸੁਧਾਰਨ ਤੇ ਹੋਰ ਕਈ ਨੁਕਸੇ ਨੇ ਜਿਨ੍ਹਾਂ ਨੂੰ ਅਸੀਂ ਡਾਕਟਰ ਸਾਹਿਬ ਕੋਲੋਂ ਜਾਣਾਂਗੇ। ਉਹਨਾਂ ਨੇ ਗੱਲ ਤਾਂ ਕਾਫੀ ਲੰਬੀ ਕੀਤੀ ਸੀ but it was very important. I think all what you say was very important. ਸੋ ਜਾਣਾਂਗੇ ਥੋੜ੍ਹੀ ਹੋਰ ਆਦਤਾਂ ਸਾਡੀ ਨੀਂਦ ਦੀ ਆਦਤ, ਮੀਡੀਆ ਦੇ ਵਿੱਚ ਸਾਡਾ ਧਿਆਨ ਜ਼ਿਆਦਾ ਰਹਿੰਦਾ ਹੈਗਾ, ਕੰਪਿਊਟਰ ਵਗੈਰਾ ਸੀ we don't have limit of sleeping as well. ਸੋ ਇਹਦੇ ਬਾਰੇ ਥੋੜ੍ਹੀ ਜਿਹੀ ਰੋਸ਼ਨੀ ਤੁਹਾਡੇ ਕੋਲੋਂ ਚਾਹਾਂਗੇ। ਯਾਨੀ ਕਿ ਜਿਹੜੀ ਸਾਡੀ ਸ਼ਖਸੀਅਤ ਹੈ ਸਾਡੀ ਪਰਸਨੈਲਿਟੀ ਹੈਗੀ ਆ ਹਾਊ ਆਵਰ ਪਰਸਨੈਲਿਟੀ ਇਜ਼ ਮੇਡ ਇਹਨੂੰ ਯਾਨੀ ਕਿ ਜਾਣਨਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਸ਼ਾਇਦ ਮੈਂ ਕਿਸੇ ਆਪਣੇ ਪ੍ਰੋਗਰਾਮ ਵਿੱਚ ਜਾਂ ਬਲਬੀਰ ਹੋਣਾ ਨਾਲ ਜਾਣੀ ਕਿ ਜਾਂ ਮੈਂ ਆਪਣੇ ਪ੍ਰੋਗਰਾਮ ਵਿੱਚ ਜਿਹੜਾ ਮੈਂ ਟਿਊਸ਼ਨ ਦਿੰਦਾ ਹੈਗਾ
ਸੋਚ ਦਾ ਸਫ਼ਰ ਉਹਦੇ ਵਿੱਚ ਜਾਣੀ ਕਿ ਜਾਂ ਫਰਾਈਡਮ ਜਿਹੜਾ ਅਸੀਂ ਸਾਂਝੀਆਂ ਵਿਚਾਰਾਂ 'ਚ ਹੈ ਉਹਦੇ ਵਿੱਚ ਮੈਂ ਜ਼ਿਕਰ ਕੀਤਾ ਹੋਵੇ ਜਾਂ ਕਿਸੇ ਹੋਰ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਹੋਵੇ। ਜਿਹੜੇ ਜਾਣੀ ਕਿ 2 ਐਲੀਮੈਂਟਸ ਹੈਗੇ ਆ ਜਿਹੜੇ ਇੱਕ ਤਾਂ ਮੈਂ ਕਹਿੰਦਾ ਹੁੰਦਾ ਵੀ ਜੀਨਸ ਜਿਹੜੇ ਸਾਡੇ ਕ੍ਰੋਮੋਸੋਮਸ ਸਾਨੂੰ ਦੋਨਾਂ ਪੇਰੈਂਟਸ ਤੋਂ ਮਿਲੇ ਹੈਗੇ ਆ, ਮਾਂ ਤੋਂ 23 ਕ੍ਰੋਮੋਸੋਮਸ ਮਿਲੇ ਹੈ, ਬਾਪ ਤੋਂ ਸਾਨੂੰ 23 ਕ੍ਰੋਮੋਸੋਮਸ ਮਿਲੇ ਹੈ। ਜਿਹੜੀ ਸਾਡੀ ਸੂਝ-ਬੂਝ ਵੀ ਹੈ ਯਾਨੀ ਕਿ ਇਹ ਮਸਟ ਗਿਵ ਕ੍ਰੈਡਿਟ ਟੂ ਆਲ ਦੀ ਵੂਮਨ, ਮੇਰੀ ਕਲੀਗ ਬਲਵੀਰ ਨੂੰ ਵੀ, ਕਿਉਂਕਿ ਜਿਹੜੀ ਸਾਡੀ ਸੂਝ-ਬੂਝ ਹੈ ਜਿਹੜੀ ਸਾਇੰਟੀਫਿਕਲੀ ਅਪਰੂਵ ਹੋ ਚੁੱਕਾ ਹੈਗਾ, ਜੇ ਮੈਨੂੰ ਮਾੜੀ ਮੋਟੀ ਕੋਈ ਅਕਲ ਹੈਗੀ ਆ ਤੇ ਇਹ ਯਾਨੀ ਕਿ ਮੈਨੂੰ ਮਾਂ ਵੱਲੋਂ ਮਿਲਦੀ ਹੈ, ਯਾਨੀ ਕਿ ਇਸ ਪ੍ਰੂਵਨ ਨਾਓ, ਯਾਨੀ ਕਿ ਜਿਹੜੀ ਸੂਝ-ਬੂਝ ਯਾਨੀ ਕਿ ਜਿਹੜੀ ਸਿਆਣਪ ਹੈਗੀ ਆ ਉਹ ਤੁਹਾਨੂੰ ਮਾਂ ਵੱਲੋਂ ਮਿਲਦੀ ਹੈਗੀ ਆ। ਤੇ ਜਿਹੜੇ ਯਾਨੀ ਕਿ ਜਿਹੜੇ ਸਾਡੇ ਇਮੋਸ਼ਨਸ ਤੇ ਸੈਂਟੀਮੈਂਟਸ ਹੈਗੇ ਆ ਉਹ ਤੁਹਾਨੂੰ ਬਾਪ ਵੱਲੋਂ ਯਾਨੀ ਕਿ ਮਿਲਦੇ ਹੈ। ਇੱਕ ਤਾਂ ਯਾਨੀ ਕਿ ਇਹ ਗੱਲ ਹੈ ਜਿਹੜੀ ਕਿ ਜਿਹਦੇ 'ਤੇ ਕੋਈ ਵੀ ਕੰਟਰੋਲ ਨਹੀਂ ਹੈ ਵੀ ਮੇਰਾ ਕਦੋਂ ਨੂੰ ਜਨਮ ਹੋਣਾ, ਕਿੱਥੇ ਜਨਮ ਹੋਇਆ ਹੈਗਾ, ਮੇਰੇ ਮਾਂ ਕੌਣ ਹੋਊਗੀ, ਮੇਰਾ ਬਾਪ ਕੌਣ ਸੀਗਾ, ਯਾਨੀ ਕਿ ਦੈਟ ਵਾਜ਼ ਮਾਈ ਚੋਇਸ ਐਟ ਆਲ। ਦੂਸਰੀ ਯਾਨੀ ਕਿ ਜਿਹੜੇ ਪਰਸਨੈਲਿਟੀ ਦੇ ਵਿੱਚ ਯਾਨੀ ਕਿ ਜਿਹੜਾ ਬਹੁਤ ਵੱਡਾ ਅਹਿਮ ਹਿੱਸਾ ਯਾਨੀ ਕਿ ਜਿਹੜਾ ਪਾਉਂਦਾ ਹੈਗਾ ਉਹਦੇ ਵਿੱਚ ਵੀ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਦੇ ਆਰ ਦੀ ਫਸਟ ਗੁਰੂ, ਖਾਸ ਕਰਕੇ ਸਾਡੀ ਜਿਹੜੀ ਮਾਂ ਹੈਗੀ ਆ। ਇਸੇ ਕਰਕੇ ਅਸੀਂ ਕਹਿੰਦੇ ਹਾਂ ਜਿਹੜੀਆਂ ਔਰਤ ਦਾ ਪੜ੍ਹਿਆ ਲਿਖਿਆ ਬਹੁਤ ਜ਼ਿਆਦਾ ਹੋਣਾ ਜ਼ਰੂਰੀ ਹੈ, ਆਦਮੀ ਭਾਵੇਂ ਇੰਨਾ ਨਾ ਪੜ੍ਹਿਆ ਲਿਖਿਆ ਹੋਵੇ, ਕਿਉਂਕਿ ਜਿਸ ਘਰ ਵਿੱਚ, ਜਿਸ ਪਰਿਵਾਰ ਦੇ ਵਿੱਚ, ਜਿਸ ਸੁਸਾਇਟੀ ਦੇ ਵਿੱਚ, ਜਿਸ ਨੇਸ਼ਨ ਦੇ ਵਿੱਚ ਔਰਤ ਯਾਨੀ ਕਿ ਜ਼ਿਆਦਾ ਪੜ੍ਹੀ ਲਿਖੀ ਆ ਉਹ ਜ਼ਿਆਦਾ ਇੰਟੈਲੀਜੈਂਟ ਬੰਦੇ ਹੈਗੇ ਆ, ਉਹ ਯਾਨੀ ਕਿ ਜਿਹੜਾ ਸਮਾਜ ਵੀ ਜ਼ਿਆਦਾ ਹੈਪੀ ਹੈਗਾ। ਜਿੱਦਾਂ ਰੀਸੈਂਟਲੀ ਰਿਸਰਚ ਹੋਈ ਹੈਗੀ ਆ, ਫਿਨਲੈਂਡ ਦੇ ਲੋਕ ਜਿਹੜੇ ਹੈਗੇ ਸਭ ਤੋਂ ਜ਼ਿਆਦਾ ਦੁਨੀਆ ਵਿੱਚ ਹੈਪੀ ਹੈ। ਉਹਦਾ ਰੀਜ਼ਨ ਯਾਨੀ ਕਿ ਉਹਨਾਂ ਨੇ ਇਹ ਲੱਭਿਆ ਹੈਗਾ ਵੀ ਉੱਥੇ ਬਰਾਬਰਤਾ ਦਾ ਜਿਹੜਾ ਬਹੁਤ ਵੱਡਾ ਬੋਲ ਹੈਗਾ। ਈਵਨ ਯਾਨੀ ਕਿ 200 MPs ਦੇ ਵਿੱਚੋਂ 97 MPs ਜਿਹੜੇ ਹੈਗੇ ਉਹ ਵੂਮਨ ਹੈ। ਸੋ ਆਈ ਥਿੰਕ that's another point ਯਾਨੀ ਕਿ which we need to, ਸੋ ਪਰਸਨੈਲਿਟੀ ਦੀ ਜਾਂ ਸ਼ਖਸੀਅਤ ਦੀ ਯਾਨੀ ਕਿ ਜਿਹੜੀ ਮੈਂ ਅਸੀਂ ਗੱਲ ਕਰ ਰਿਹਾ ਉਹਦੇ ਵਿੱਚ ਬਹੁਤ ਵੱਡਾ ਰੋਲ ਯਾਨੀ ਕਿ ਸਾਡੀ ਮਾਂ ਦਾ ਹੈ, ਕਿਉਂਕਿ ਉਹ ਮਾਂ ਜਿਹੜੀ ਹੈਗੀ ਆ ਉਹੀ ਬੱਚੇ ਨਾਲ ਸਾਡਾ ਬਹੁਤਾ ਸਮਾਂ ਜਿਹੜਾ ਹੈਗਾ, ਸਾਡੀ ਪਹਿਲੀ ਗੁਰੂ ਹੈ, ਉਹੀ ਮਾਂ ਜਿਹੜੀ ਹੈਗੀ ਹੈ ਸਾਡੇ ਨਾਲ ਬਹੁਤ ਸਾਰਾ ਸਮਾਂ ਯਾਨੀ ਕਿ ਬਿਤਾਉਂਦੀ ਹੈ ਤੇ ਉਹੀ ਸਾਨੂੰ ਸਿੱਖਿਆ ਦਿੰਦੀ ਹੈ ਕੀ ਕਰਨਾ ਕੀ ਨਹੀਂ ਕਰਨਾ ਹੈਗਾ। ਤੇ ਦੂਸਰੀ ਯਾਨੀ ਕਿਹੜੀ ਗੱਲ ਹੈਗੀ ਆ ਉਸ ਤੋਂ ਬਾਅਦ ਜਿਹੜੀ ਅਸੀਂ ਸਿੱਖਦੇ ਹੈਗੇ ਆ ਉਹ ਅਸੀਂ ਵੱਡੇ ਭਰਾ ਤੋਂ ਸਿੱਖਦੇ ਹੈਗੇ ਆ। ਅਸੀਂ ਬਾਪ ਨੂੰ ਵੀ ਆਪਣੇ ਨੂੰ ਬਹੁਤ ਵੱਡਾ ਸਮਝਦੇ ਹਾਂ ਵੀ ਹਾਂ ਜੀ ਮੇਰੇ ਮਾਂ-ਬਾਪ ਜਿਹੜੇ ਆ ਇਹ ਜਿਹਨੂੰ ਆਪਾਂ ਰੱਬ ਦਾ ਕਨਸੈਪਟ ਵੀ ਕਹਿੰਦੇ ਹੈਗੇ, ਮਾਂ-ਬਾਪ ਨਾਲੋਂ ਵੱਡਾ ਰੱਬ ਹੋਰ ਕੋਈ ਨਹੀਂ ਹੈ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਹੈਗਾ, ਜਿਨ੍ਹਾਂ ਨੇ ਤੁਹਾਨੂੰ ਪਾਲਿਆ ਹੈਗਾ। ਜਿਸ ਰੱਬ ਦੀ ਯਾਨੀ ਕਿ ਇਹ ਸਾਧ ਬਾਬੇ ਹੋਰ ਉਰਾ ਪਰਾ ਯਾਨੀ ਕਿ ਜੋ ਕੁਛ ਵੀ ਸਾਨੂੰ ਕਨਸੈਪਟ ਯਾਨੀ ਕਿ ਦੱਸ ਰਿਹਾ ਹੈ ਉਹ ਅਜੇ ਤੱਕ ਨਾ ਕਿਸੇ ਨੇ ਦੇਖਿਆ, ਨਾ ਕਿਸੇ ਪੀਰ ਪੈਗੰਬਰ ਨੇ ਦੇਖਿਆ, ਨਾ ਯਾਨੀ ਕਿ ਸਾਨੂੰ ਆਣ ਕੇ ਦੱਸਿਆ ਲੈ ਕਿੱਥੇ ਰਹਿੰਦਾ, ਉਹ ਕੀ ਕਰਦਾ ਹੈਗਾ। ਸੋ ਇਹ ਯਾਨੀ ਕਿ ਸਿਰਫ ਖਿਆਲੀ ਪਲਾਓ ਹੈਗਾ, ਇਹ ਮਨ ਦਾ ਯਾਨੀ ਕਿ ਇੱਕ ਵਹਿਮ ਹੈ। ਜਿਹੜੀ ਯਾਨੀ ਕਿ ਗੱਲ ਪਰਸਨੈਲਿਟੀ ਨਾਲ ਕਨੈਕਟਡ ਹੈਗੀ ਆ ਉਹ ਇਹ ਹੈ ਅਸੀਂ ਮਾਂ-ਬਾਪ ਤੋਂ ਸਿੱਖਦੇ ਹੈਗੇ, ਮੇਰਾ ਬਾਪ ਕਿੱਦਾਂ ਯਾਨੀ ਕਿ ਜਿਹੜਾ ਬਿਹੇਵ ਕਰ ਰਿਹਾ ਹੈਗਾ, ਮੇਰੀ ਮਾਂ ਕਿੱਦਾਂ ਬਿਹੇਵ ਕਰ ਰਹੀ ਹੈ, ਮੇਰਾ ਵੱਡਾ ਭਰਾ ਮੇਰੀ ਭੈਣ ਕਿੱਦਾਂ ਬਿਹੇਵ ਕਰ ਰਹੀ ਹੈ, ਉਹਦੀ ਸਾਡੇ 'ਤੇ ਛਾਪ ਪਈ ਜਾਂਦੀ ਹੈਗੀ। ਵੀ ਗੈਟ ਕੰਡੀਸ਼ਨਡ, ਅਸੀਂ ਅਨ ਯਾਨੀ ਕਿ ਨੋਇੰਗਲੀ ਵੀ ਗੈਟ ਕੰਡੀਸ਼ਨਡ ਐਂਡ ਵਿਚ ਮੇਕਸ ਅਵਰ ਪਰਸਨੈਲਿਟੀ। ਉਸ ਤੋਂ ਬਾਅਦ ਯਾਨੀ ਕਿਹੜਾ ਹੈਗਾ ਸਾਡੇ ਰਿਸ਼ਤੇਦਾਰ ਜਿਹੜੇ ਅਸੀਂ ਮਿਲਦੇ ਹੈਗੇ ਆ, ਚਾਚੇ ਤਾਏ ਯਾਨੀ ਕਿ ਹੋਰ ਭੂਆ ਮਾਸੀਆਂ ਯਾਨੀ ਕਿ ਜਿਹੜੇ ਸਾਡੇ ਰਿਸ਼ਤੇਦਾਰ ਮਿਲਦੇ ਹੈਗੇ ਆ ਉਹ ਦੇ ਆਲਸੋ ਮੇਕ ਅਵਰ ਪਰਸਨੈਲਿਟੀ, ਦੇ ਹੈਲਪ ਅਸ ਟੂ ਮੇਕ ਅਵਰ ਪਰਸਨੈਲਿਟੀ। ਲਈ ਵੀ ਉਹ ਕਿੱਦਾਂ ਬਿਹੇਵ ਕਰਦੇ ਅਸੀਂ ਅਨਕੌਂਸ਼ੀਅਸਲੀ ਉਹਨਾਂ ਤੋਂ ਲਰਨ ਕਰਦੇ ਹੈਗੇ ਆ। ਇਸ ਤੋਂ ਬਾਅਦ ਯਾਨੀ ਕਿਹੜਾ ਹੈਗਾ ਇਹਨੂੰ ਰਸ਼ੀਅਨ ਡੋਲਸ ਕਹਿੰਦੇ ਹੈਗੇ ਅਤੇ ਲੇਅਰ ਆਫਟਰ ਲੇਅਰ। ਉਸ ਤੋਂ ਬਾਅਦ ਯਾਨੀ ਕਿਹੜਾ ਹੈਗਾ ਜਿਹੜਾ ਇਮੀਡੀਏਟ ਸਾਡਾ ਸਮਾਜ ਹੈਗਾ, ਜਿਸ ਅਸੀਂ ਮਹੱਲੇ ਵਿੱਚ ਰਹਿੰਦੇ ਹਾਂ, ਜਿਸ ਯਾਨੀ ਕਿ ਇਸ ਏਰੀਆ ਵਿੱਚ ਰਹਿੰਦੇ ਹੈ, ਉਹਨਾਂ ਲੋਕਾਂ ਦਾ ਬਿਹੇਵੀਅਰ ਅਸੀਂ ਦੇਖਦੇ ਹਾਂ ਐਂਡ ਵੀ ਗੈਟ ਦੋਜ਼ ਥਿੰਗਸ ਅਨਕੰਡੀਸ਼ਨਲੀ ਅਗੇਨ ਇਟ ਬਿਕਮਸ ਅ ਪਾਰਟ ਆਫ ਆਵਰ ਪਰਸਨੈਲਿਟੀ ਐਂਡ ਦਾ ਬਿਗਰ ਪਿਕਚਰ। ਨਾਲ ਦੀ ਨਾਲ ਯਾਨੀ ਕਿ ਜਿਹੜੀ ਗੱਲ ਬਲਵੀਰ ਹੋਣਾ ਮੇਰੇ ਤੋਂ ਪੁੱਛੀ ਸੀ, ਦੈਟਸ ਦੀ ਇੰਪੋਰਟੈਂਟ, ਅਸੀਂ ਕਿਹੋ ਜਿਹਾ ਟੈਲੀਵਿਜ਼ਨ ਦੇਖਦੇ ਹੈਗੇ ਹਾਂ, ਕਿਹੋ ਜਿਹੀਆਂ ਸਟੋਰੀਆਂ ਅਸੀਂ ਦੇਖਦੇ ਹੈਗੇ, ਕਿਹੋ ਜਿਹਾ ਪ੍ਰੋਗਰਾਮ ਉੱਥੇ ਦੇਖਦੇ ਹੈਗੇ, ਕਿਹੋ ਜਿਹਾ ਨਾਟਕ ਅਸੀਂ ਦੇਖਦੇ ਹੈਗੇ, ਉਹਨਾਂ ਦਾ ਸਾਡੇ 'ਤੇ ਕੌਨਸ਼ੀਅਸਲੀ ਅਤੇ ਅਨਕੌਨਸ਼ੀਅਸਲੀ ਸਾਡੇ 'ਤੇ ਵਰਤਾਵ ਜਾਣੀ ਕਿ ਉਹ ਜਿਹੋ ਜਿਹਾ ਬਿਹੇਵ ਕਰਦੇ ਹੈਗੇ ਉਹਦਾ ਸਾਡੇ 'ਤੇ ਅਸਰ ਪੈਂਦਾ ਹੈਗਾ ਐਂਡ ਦੈਟ ਮੇਕ ਅਵਰ ਪਰਸਨੈਲਿਟੀਜ਼। ਸੋ ਇਸ ਕਰਕੇ ਮੈਂ ਸਮਝ ਜਿਹੜੀ ਸਾਡੀ ਇਹ ਤਾਂ ਇਹ ਗੱਲ ਹੋ ਗਈ ਜਾਣੀ ਕਿ ਜਿਹੜਾ ਅਸੀਂ ਸਕੂਲੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਦੋਂ ਜਾਣ ਲੱਗ ਪੈਂਦੇ ਹੈਗੇ ਆ ਦੇ ਮੇਕ ਅਵਰ ਪਰਸਨੈਲਿਟੀਜ਼ ਐਜ਼ ਵੈਲ। ਜਿਹੜੀਆਂ ਅਸੀਂ ਕਿਤਾਬਾਂ ਪੜ੍ਹਦੇ ਹੈਗੇ ਆ, ਜਿਹੋ ਜਿਹੀ ਸਾਨੂੰ ਸਾਡੀ ਸਟੱਡੀ ਉੱਥੇ ਦਿੱਤੀ ਜਾਂਦੀ ਹੈ, ਜਿਹੋ ਜਿਹੇ ਅਸੀਂ ਧਾਰਮਿਕ ਸਥਾਨਾਂ ਵਿੱਚ ਜਾਣੀ ਕਿ ਜਾਂ ਇਨ ਕਿ ਨੋਨ ਧਾਰਮਿਕ ਸਥਾਨਾਂ ਵਿੱਚ ਵੀ ਜਾਂਦੇ ਹੈਗੇ ਆ, ਵਾਟ ਸੋਰਟ ਆਫ ਐਜੂਕੇਸ਼ਨ ਵੀ ਗੈਟ, ਉੱਥੋਂ ਜਾਣੀ ਕਿਹੜਾ ਹੈਗਾ ਸਾਡਾ ਜਿਹੜਾ ਮਾਈਂਡ ਹੈਗਾ ਡਿਵੈਲਪ ਹੁੰਦਾ ਐਂਡ ਦੈਟ ਸ਼ੇਪਸ ਅਵਰ ਪਰਸਨੈਲਿਟੀ। ਸੋ ਇਹ ਜਾਣੀ ਕਿ ਬਹੁਤ ਵੱਡਾ ਰੋਲ ਹੈ ਜਾਣੀ ਕਿ ਪਰਸਨੈਲਿਟੀ ਬਣਾਉਣ ਦੇ ਵਿੱਚ। ਅਤੇ ਇੱਕ ਮੈਂ ਜਾਣੀ ਕਿ ਹੋਰ ਗੱਲ ਇਹਦੇ ਨਾਲ ਵੀ ਕਰ ਲਵਾਂ, ਬਹੁਤ ਵੱਡਾ ਯਾਨੀ ਕਿਹੜਾ ਫਿਲੋਸਫਰ ਜਿਹੜਾ ਹੈਗਾ ਇੱਕ ਹੋਇਆ ਹੈਗਾ ਉੱਥੇ ਆਪਣੇ ਫਰਾਂਸ ਦੇ ਵਿੱਚ, ਅਤੇ ਉਹਨੂੰ ਯਾਨੀ ਕਿ ਇੱਕ ਵਾਰੀ ਉਹ ਐਂਡ ਹੀ ਵਾਜ਼ ਆਲਸੋ ਹੈਡ ਆਫ ਦੀ ਸਾਈਕੋਲੋਜੀ ਡਿਪਾਰਟਮੈਂਟ। ਇੱਕ ਦਿਨ ਯਾਨੀ ਕਿ ਉਹਦੇ ਕੋਲ ਯਾਨੀ ਕਿ ਜਿਹੜੇ ਸਟੂਡੈਂਟ ਹੈਗੇ ਆ ਉਹ ਆਏ ਤਾਂ ਉਹਨੂੰ ਕਹਿਣ ਲੱਗੇ, ਪ੍ਰੋਫੈਸਰ ਯਾਨੀ ਕਿ ਆਇਆ ਸਕੂਲ ਆਪਣੇ ਪੜ੍ਹਾਉਣ ਆਇਆ ਅਤੇ ਕਹਿੰਦਾ ਆਈ ਐਮ ਦ ਗ੍ਰੇਟੈਸਟ ਮੈਨ ਔਨ ਦਿਸ ਅਰਥ। ਅਤੇ ਉਹ ਜਿਹੜੇ PhD ਦੇ ਸਟੂਡੈਂਟ ਸੀਗੇ ਉਹ ਕਹਿੰਦੇ ਪ੍ਰੋਫੈਸਰ ਹਿੱਲ ਗਿਆ, ਲੱਗਦਾ ਲੈ ਵੀ ਇਹ ਉਮਰ ਦੇ ਸਿਆਣਾ ਹੋ ਗਿਆ, 70-72 ਗਿਆ ਲੈ ਵੀ ਇਸ ਕਰਕੇ। ਉਹ ਕਹਿੰਦਾ ਨਹੀਂ ਆਈ ਐਮ ਸੀਰੀਅਸ, ਕਹਿੰਦਾ ਆਈ ਐਮ ਸੀਰੀਅਸ, ਆਈ ਐਮ ਦ ਗ੍ਰੇਟੈਸਟ ਮੈਨ ਔਨ ਦਿਸ ਅਰਥ। ਉਹ ਕਹਿੰਦੇ ਕੈਨ ਯੂ ਪ੍ਰੂਵ ਇਟ? ਉਹ ਕਹਿੰਦਾ ਯੈਸ ਆਈ ਕੈਨ ਪ੍ਰੂਵ ਇਟ। ਉਹ ਕਹਿੰਦਾ ਅੱਛਾ। ਉਹਨੇ ਯਾਨੀ ਕਿ ਲਿਖਣਾ ਸ਼ੁਰੂ ਕਰਤਾ ਬੋਰਡ 'ਤੇ। ਉਹ ਕਹਿੰਦਾ ਲੈ ਵੀ ਦੱਸੋ ਲੈ ਵੀ ਸਭ ਤੋਂ ਗ੍ਰੇਟੈਸਟ ਕੰਟਰੀ ਔਨ ਦਿਸ ਅਰਥ ਕਿਹੜਾ ਹੈਗਾ? ਇਹ ਗੱਲ ਫਰਾਂਸ ਦੀ ਹੈ, ਪੈਰਿਸ ਦੀ ਹੈਗੀ ਇਹ।
ਤੇ ਉਹ ਸਾਰੇ ਸਟੂਡੈਂਟਸ ਜਿਹੜੇ ਸੀਗੇ ਦੇ ਵਰ ਆਲ ਫ੍ਰੈਂਚ ਸਟੂਡੈਂਟਸ। ਉਹ ਕਹਿੰਦੇ ਦ ਗ੍ਰੇਟੈਸਟ ਕੰਟਰੀ ਔਨ ਦਿਸ ਅਰਥ ਇਜ਼ ਫਰਾਂਸ ਨੈਚੁਰਲੀ। ਤੇ ਉਹ ਕਹਿੰਦੇ ਅੱਛਾ। ਉਹ ਫਿਰ ਕਹਿਣ ਲੱਗਾ ਵੀ ਅੱਛਾ ਇਹ ਮੈਨੂੰ ਦੱਸੋ ਬਈ ਇੱਥੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੈ, ਬਹੁਤ ਸਾਰੇ ਇੱਥੇ ਬੈਂਕਾਂ ਵੀ ਬਹੁਤ ਸਾਰੀਆਂ ਹੈਗੀਆਂ, ਇੱਥੇ ਯੂਨੀਵਰਸਿਟੀਆਂ ਬਹੁਤ ਸਾਰੀਆਂ ਹੈਗੀਆਂ, ਹੋਰ ਜਾਣੀ ਕਿ ਬਹੁਤ ਡਿਪਾਰਟਮੈਂਟ ਹੈਗੇ, ਐਜੂਕੇਸ਼ਨ ਦੇ ਡਿਪਾਰਟਮੈਂਟ ਹੈਗੇ ਆ, ਸੋਸ਼ਲ ਸਰਵਿਸ ਦੇ ਹੈ, ਫਾਈਨੈਂਸ਼ੀਅਲ ਡਿਪਾਰਟਮੈਂਟ ਹੈਗੇ ਆ, ਇੰਸ਼ੋਰੈਂਸ ਦੇ ਡਿਪਾਰਟਮੈਂਟਸ ਹੈਗੇ ਆ, ਬਹੁਤ ਸਾਰੀਆਂ ਇੱਥੇ ਇੰਸਟੀਟਿਊਸ਼ਨਸ ਹੈਗੀਆਂ ਵੀ ਸਭ ਤੋਂ ਬੈਸਟ ਇੰਸਟੀਟਿਊਸ਼ਨ ਕਿਹੜੀ ਹੈ। ਤੇ ਉਹ ਕਹਿਣ ਲੱਗੇ ਲੈ ਵੀ ਸਭ ਤੋਂ ਬੈਸਟ ਇੰਸਟੀਟਿਊਸ਼ਨ ਤਾਂ ਐਜੂਕੇਸ਼ਨ ਹੈ, ਜਿੱਥੇ ਯਾਨੀ ਕਿ ਅਸੀਂ ਪੜ੍ਹਦੇ ਲਿਖਦੇ ਹਾਂ, ਜਿੱਥੋਂ ਅਸੀਂ ਲਰਨ ਕਰਦੇ ਹਾਂ, ਦੈਨ ਵੀ ਗੋ ਟੂ ਦ ਸੁਸਾਇਟੀ ਐਂਡ ਸਰਵ। ਉਹ ਕਹਿੰਦਾ ਅੱਛਾ। ਅਤੇ ਕਹਿੰਦੇ ਲੈ ਵੀ ਫਿਰ ਇਹ ਬਹੁਤ ਸਾਰੀਆਂ ਯੂਨੀਵਰਸਿਟੀਜ਼ ਹੈਗੀਆਂ, ਯੂਨੀਵਰਸਿਟੀ ਆਫ ਪੈਰਿਸ ਹੈਗੀਆਂ, ਹੋਰ ਜਿੱਥੇ ਬਹੁਤ ਸਾਰੀਆਂ ਯੂਨੀਵਰਸਿਟੀ ਬਾਕੀ ਇਸ ਪੈਰਿਸ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਹੈ। ਅਤੇ ਇਹਨਾਂ ਵਿੱਚੋਂ ਇਸ ਆਪਣੇ ਮੁਲਕ ਵਿੱਚ ਫਰਾਂਸ ਵਿੱਚ ਸਭ ਤੋਂ ਟੌਪ ਦੀ ਯੂਨੀਵਰਸਿਟੀ ਕਿਹੜੀ ਹੈ। ਉਹ ਕਹਿੰਦੇ ਲੈ ਯੂਨੀਵਰਸਿਟੀ ਆਫ ਪੈਰਿਸ ਹੈ, ਜਿੱਥੇ ਅਸੀਂ ਪੜ੍ਹਦੇ ਹਾਂ। ਇੱਦੋਂ ਵਧੀਆ ਯੂਨੀਵਰਸਿਟੀ ਕਿਹੜੀ ਹੋ ਸਕਦੀ ਹੈ। ਉਹ ਕਹਿੰਦਾ ਅੱਛਾ ਠੀਕ ਹੈ। ਐਂਡ ਹੀ ਕੈਰੀਡ ਔਨ ਰਾਈਟਿੰਗ ਐਂਡ ਦੈਨ ਹੀ ਸੈਡ ਓਕੇ ਯੂਨੀਵਰਸਿਟੀ ਵਿੱਚ ਵੀ ਬਹੁਤ ਸਾਰੇ ਡਿਪਾਰਟਮੈਂਟ ਹੈ। ਉੱਥੇ ਜ਼ੂਲੋਜੀ ਦਾ ਡਿਪਾਰਟਮੈਂਟ ਹੈਗਾ, ਉੱਥੇ ਬੋਟਨੀ ਦਾ ਡਿਪਾਰਟਮੈਂਟ ਹੈ, ਕੈਮਿਸਟਰੀ ਦਾ ਹੈ, ਫਿਜ਼ਿਕਸ ਦਾ ਹੈ, ਸਾਈਕੋਲੋਜੀ ਦਾ ਹੈ। ਉੱਥੇ ਯਾਨੀ ਕਿਹੜਾ ਹੈਗਾ ਫਿਰ ਜਿਹੜਾ ਹੈਗਾ ਪੋਲੀਟਿਕਸ ਦਾ ਯਾਨੀ ਕਿ ਡਿਪਾਰਟਮੈਂਟ ਹੈਗਾ, ਉੱਥੇ IT ਦਾ ਡਿਪਾਰਟਮੈਂਟ ਹੈਗਾ। ਦੇਰ ਆਰ ਲੋਡਸ ਆਫ ਡਿਪਾਰਟਮੈਂਟਸ ਵਿਚ ਇਜ਼ ਦ ਬੈਸਟ ਡਿਪਾਰਟਮੈਂਟ ਇਨ ਦਿਸ ਯੂਨੀਵਰਸਿਟੀ। ਉਹ ਕਹਿੰਦੇ ਯਾਨੀ ਕਿ ਕਿਉਂਕਿ ਉਹ ਸਾਈਕੋਲੋਜੀ ਦੇ ਸਟੂਡੈਂਟ ਸੀਗੇ ਐਂਡ ਹੀ ਵਾਜ਼ ਦੀ ਹੈਡ ਆਫ ਸਾਈਕੋਲੋਜੀ। ਉਹ ਕਹਿੰਦੇ ਸਾਈਕੋਲੋਜੀ ਦੀ ਸਭ ਤੋਂ ਯਾਨੀ ਕਿਹੜਾ ਡਿਪਾਰਟਮੈਂਟ ਹੈ ਸਭ ਤੋਂ ਟੌਪ ਦਾ ਹੈ, ਕਿਉਂਕਿ ਹਿਊਮਨ ਨੇਚਰ ਦੇ ਬਾਰੇ ਯਾਨੀ ਜਿਹੜਾ ਹੈਗਾ ਐਨਾਲਿਸਿਸ ਕਰਦਾ ਹੈਗਾ ਲੈ ਵੀ ਅਸੀਂ ਹਿਊਮਨ ਬੀਇੰਗ ਜਿਹੜੇ ਹੈਗੇ ਬਿਹੇਵ ਕਿੱਦਾਂ ਕਰਦੇ ਹੈਗੇ। ਉਹ ਕਹਿੰਦਾ ਆਰ ਯੂ ਸ਼ੋਰ। ਉਹਨੇ 2-3 ਵਾਰ ਪੁੱਛਿਆ, ਕਹਿੰਦਾ ਯੈਸ ਵੀ ਆਰ ਸ਼ੋਰ, ਯਾਨੀ ਕਿ ਇਟਸ ਅ ਡਿਪਾਰਟਮੈਂਟ ਆਫ ਸਾਈਕੋਲੋਜੀ ਇਜ਼ ਦ ਬੈਸਟ ਡਿਪਾਰਟਮੈਂਟ ਐਂਡ ਆਈ ਐਮ ਦ ਹੈਡ ਆਫ ਦਿਸ ਡਿਪਾਰਟਮੈਂਟ, ਸੋ ਦੈਟਸ ਵਾਈ ਆਈ ਐਮ ਦ ਗ੍ਰੇਟੈਸਟ ਮੈਨ ਔਨ ਦਿਸ ਅਰਥ। ਸੋ ਦ ਪੁਆਇੰਟ ਹੀ ਵਾਜ਼ ਮੇਕਿੰਗ, ਅਸੀਂ ਯਾਨੀ ਕਿ ਇਹਨੂੰ ਜਿਹੜਾ ਹੈਗਾ ਕੰਡੀਸ਼ਨਿੰਗ ਕਹਿੰਦੇ ਹੈਗੇ। ਸਾਡੀ ਕੰਡੀਸ਼ਨਿੰਗ ਇਸ ਹਿਸਾਬ ਦੀ ਜਦੋਂ ਤੋਂ ਅਸੀਂ ਜੰਮਦੇ ਹੈਗੇ ਹਾਂ, ਸਾਡੀ ਕੰਡੀਸ਼ਨਿੰਗ ਜਿਹੜੀ ਹੈਗੀ ਮਾਂ ਬਾਪ ਤੋਂ, ਭੈਣ ਭਰਾਵਾਂ ਤੋਂ, ਫਿਰ ਯਾਨੀ ਕਿ ਸਾਡੇ ਰਿਸ਼ਤੇਦਾਰਾਂ ਤੋਂ, ਜਿਹੜਾ ਅਸੀਂ ਮਟੀਰੀਅਲ ਦੇਖਦੇ ਹੈਗੇ, ਟੈਲੀਵਿਜ਼ਨ ਰੇਡੀਓ ਤੋਂ ਸੁਣਦੇ ਹੈਗੇ ਹਾਂ, ਕਿਤਾਬਾਂ ਅਸੀਂ ਕਿਹੋ ਜਿਹੀਆਂ ਪੜ੍ਹਦੇ ਹਾਂ, ਕਿਹੋ ਜਿਹੇ ਲੋਕਾਂ ਨੂੰ ਅਸੀਂ ਮਿਲਦੇ ਹਾਂ, ਕਿਹੋ ਜਿਹੇ ਸਮਾਜ ਵਿੱਚ ਅਸੀਂ ਵਿਚਰਦੇ ਹਾਂ, ਉਹ ਸਾਰੀ ਸਾਡੀ ਸ਼ਖਸੀਅਤ ਬਣਾਉਂਦਾ ਹੈਗਾ। ਸੋ ਇਸ ਕਰਕੇ ਉਹਨੂੰ ਕੁਐਸਚਨ ਕਰਨਾ ਬਹੁਤ ਜ਼ਰੂਰੀ ਹੈਗਾ। ਉਹ ਤੋਂ ਵੀ ਬਿਲੀਫ ਸਿਸਟਮ ਵੀ ਉੱਥੇ ਬਣਦਾ ਹੈਗਾ। ਜਿਹੜਾ ਭੂਤ ਚੜੇਲਾਂ ਵਿੱਚ ਜਿਹੜਾ ਆਤਮਾ ਪਰਮਾਤਮਾ ਦੀ ਯਾਨੀ ਕਿਹੜੀ ਗੱਲ ਕਰਨੀ, ਯਾਨੀ ਕਿ ਜਾਂ ਜਿਹੜਾ ਨਰਕ ਸਵਰਗ ਦੀ ਗੱਲ ਕਰਨੀ, ਜਾਂ ਕਿਸਮਤਾਂ ਦੀ ਗੱਲ ਕਰਨੀ, ਇਹ ਯਾਨੀ ਕਿ ਜਿਹੜਾ ਸਾਰਾ ਢੰਡੋਰਾ ਹੈਗਾ। ਜਾਂ ਜੇ ਤੁਸੀਂ ਧਾਰਮਿਕ ਸਥਾਨਾਂ ਜਾਣੇ ਜੀ, ਉੱਥੇ ਤਾਂ ਜੀ ਤੱਤੇ ਤੇਲ ਦੇ ਕੜਾਹੇ ਸੀ, ਯਾਨੀ ਕਿ ਉੱਥੇ ਤੁਹਾਨੂੰ ਸਿੱਟਣਾ, ਜਦੋਂ ਤੁਸੀਂ ਨਰਕ ਵਿੱਚ ਚਲ ਜਾਣਾ। ਉੱਥੇ ਤਾਂ ਬੜੀ ਯਾਨੀ ਕਿ ਜਿਹੜੀ ਸੀਗੀ ਜਿਹੜੀ ਜ਼ਮੀਨ ਹੈਗੀ ਆ ਲਾਲ ਰੰਗ ਦੀ ਹੈ, ਤੁਹਾਨੂੰ ਉੱਥੇ ਤੁਰਨਾ ਪੈਣਾ ਜੀ, ਤੁਹਾਨੂੰ ਆਹ ਹੋਣਾ। ਇਹ ਸਭ ਕਹਾਣੀਆਂ ਘੜੀਆਂ ਹੈਗੀਆਂ। ਇਹ ਕਹਾਣੀਆਂ ਜਿਹੜੀਆਂ ਹੈਗੀਆਂ ਸਾਡੇ ਦਿਮਾਗਾਂ 'ਤੇ ਛਾਪ ਆਉਂਦੀਆਂ। ਛੋਟੇ ਬੱਚੇ ਦੇ ਕਿਉਂਕਿ ਡਰਿਆ ਹੁੰਦਾ ਵਿਚਾਰਾ, ਉਹ ਅਜੇ ਮੈਚੁਰ ਨਹੀਂ ਹੋਇਆ ਹੁੰਦਾ, ਉਹਦੇ 'ਤੇ ਛਾਪ ਪੈਂਦੀ ਅਤੇ ਉਹ ਹੌਲੀ ਹੌਲੀ ਡਿਵੈਲਪ ਹੋ ਕੇ ਉਹਦੀ ਪਰਸਨੈਲਿਟੀ ਦਾ ਇੱਕ ਹਿੱਸਾ ਬਣ ਜਾਂਦੀਆਂ। ਮੇਰੇ 'ਤੇ ਵੀ ਇਸ ਚੀਜ਼ ਦਾ ਅਸਰ ਸੀਗਾ। ਮੈਂ ਵੀ ਇੱਕ ਧਾਰਮਿਕ ਯਾਨੀ ਕਿ ਪਰਿਵਾਰ ਵਿੱਚ ਪੈਦਾ ਹੋਇਆ ਸੀ। ਮੇਰੀ ਮਾਂ ਮੇਰਾ ਬਾਪ ਧਾਰਮਿਕ ਸੀਗੇ। ਮੈਂ ਵੀ ਗੁਰਦੁਆਰੇ ਜਾਂਦਾ ਰਿਹਾ। ਮੈਂ ਵੀ ਯਾਨੀ ਕਿਹੜਾ ਹੈਗਾ ਜਿਹੜਾ ਪੜ੍ਹਦਾ ਰਿਹਾ ਹੈਗਾ। ਸਵੇਰ ਨੂੰ ਜਪਜੀ ਸਾਹਿਬ ਵੀ ਅਤੇ ਰਹਿਰਾਸ ਦਾ ਪਾਠ ਵੀ ਕਰਦਾ ਰਿਹਾ, ਗੀਤਾ ਵੀ ਪੜ੍ਹਦਾ ਰਿਹਾ। ਮੈਂ ਯਾਨੀ ਕਿਹੜਾ ਹੈਗਾ ਸਾਰੇ ਯਾਨੀ ਕਿਹੜਾ ਹੈਗਾ ਮਹਾਭਾਰਤ ਵੀ ਪੜ੍ਹਿਆ, ਰਮਾਇਣ ਵੀ ਪੜ੍ਹੀ, ਯਾਨੀ ਕਿ ਜਸਟ ਟੂ ਚੈੱਕ ਐਟ ਦੈਟ ਟਾਈਮ। ਪਰ ਜਦੋਂ ਯਾਨੀ ਕਿ ਮੈਨੂੰ ਥੋੜ੍ਹੀ ਬਹੁਤ ਅਕਲ ਆਈ ਹੈ, ਜਦੋਂ ਮੈਂ 12ਵੀਂ ਵਿੱਚ ਹੋਇਆ, then I read some books which actually changed my mind altogether. ਖਾਸ ਕਰਕੇ ਲਾਲਾ ਹਰਦਿਆਲ ਦੀ ਕਿਤਾਬ ਜਿਹੜੀ ਹੈਗੀ ਹੈ ਹਿੰਟਸ ਫॉर ਸੈਲਫ ਕਲਚਰ, that person changed me completely and he was thinking, he was talking logically ਵੀ ਕਿੱਦਾਂ ਜਿਹੜਾ ਤੁਸੀਂ ਲੌਜੀਕਲੀ ਸੋਚਦੇ ਹੈਗੇ ਆ, ਰੈਸ਼ਨਲੀ ਤੁਸੀਂ ਕਿੱਦਾਂ ਸੋਚਦੇ ਹੈਗੇ ਆ। ਸੋ ਇਹ ਜਿਹੜੀਆਂ ਕਿਤਾਬਾਂ ਹੈਗੀਆਂ, ਜਿੱਦਾਂ ਡਾਕਟਰ ਕਪੂਰ ਦੀਆਂ ਕਿਤਾਬਾਂ ਜਿਹੜੀ ਮੈਂ ਗੱਲ ਸੀ ਕੀਤੀ, ਜਾਂ ਕਿ ਜਾਂ ਹੋਰ ਬਹੁਤ ਸਾਰੇ ਬਰਟਨ ਰਸਲ ਮੈਂ ਪੜ੍ਹਿਆ, ਆਈ ਐਮ ਨਾਟ ਕ੍ਰਿਸਚੀਅਨ, ਫਿਰ ਉਹ ਤੋਂ ਬਾਅਦ ਵੋਲਟੇਅਰ ਪੜ੍ਹਿਆ। ਅਤੇ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਬੁੱਕਸ ਹੈਗੀਆਂ, ਇਹਨਾਂ ਬੁੱਕਸ ਨੇ ਜਿਹੜਾ ਹੈਗਾ ਇਟ ਚੇਂਜ ਮੀ ਟੂ ਸਟਾਰਟ ਥਿੰਕਿੰਗ ਇਨ ਅ ਡਿਫਰੈਂਟ ਵੇ, ਡੀਕੰਡੀਸ਼ਨ ਕੀਤਾ। ਸੋ ਮੈਂ ਮਹਿਸੂਸ ਇਹ ਕਰਦਾ ਹੈਗਾ ਜਿਹੜੀ ਤੁਸੀਂ ਪਰਸਨੈਲਿਟੀ ਦੀ ਗੱਲ ਕੀਤੀ, ਸ਼ਖਸੀਅਤ ਦੀ ਗੱਲ ਕੀਤੀ ਹੈ, ਜਿਹੜੇ 2-3 ਇੰਸੀਡੈਂਟਸ ਤੁਹਾਨੂੰ ਮੈਂ ਦੱਸੇ ਹੈਗੇ ਆ, ਦੇ ਆਰ ਵੈਰੀ ਇੰਪੋਰਟੈਂਟ। ਬਈ ਉਹਨਾਂ ਨੂੰ ਅਸੀਂ ਦੇਖੀਏ ਲੈ ਵੀ ਸਾਡੇ 'ਤੇ ਕੰਡੀਸ਼ਨਿੰਗ ਦਾ ਕਿੰਨਾ ਕੁ ਵੱਡਾ ਅਸਰ ਹੈਗਾ। ਐਂਡ that's what actually makes us to believe. ਡਾਕਟਰ ਸਾਹਿਬ ਤੁਹਾਡਾ ਕਹਿਣਾ ਹੈ ਵੀ ਜਿਹੜੀ ਸਾਡੀ ਆਦਤਾਂ ਹੈ, ਸਾਨੂੰ ਜਨਮ ਤੋਂ ਬਾਅਦ ਸਾਡਾ ਜਿਹੜਾ ਬਾਹਰ ਦਾ ਐਟਮੋਸਫੇਅਰ ਹੁੰਦਾ, ਇਨਵਾਇਰਮੈਂਟ ਹੁੰਦਾ ਹੈ, ਭਾਵੇਂ ਉਹ ਸਾਡੇ ਪੇਰੈਂਟਸ ਨੇ, ਐਕਸਟੈਂਡਿਡ ਫੈਮਿਲੀ ਦੇ ਵਿੱਚ ਜਿਹੜੇ ਮੈਂਬਰਸ ਨੇ ਉਹ ਨੇ, ਉਹਨਾਂ ਦੇ ਆਧਾਰ 'ਤੇ ਅਸੀਂ ਆਪਣੀ ਪਰਸਨੈਲਿਟੀ, ਕੁਝ ਸਾਨੂੰ ਆਪਣੇ ਪੇਰੈਂਟਸ ਤੋਂ ਆਲਰੇਡੀ ਮਿਲਿਆ ਹੁੰਦਾ ਵਿਰਸੇ 'ਚੋਂ ਜਿਹਨੂੰ ਅਸੀਂ ਕਹਿੰਦੇ ਹਾਂ, ਅਤੇ ਕੁਝ ਜਿਹੜਾ ਹੈਗਾ ਸਾਡਾ ਬਾਹਰ ਆਉਣ ਤੋਂ ਬਾਅਦ ਜਿਹੜਾ ਇਨਵਾਇਰਮੈਂਟਲ ਹੈਗਾ ਉਹ ਪਾਰਟ ਪਲੇ ਕਰਦਾ। ਉਹਦੇ ਵਿੱਚ ਸਾਡੇ ਚਾਹੇ ਸਕੂਲ ਹੋਣ, ਕਾਲਜਿਸ ਹੋਣ, ਯੂਨੀਵਰਸਿਟੀ ਹੋਏ, ਜਾਂ ਫਿਰ ਜਿਹੜੇ ਲੋਕ
ਸਾਡੇ ਆਲੇ ਦੁਆਲੇ ਹੁੰਦੇ ਆ ਉਹਦੇ ਤੋਂ ਸਾਡੀ ਆਦਤਾਂ ਬਣਦੀਆਂ ਐਂਡ ਜਿਹੜੀ ਆਦਤਾਂ ਹੈ ਸਾਡਾ ਇੱਕ ਮਾਈਂਡ ਸੈੱਟ ਕਰ ਦਿੰਦੀਆਂ ਜਿਹਦੇ ਨਾਲ ਅਸੀਂ ਉਹ ਆਪਣੀ ਜੀਵਨੀ ਜੀਣਾ ਚਾਲੂ ਕਰ ਦਿੰਦੇ ਆ ਉਹਦੇ ਆਧਾਰ ਤੇ ਅਸੀਂ ਆਪਣੀ ਲੌਂਗ ਟਾਈਮ ਲਾਈਫ ਜਿਹੜੀ ਹੈ ਉਹਦੇ ਤੇ ਡਿਪੈਂਡੈਂਟ ਹੋ ਜਾਂਦੇ ਆ ਸੋ ਡਾਕਟਰ ਸਾਹਿਬ ਨੇ ਜਿੱਦਾਂ ਸਾਨੂੰ ਦੱਸਿਆ ਵੀ ਜਿਹੜੀ ਹੈ ਆਦਤਾਂ ਨੇ ਇਹਨਾਂ ਨੂੰ ਸੁਧਾਰਨ ਲਈ ਸਾਨੂੰ ਆਪਣੇ ਸਰਟਨ ਇਸ਼ੂਜ਼ ਨੇ ਉਹਨਾਂ ਤੇ ਨਜ਼ਰ ਮਾਰਨੀ ਚਾਹੀਦੀ ਹੈਗੀ ਹੈ ਉਹ ਚਾਹੇ ਇਸ਼ੂ ਸਾਡੇ ਆਦਤਾਂ ਦੇ ਵਿੱਚ ਰਿਲੀਜਨ ਦੀ ਚੰਗੀ ਚੀਜ਼ ਵੀ ਹੈਗੀ ਆ ਉਹਦੇ ਤੇ ਬੈਡ ਇਫੈਕਟ ਵੀ ਸਾਡਾ ਪੈ ਸਕਦਾ ਜੇਕਰ ਅਸੀਂ ਅੰਧ ਵਿਸ਼ਵਾਸ ਵੱਲ ਚਲੇ ਜਾਂਦੇ ਹਾਂ ਤੇ ਉਹ ਆਦਤਾਂ ਜਿਹੜੀਆਂ ਸਾਨੂੰ ਲਿਖਣੀਆਂ ਚਾਹੀਦੀਆਂ ਆਈ ਵਿਲ ਸੇ ਯੂ ਨੀਡ ਟੂ ਪਲਾਨ ਕਿ ਸਾਨੂੰ ਕਿਹੜੀ ਆਦਤਾਂ ਜਿਹੜੀਆਂ ਸਾਡੀਆਂ ਹੈਗੀਆਂ ਜਿਹੜੀ ਸਾਡੀ ਰਿਸਟ੍ਰਿਕਟ ਕਰ ਰਹੀਆਂ ਨੇ ਸਾਨੂੰ ਇੱਕ ਹੈਲਥੀ ਹਿਊਮਨ ਬੀਇੰਗ ਹੋਣ ਦੇ ਵਿੱਚ ਉਹ ਆਦਤਾਂ ਅਸੀਂ ਆਪਣੀਆਂ ਡਿਸਟਰੋਏ ਕਰਨੀਆਂ ਉਹਨਾਂ ਨੂੰ ਅਸੀਂ ਉਹਨਾਂ ਤੇ ਕਾਬੂ ਪਾਉਣਾ ਜਿੱਦਾਂ ਕਹਿ ਲਓ ਵੀ ਨੀਂਦ ਦੀ ਆਦਤ ਹੈ ਮੈਂ ਇੰਨੇ ਟਾਈਮ ਤੇ ਸੋਣਾ ਹੈਗਾ ਤੇ ਪਰ ਮੈਂ ਸੌਂਦਾ ਨਹੀਂ ਆ ਕੀ ਰੀਜ਼ਨ ਨੇ ਕਿਉਂ ਨਹੀਂ ਸੋ ਰਹੇ ਉਹ ਚੀਜ਼ਾਂ ਤੁਸੀਂ ਨੋਟਿਸ ਕਰਨੀਆਂ ਨੇ ਉਹਨਾਂ ਨੂੰ ਇੰਪਰੂਵ ਕਰਨਾ ਤਾਂ ਕਿ ਉਹ ਚੀਜ਼ਾਂ ਤੇ ਤੁਸੀਂ ਸੁਧਾਰ ਕਰ ਸਕੋ ਬੈਡ ਹੈਬਿਟ ਆਫ ਈਟਿੰਗ ਅਗਰ ਹੈਗੀ ਹੈ ਕਿਸੇ ਨੂੰ ਤੇ ਤੁਸੀਂ ਆਪਣੀ ਲਿਸਟ ਬਣਾਓ ਵੀ ਇਹ ਚੀਜ਼ਾਂ ਮੈਂ ਆਪਣੀ ਡੇਲੀ ਕਰਦਾ ਪਰ ਮੈਂ ਇਹ ਕਰਨਾ ਚਾਹਨਾ ਕਿਉਂ ਨਹੀਂ ਕਰ ਪਾ ਰਿਹਾ ਤੇ ਕਿਸ ਤਰੀਕੇ ਦੇ ਨਾਲ ਕਰਨੀ ਆ ਉਹ ਸਟੈਪ ਬਾਈ ਸਟੈਪ ਤੁਸੀਂ ਆਪਣੀ ਉਹ ਚੀਜ਼ਾਂ ਇਨਕਲੂਡ ਆਪਣੀ ਡਾਈਟ ਦੇ ਵਿੱਚ ਕਰਕੇ ਹੌਲੀ ਹੌਲੀ ਆਪਣੀ ਆਦਤਾਂ ਨੂੰ ਸੁਧਾਰ ਸਕਦੇ ਹੋ ਕੋਈ ਵੀ ਆਦਤ ਜਿਹੜੀ ਹੈ ਉਹ ਅਸੀਂ ਲਰਨ ਕੀਤੀ ਹੈ ਸੋ ਜਿਹੜੀ ਚੀਜ਼ ਅਸੀਂ ਲਰਨ ਕੀਤੀ ਆ ਉਹਨੂੰ ਅਸੀਂ ਸੁਧਾਰ ਕਰ ਸਕਦੇ ਹਾਂ ਉਹਨੂੰ ਚੇਂਜ ਕਰ ਸਕਦੇ ਹਾਂ ਇਟ ਟੇਕਸ ਟਾਈਮ ਕਈਆਂ ਨੂੰ ਥੋੜਾ ਟਾਈਮ ਲੱਗਦਾ ਕਈਆਂ ਨੂੰ ਜ਼ਿਆਦਾ ਲੱਗਦਾ ਹੈਗਾ ਸਰ ਇੱਕ ਲਾਸਟ ਟਾਈਮ ਦੀ ਗੱਲ ਸੀਗੀ ਕੋਈ ਟਾਈਮ ਸਭ ਤੋਂ ਬੜਾ ਘੱਟ ਰਹਿ ਗਿਆ ਜਿਹੜੀਆਂ ਪ੍ਰੈਜਡਿਸ ਵੀ ਹੈਗੀਆਂ ਜਾਤ ਪਾਤ ਦੀ ਯਾਨੀ ਕਿ ਜਾਂ ਰੰਗ ਦੀ ਜਾਂ ਯਾਨੀ ਕਿ ਜੈਂਡਰ ਦੀ ਜਾਂ ਯਾਨੀ ਕਿ ਕਿਸੇ ਨੈਸ਼ਨੈਲਿਟੀ 'ਤੇ ਜਿਹੜੀ ਅਸੀਂ ਨਫ਼ਰਤਾਵਾਂ ਜਿਹੜੀਆਂ ਪਾਲਦੇ ਹਾਂ ਉਹ ਵੀ ਅਸੀਂ ਆਪਣੇ ਮਾਂ-ਬਾਪ ਤੋਂ ਕਿਤਾਬਾਂ ਤੋਂ ਆਲੇ ਦੁਆਲੇ ਤੋਂ ਰਿਸ਼ਤੇਦਾਰਾਂ ਤੋਂ ਅਤੇ ਆਪਣੇ ਸਮਾਜ ਤੋਂ ਗ੍ਰਹਿਣ ਕਰਦੇ ਹਾਂ ਐਂਡ ਦੈਟਸ ਹਾਊ ਦੇ ਬਿਕਮ ਆਵਰ ਪਾਰਟ ਐਂਡ ਪਾਰਸਲ ਸੋ ਜਿਸ ਤਰ੍ਹਾਂ ਬਲਵੀਰ ਹੋਣਾ ਨੇ ਗੱਲ ਕੀਤੀ ਇਟਸ ਵੈਰੀ ਇੰਪੋਰਟੈਂਟ ਬਈ ਛੋਟੇ ਛੋਟੇ ਸਟੈਪ ਲੈ ਕੇ ਅਸੀਂ ਯਾਨੀ ਕਿਹੜਾ ਹੈਗਾ ਜੇ ਆਪਣੀ ਆਦਤ ਨੂੰ ਸੁਧਾਰੀਏ ਐਂਡ ਦੈਟ ਕੈਨ ਮੇਕ ਅਸ ਵੈਰੀ ਗੁੱਡ ਹਿਊਮਨ ਬੀਇੰਗ ਸੋ ਥੈਂਕ ਯੂ ਡਾਕਟਰ ਸਾਹਿਬ ਸਾਡਾ ਟਾਈਮ ਤੇ ਹੁਣ ਨੀਲੀ ਫਿਨਿਸ਼ ਹੋਣ ਵਾਲਾ ਹੈ ਸੋ ਕੋਈ ਕੁਇਕ ਮੈਸੇਜ ਜਿਹੜਾ ਤੁਸੀਂ ਸਾਡੇ ਵਿਊਅਰਸ ਨੂੰ ਦੇਣਾ ਚਾਹੋਗੇ ਅੱਜ ਦੇ ਜਿਹੜੇ ਸਾਡੇ ਟੌਪਿਕ ਰਹੇ ਆ ਤੇ ਦੈਟ ਵਿਲ ਬੀ ਗ੍ਰੇਟ ਕੁਇਕ ਮੈਸੇਜ ਯਾਨੀ ਕਿ ਇਹ ਹੈਗਾ ਅਲਰਜੀ ਬਾਰੇ ਮੈਂ ਕਾਫੀ ਡਿਟੇਲ ਵਿੱਚ ਦੱਸ ਚੁੱਕਾ ਪਰ ਦੂਸਰਾ ਯਾਨੀ ਜਿਹੜਾ ਅਲੌਕਿਕ ਸ਼ਕਤੀਆਂ ਬਾਰੇ ਦੱਸਿਆ ਸੀਗਾ ਉਹਦੇ ਲਈ 1 ਲੱਖ ਪਾਉਂਡ ਇਨਾਮ ਮੈਂ ਦੇਵਾਂਗਾ ਜੇ ਕੋਈ ਬਾਬਾ ਸਾਧ ਕੋਈ ਕਿਸ ਤਰ੍ਹਾਂ ਦਾ ਕੋਈ ਮਿਰੇਕਲ ਕਰਕੇ ਦਿਖਾਲੇ ਜੇ ਤੁਸੀਂ ਕਿਸੇ ਨੂੰ ਜਾਣਦੇ ਹੈਗੇ ਜੇ ਇਹਨਾਂ ਕੋਲ ਸ਼ਕਤੀ ਹੈਗੀ ਆ ਤੇ ਸਾਨੂੰ ਨਾ ਤਾਂ ਕਿਸੇ ਹੋਰ ਚੀਜ਼ ਦੀ ਨੈਸ਼ਨਲ ਸਰਵਿਸ ਜ਼ਰੂਰਤ ਹੈ ਤੇ ਨਾ ਹੀ ਸਾਨੂੰ ਜਿਹੜਾ ਹੈਗਾ ਬੰਬਾਂ ਦੀ ਜ਼ਰੂਰਤ ਹੈ ਕਿਉਂਕਿ ਇਹ ਬਾਬੇ ਸਭ ਕੁਝ ਕਰ ਸਕਦੇ ਸੋ ਬਿਲਕੁਲ ਝੂਠ ਹੈਗਾ ਨਾ ਹੀ ਸਾਨੂੰ ਜਿਹੜੀ ਹੈਗੀ ਆ ਪੁਲਿਸ ਦੀ ਵੀ ਕੋਈ ਜ਼ਰੂਰਤ ਨਹੀਂ ਹੈ Thank you so much, Dr. Saab. ਤੁਸੀਂ ਕਾਂਸ਼ੀ TV ਤੇ ਆਏ I'm sure you come regular anyway, so thank you again for being part of Health Talk Show. ਤੁਹਾਡਾ ਬਹੁਤ-ਬਹੁਤ thank you. ਬਹੁਤ-ਬਹੁਤ ਤੇ ਇਹਦੇ ਨਾਲ ਹੀ ਸਾਡਾ ਅੱਜ ਦਾ Health Talk Show ਇੱਥੇ ਸਮਾਪਤ ਹੁੰਦਾ ਮਿਲਾਂਗੇ ਅਗਲੀ ਵਾਰ ਕਿਸੇ ਹੋਰ ਗੈਸਟ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਤੋਂ ਇਜਾਜ਼ਤ ਚੈੱਕ ਕਰਤੇ